ਮੈਂ ਪ੍ਰੋਫੈਸਰ ਰਜੇਸ਼ ਤੋਂ ਗੱਲ ਸ਼ੁਰੂ ਕਰਦਾ। ਪ੍ਰੋਫੈਸਰ ਰਜੇਸ਼, ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀਗੇ ਤੇ ਪਿਛਲੇ ਕਈ ਸਾਲਾਂ ਤੋਂ ਖਾਸ ਤੌਰ ਦੇ ਉੱਤੇ ਯੂਨੀਵਰਸਿਟੀਆਂ ਦੇ ਹਵਾਲੇ ਨਾਲ ਕਿ ਯੂਨੀਵਰਸਿਟੀਆਂ ਦੇ ਵਿੱਚ ਕਿਸ ਕਿਸਮ ਦੀ ਪੋਲਿਟਿਕਸ ਹੋ ਰਹੀ ਹੈ, ਕਿਸ ਕਿਸਮ ਨਾਲ ਯੂਨੀਵਰਸਿਟੀਆਂ ਆਪਣੇ ਜਿਹੜੀ ਕਾਇਮ ਰਹਿਣ ਦੀ ਲੜਾਈ ਲੜ ਰਹੀਆਂ ਨੇ, ਤੇ ਨਾਲ ਦੀ ਨਾਲ ਇਹ ਬਹਿਸ ਕਿ ਯੂਨੀਵਰਸਿਟੀ ਦਾ ਮਕਸਦ ਕੀ ਹੈ, ਯੂਨੀਵਰਸਿਟੀ ਨੇ ਸਮਾਜ ਨਾਲ ਕਰਨਾ ਕੀ ਹੈ, ਸਮਾਜ ਨੂੰ ਦੇਣਾ ਕੀ ਹੈ। ਇਹ ਇੱਕ ਪੱਖ ਹੈ। ਕੱਲ ਜਦੋਂ ਤੁਸੀਂ ਆਪਣੀ ਗੱਲ ਕਰ ਰਹੇ ਸੀਗੇ ਤੇ ਤੁਸੀਂ ਇਹ ਕਿਹਾ ਸੀਗਾ ਕਿ ਕਨਫੈਸ਼ਨ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ, ਤੇ ਉਹਦੇ ਵਿੱਚ ਤੁਸੀਂ ਕਿਹਾ ਸੀਗਾ ਕਿ ਕਨਫੈਸ਼ਨ ਜਿਹੜਾ ਹੈਗਾ ਇਹ ਬਹੁਤ ਅਹਿਮ ਹੁੰਦਾ ਹੈ, ਬੰਦੇ ਨੂੰ ਕਦੇ ਕਦਾਈ ਕਰ ਲੈਣਾ ਚਾਹੀਦਾ। ਤੇ ਹਵਾਲਾ ਤੁਹਾਡਾ ਇਸ ਗੱਲ ਦਾ ਸੀਗਾ, ਤੁਸੀਂ ਕਿਹਾ ਕਿ ਵੀ ਮੈਂ ਬਹੁਤ ਸਾਰਾ ਟਾਈਮ ਜਿਹੜਾ ਹੈਗਾ ਤਕਰੀਬਨ 10 ਸਾਲ ਥਿਊਰੀ ਦੇ ਉੱਤੇ ਬੇਸਡ ਕੀਤੇ, ਜਿਹਦਾ ਇਹ ਮਤਲਬ ਨਹੀਂ ਸੀ ਕਿ ਥਿਊਰੀ ਪੜ੍ਹਨੀ ਨਹੀਂ ਚਾਹੀਦੀ, ਪਰ ਜਿਹੜਾ ਕੰਮ 2 ਸਾਲਾਂ ਦੇ ਵਿੱਚ ਹੋ ਜਾਣਾ ਸੀ ਉਹ ਤੁਸੀਂ 10 ਸਾਲਾਂ ਦੇ ਵਿੱਚ ਕੀਤਾ। ਹੁਣ ਤੁਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਹੋ ਤੇ ਪੜ੍ਹਨ ਪੜ੍ਹਾਉਣ ਨਾਲ ਤੁਸੀਂ ਜੁੜੇ ਹੋਏ ਹੋ, ਜਦੋਂ ਦੇ ਤੁਸੀਂ ਵਿਦਿਆਰਥੀ ਹੋ, ਤੇ ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ, ਇੱਕ ਵਿਦਿਅਕ ਨੁਮਾਇੰਦੇ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਜਿਹੜਾ ਇਕਬਾਲੀਆ ਬਿਆਨ ਹੈ, ਜਿਹੜਾ ਕੱਲ ਤੁਸੀਂ ਵਾਅਦਾ ਕੀਤਾ ਸੀਗਾ, ਅੱਜ ਕੀ ਹੈ? ਯੂਨੀਵਰਸਿਟੀ ਦੇ ਸਪੇਸ ਦੇ ਬਾਰੇ ਨਵੇਂ ਸਿਰੇ ਤੋਂ ਗੌਰ ਕਰਨ ਦੀ ਅੱਜ ਬਹੁਤ ਲੋੜ ਹੈ। ਮੈਂ ਜਦੋਂ ਯੂਨੀਵਰਸਿਟੀ ਬਾਰੇ ਸੋਚਦਾ ਤਾਂ ਇੱਕ ਤਾਂ ਇਹ ਹੈ ਕਿ ਕਲਾਸਰੂਮ ਤੋਂ ਬਾਹਰ ਜੋ ਵਾਈਬ੍ਰੈਂਸੀ ਔਰ ਡਾਇਨਾਮਿਜ਼ਮ ਹੈ, ਜੋ ਅੱਜ ਇੱਥੇ ਨਜ਼ਰ ਆ ਰਿਹਾ ਹੈ, ਪਿਛਲੇ ਕੁਝ ਦਿਨਾਂ ਤੋਂ ਨਜ਼ਰ ਆ ਰਿਹਾ ਹੈ, ਇਹ ਯੂਨੀਵਰਸਿਟੀ ਦਾ ਕੇਂਦਰੀ ਸਥਾਨ ਹੋਣਾ ਚਾਹੀਦਾ ਹੈ। ਦੂਸਰੀ ਚੀਜ਼ ਹੈ ਕਿ ਫਲੋਰੈਂਸ ਦੇ ਵਿੱਚ ਲਿਓਨਾਰਡੋ ਦੇ ਟਾਈਮ ਤੇ ਮਾਰਕੀਟ ਪਲੇਸ ਦੇ ਵਿੱਚ ਦੁਪਹਿਰ ਨੂੰ ਮਕੈਨਿਕ, ਇੰਜੀਨੀਅਰ, ਆਰਟਿਸਟ, ਦੁਕਾਨਦਾਰ ਲੋਕ ਮਿਲਦੇ ਸੀ, ਤੇ ਉੱਥੇ ਅਸਲ 'ਚ ਦੁਨੀਆ ਦੀ ਸਭ ਤੋਂ ਮਹਾਨ ਕਲਾਕ੍ਰਿਤੀਆਂ ਦੀ ਰਚਨਾ ਕਨਸੀਵ ਕੀਤੀ ਜਾਂਦੀ ਸੀ, ਮਸ਼ੀਨਸ ਦੀ ਰਚਨਾ ਕਨਸੀਵ ਕੀਤੀ ਜਾਂਦੀ ਸੀ। ਯਾਨੀ ਬਾਜ਼ਾਰ ਉਹ ਯੂਨੀਵਰਸਿਟੀ ਹੈ। ਏਥਨਸ ਦੀਆਂ ਸੜਕਾਂ ਗਲੀਆਂ ਜਿੱਥੇ ਸੋਕਰੇਟੀਸ ਤੁਰਦਾ ਫਿਰਦਾ ਸੀ, ਉਹ ਯੂਨੀਵਰਸਿਟੀ ਦਾ ਇੱਕ ਮਾਡਲ ਹੋ ਸਕਦਾ ਹੈ। ਲੇਕਿਨ ਉਹਦੇ ਨਾਲ ਨਾਲ ਏਥਨਸ ਦੇ ਬਾਗ ਬਗੀਚੇ ਵੀ ਹੈ, ਜਿੱਥੇ ਉਹ ਇਕੱਲਾ ਆਪਣੇ ਦੋਸਤਾਂ ਤੇ ਵਿਦਿਆਰਥੀ ਨਾਲ ਤੁਰਦਾ ਸੀ, ਔਰ ਉਹ ਬਾਰ-ਬਾਰ ਉਹ ਕਹਿੰਦੇ ਹੈ ਕਿ ਉਹੀ ਦੋਸਤ ਸੀ ਤੇ ਉਹੀ ਵਿਦਿਆਰਥੀ ਸੀ। ਇੱਕ ਇਹ ਰਿਸ਼ਤਾ ਦੋਸਤੀ ਦਾ, ਕੰਪੈਨੀਅਨਸ਼ਿਪ ਦਾ ਬਿਟਵੀਨ ਦਾ ਸਟੂਡੈਂਟ ਐਂਡ ਦਾ ਟੀਚਰ, ਜਿਹੜਾ ਕਿ ਇੱਕ ਬਹੁਤ ਰੈਡੀਕਲ ਰਿਸ਼ਤਾ ਹੈ, ਉਹ ਯੂਨੀਵਰਸਿਟੀ ਦੇ ਵਿੱਚ ਮੈਂ ਸੋਚਦਾ ਕਿ ਹੋਣਾ ਚਾਹੀਦਾ ਹੈ, ਜਿਸ ਦੇ ਵਿੱਚ ਵਿਦਿਆਰਥੀ ਜੁਰਤ ਕਰ ਸਕੇ ਕਿ ਅਧਿਆਪਕ ਨੂੰ ਸਵਾਲ ਕਰੇ, ਔਰ ਅਧਿਆਪਕ ਇਹ ਜੁਰਤ ਰੱਖੇ ਕਿ ਸਵਾਲ ਨੂੰ ਸੁਣ ਸਕੇ ਤੇ ਵਿਦਿਆਰਥੀ ਨੂੰ ਇਸ ਲਾਇਕ ਬਣਾਇਆ ਕਿ ਉਹਨੂੰ ਚੁਣੌਤੀ ਦੇ ਸਕੇ। ਇਸ ਤੋਂ ਇਲਾਵਾ ਸ਼ਾਂਤੀ ਨਿਕੇਤਨ ਦਾ ਮਾਡਲ ਹੈ, ਜਿੱਥੇ ਟੈਗੋਰ ਦੇ ਕੋਲ ਉਹ ਲੋਕ ਆਏ ਜਿਨ੍ਹਾਂ ਨੇ ਕਿਤੇ ਸਕੂਲ ਦਾ ਮੂੰਹ ਨਹੀਂ ਸੀ ਦੇਖਿਆ, ਔਰ ਉੱਥੇ ਹਿੰਦੁਸਤਾਨ ਦੇ ਸਭ ਤੋਂ ਬਿਹਤਰ ਆਰਟਿਸਟ ਬਣ ਕੇ ਬਾਹਰ ਨਿਕਲੇ। ਜਦੋਂ ਹੌਸਟਲ ਬਣਦਾ ਹੈ ਤਾਂ ਉਹ ਲੋਕਲ ਮਟੀਰੀਅਲ ਨਾਲ ਬਣਾਇਆ ਜਾਂਦਾ ਹੈ। ਉਹਨਾਂ 'ਚੋਂ ਇੱਕ ਕਲਾਕਾਰ ਦਾ ਨਾਮ ਹੈ ਨੰਦ ਲਾਲ ਬੋਸ, ਇੱਕ ਦਾ ਨਾਮ ਹੈ ਰਾਮਨਾਥ ਕਿੰਕਰ, ਟਰਾਈਬਲ ਆਦਮੀ ਹੈ, ਔਰ ਉਸ ਆਦਮੀ ਨੇ ਰਿਜ਼ਰਵ ਬੈਂਕ ਇੰਡੀਆ ਦੇ ਬਾਹਰ ਯਕਸ਼ ਤੇ ਯਕਸ਼ਣੀ ਦੀਆਂ ਮੂਰਤੀਆਂ ਬਣਵਾਈਆਂ ਹੋਈਆਂ। ਕੀ ਸਾਡੀਆਂ ਯੂਨੀਵਰਸਿਟੀਆਂ ਉਹ ਟੈਲੈਂਟ ਲੈ ਸਕਦੀਆਂ ਜਿੱਥੇ ਆਮ ਆਦਮੀ ਹੈ ਤੁਰਦੇ ਫਿਰਦੇ? ਔਰ ਕੀ ਸਾਡੀ ਯੂਨੀਵਰਸਿਟੀਆਂ ਬੈਲੈਂਸ ਬਣਾ ਸਕਦੀਆਂ ਕਿ ਆਈਵਰੀ ਟਾਵਰ ਵੀ ਹੋਵੇ ਤੇ ਨਾਲ ਮਾਰਕੀਟ ਪਲੇਸ ਵੀ ਹੋਵੇ? ਯੂਨੀਵਰਸਿਟੀ ਬੇਸਿਕਲੀ ਇੱਕ ਵਰਕਸ਼ਾਪ ਹੋਣੀ ਚਾਹੀਦੀ, ਇੱਕ ਸਟੂਡੀਓ ਹੋਣੀ ਚਾਹੀਦੀ, ਔਰ ਸਟੂਡੀਓ ਦੇ ਵਰਕਸ਼ਾਪ ਦੇ ਵਿੱਚ ਖਲਾਰਾ ਪਿਆ ਹੁੰਦਾ, ਸਵਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਜਿੱਦਾਂ ਕਾਰਪੋਰੇਟ ਯੂਨੀਵਰਸਿਟੀਆਂ ਦੇ ਵਿੱਚ ਹੁੰਦੀਆਂ। ਔਰ ਫਿਰ ਜਿਹੜਾ ਇੱਕ ਇਹ ਹੋ ਗਿਆ ਕਿ ਯੂਨੀਵਰਸਿਟੀ ਬੋਝ ਪਾ ਦਿੱਤਾ ਗਿਆ ਕਿ ਇੰਡਸਟਰੀ ਦੀ ਇਹ ਹੈਂਡਮੇਡ ਨਾ, ਗਲਤ ਗੱਲ ਹੈ। ਹਾਰਵਰਡ ਦੇ ਇੱਕ ਪ੍ਰੈਜ਼ੀਡੈਂਟ ਨੂੰ ਪੁੱਛਿਆ ਗਿਆ ਸੀ ਯੂਨੀਵਰਸਿਟੀਆਂ ਕਾਹਦੇ ਲਈ ਹੈ, ਤੁਹਾਡੇ ਵਿਦਿਆਰਥੀਆਂ ਨੂੰ ਇੰਪਲੋਇਮੈਂਟ ਮਿਲਦੀ ਹੈ ਕਿ ਨਹੀਂ? ਉਹ ਕਹਿੰਦਾ ਯੂਨੀਵਰਸਿਟੀਆਂ ਨੌਕਰੀਆਂ ਲਈ ਨਹੀਂ ਹੁੰਦੀਆਂ, ਉਹਦੇ ਲਈ ਪੋਲੀਟੈਕਨਿਕ ਤੇ ITI ਹੁੰਦੇ ਹੈ। ਯੂਨੀਵਰਸਿਟੀਆਂ ਹੁੰਦੀਆਂ ਫॉर द ਸੇਕ ਆਫ ਲਰਨਿੰਗ ਓਨਲੀ। ਨਾਓ ਲਰਨਿੰਗ ਵਿਲ ਪ੍ਰੋਡਿਊਸ ਐਮਪਲੋਇਮੈਂਟ ਆਫ ਇਟਸ ਓਨ। ਇਹ ਸਾਨੂੰ ਸਵਾਲਾਂ ਦੇ ਉੱਪਰ ਮੁੜ ਕੇ ਸੋਚਣ ਦੀ ਲੋੜ ਹੈ। ਆਪਾਂ ਇੱਥੇ ਗੱਲ ਸ਼ੁਰੂ ਕਰਦੇ। ਜਦੋਂ ਤੁਸੀਂ ਐਥਨਸ ਦੀ ਗੱਲ ਕਰਦੇ ਹੋ ਤੇ ਉਹਦੇ ਵਿੱਚ ਮੇਰੀ ਯਾਦ ਦੇ ਵਿੱਚ ਜਿਹੜਾ ਪੰਜਾਬ ਦਾ ਜਿਹੜੀ ਰੀਤ ਹੈ, ਉਹਦੇ ਵਿੱਚ ਰੁਚੀ ਰਾਮ ਸਾਹਨੀ ਆਉਂਦੇ ਨੇ, ਜਿਹੜੇ 1980ਵਿਆਂ ਦੇ ਦਹਾਕੇ ਦੇ ਵਿੱਚ ਲਾਹੌਰ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ ਕਿ ਜਿਹੜੀ ਕੌਮੀ ਮੁਕਤੀ ਲਹਿਰ ਹੈ, ਜੇ ਉਹਨੇ ਸਿਆਸੀ ਮੁਕਤੀ ਦੀ ਗੱਲ ਕਰਨੀ ਹੈ ਤੇ ਇਸ ਮੁਲਕ ਦੇ ਵਿੱਚ ਗਿਆਨ ਕਿਵੇਂ ਪੈਦਾ ਕਰਨਾ ਹੈ, ਕਿਵੇਂ ਵਰਤਾਇਆ ਜਾਣਾ ਹੈ, ਜਿਹਦੇ ਵਿੱਚੋਂ ਉਹ ਲਾਲਟਨ ਦਾ ਪ੍ਰੋਜੈਕਟਰ ਬਣਾਉਂਦੇ ਨੇ, ਲੋਕਾਂ ਨਾਲ ਉਹ ਗੱਲ ਕਰਦੇ ਨੇ। ਇਹ ਦਿਲਚਸਪ ਗੱਲ ਹੈ ਕਿ ਜਿੰਨੀ ਉਹ ਲਰਨਿੰਗ ਦੇ ਬਾਰੇ ਗੱਲ ਕਰਦੇ ਨੇ ਕਿ ਕਿਵੇਂ ਲੋਕਾਂ ਤੱਕ ਜਾਇਆ ਜਾਣਾ ਚਾਹੀਦਾ, ਉਹੀ ਸਾਰੀ ਤਕਨੀਕ, ਉਹੀ ਸਾਰੇ ਤਰੀਕੇ 20 ਸਾਲ ਮਗਰੋਂ ਭਗਤ ਸਿੰਘ ਅਜਮਾਉਂਦੇ ਨੇ। ਉਹੀ ਪ੍ਰੋਜੈਕਟਰ ਉਹਨਾਂ ਦੇ ਕੰਮ ਆਉਂਦਾ ਹੈ, ਉਹੀ ਯੂਨੀਵਰਸਿਟੀਆਂ ਦੇ ਵਿੱਚੋਂ ਵਿਦਿਆਰਥੀ ਆਉਂਦੇ ਨੇ। ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕੌਮੀ ਮੁਕਤੀ ਲਹਿਰ ਦੇ ਵਿੱਚ ਇੱਕ ਵੱਡਾ ਜਿਹੜਾ ਸੁਪਨਾ ਆਜ਼ਾਦੀ ਦਾ ਸਿਰਜਿਆ ਜਾਂਦਾ, ਉਹਦੇ ਲਈ ਵਿਦਿਅਕ ਅਦਾਰੇ ਅਹਿਮ ਨੇ। ਉਹ ਤੋਂ ਬਾਅਦ ਕੌਮੀ ਮੁਕਤੀ ਤੋਂ ਬਾਅਦ ਜਦੋਂ
ਕਿਤੇ ਵੀ ਇਸ ਗੱਲ ਦੀ ਗੱਲ ਤੁਰਦੀ ਹੈ ਕਿ ਕੌਮੀ ਮੁਕਤੀ ਲਹਿਰ ਦਾ ਇਹ ਵਾਅਦਾ ਹੈ ਤੇ ਇਹ ਕਾਰਗੁਜ਼ਾਰੀ ਹੈ, ਤੇ ਇਹਦੇ ਵਿੱਚ ਜਿਹੜਾ ਖੱਪਾ ਹੈ ਉਹ ਹਕੂਮਤ ਨੇ ਕਿਵੇਂ ਪੂਰਾ ਕਰਨਾ, ਜਾਂ ਹਕੂਮਤ ਦਾ ਜਿਹੜਾ ਅਦਾਰਿਆਂ ਨਾਲ ਕਿਸ ਕਿਸਮ ਦਾ ਰਿਸ਼ਤਾ। ਹਕੂਮਤ ਜਿਵੇਂ ਤੁਸੀਂ ਕਿਹਾ ਕਿ ਉਹ ਫੈਕਟਰੀ ਤਾਂ ਨਹੀਂ ਹੋ ਸਕਦੀ ਜਿਹਨੂੰ ਤੁਸੀਂ ਜੋ ਪੋਲੀਟੈਕਨਿਕ ਤੋਂ ਤਵੱਕੋ ਕਰਦੇ ਹੋ, ਜਾਂ ਤੁਸੀਂ ਉਸ ਕਿਸਮ ਦੀ ਵੀ ਨਹੀਂ ਹੋ ਸਕਦੀ ਤੁਸੀਂ ਇੰਨੇ ਪੈਸੇ ਲਾਏ ਨੇ ਇੰਨੇ ਵਿਦਿਆਰਥੀ ਪੈਦਾ ਕਰੋ ਤੇ ਵਾਪਸ ਇਹ ਕਰੋ, ਉਹ ਮੁਨਾਫੇ ਦਾ ਵੀ ਇੱਕ ਉਹ ਨਹੀਂ ਹੋ ਸਕਦਾ। ਸੋ ਉਸ ਹਿਸਾਬ ਨਾਲ ਤਾਂ ਹਕੂਮਤ ਨਾਲ ਜਾਂ ਰਿਆਸਤ ਨਾਲ ਜਿਹੜਾ ਵਿਦਿਅਕ ਅਦਾਰੇ ਦਾ ਰਿਸ਼ਤਾ ਹੈ ਉਹ ਇੱਕ ਇਖਲਾਕੀ ਰਿਸ਼ਤਾ ਹੈ। ਕੀ ਇਹ ਠੀਕ ਹੈ? ਜੇ ਇਹ ਨਹੀਂ ਠੀਕ ਹੈ ਤੇ ਇਹਦੇ ਵਿੱਚ ਕਿੱਥੇ ਗੜਬੜ ਹੈ? ਪ੍ਰੋਗਰੈਸਿਵਲੀ ਕਮ ਸੇ ਕਮ ਸਾਡੇ ਦੇਸ਼ ਦੇ ਵਿੱਚ ਯੂਨੀਵਰਸਿਟੀਆਂ ਦੀ ਆਟੋਨੋਮੀ ਖਤਮ ਕੀਤੀ ਗਈ ਹੈ, ਔਰ ਉਸ ਦੇ ਖਤਮ ਹੋਣ 'ਤੇ ਯੂਨੀਵਰਸਿਟੀਆਂ ਦਾ ਆਪਣਾ ਰੋਲ ਵੀ ਰਿਹਾ ਹੈ। ਉਹ ਰੋਲ ਇਸ ਤਰ੍ਹਾਂ ਰਿਹਾ ਹੈ ਕਿ ਅਧਿਆਪਕਾਂ ਨੂੰ ਇੰਨੇ ਕੁ ਪੈਸੇ ਮਿਲਣ ਲੱਗ ਪਏ ਔਰ ਇਸ ਤਰ੍ਹਾਂ ਅਹੁਦੇ ਮਿਲਣ ਲੱਗ ਪਏ ਕਿ ਵਿਦਿਆਰਥੀਆਂ ਨੂੰ ਉਹ ਇੰਡੀਪੈਂਡੈਂਟ ਥਿੰਕਰ ਬਣਾਉਣ ਦੀ ਬਜਾਏ ਡੋਮੀਨੈਂਟ ਕਲਾਸਿਸ ਔਰ ਹੈਜੀਮੋਨਿਕ ਗਰੁੱਪਸ ਦੇ ਫਾਲੋਅਰ ਬਣਾਉਣ ਦਾ ਕੰਮ ਕਰਨ ਲੱਗ ਪਏ। ਸਿਲੇਬਸ ਦੇਖ ਲਓ, ਸਾਡੇ ਤੇ ਕਈ ਵਾਰੀ ਗੱਲ ਆਉਂਦੀ ਹੈ ਕਿ ਯੂਨੀਵਰਸਿਟੀਜ਼ UGC ਦਾ ਸਿਲੇਬਸ ਫੋਲੋ ਕਰਨ। UGC ਦਿੱਲੀ ਬੈਠ ਕੇ ਸਿਲੇਬਸ ਬਣਾਉਂਦੀ, ਮੈਨੂੰ ਤਾਂ ਪੰਜਾਬ ਯੂਨੀਵਰਸਿਟੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਦਿੱਕਤ ਹੈ, CBSE ਨਾਲ ਦਿੱਕਤ ਹੈ। ਦਿੱਲੀ ਵਾਲਾ ਸਿਲੇਬਸ ਪਟਿਆਲੇ ਨਹੀਂ ਚੱਲ ਸਕਦਾ, ਪਟਿਆਲੇ ਵਾਲਾ ਸਮਾਣੇ ਨਹੀਂ ਚੱਲ ਸਕਦਾ। ਤੁਹਾਨੂੰ ਇਹ ਪ੍ਰੋਪੋਰਸ਼ਨ ਸੈੱਟ ਕਰਨੀ ਪਏਗੀ ਕਿ ਲੋਕਲ ਕੰਡੀਸ਼ਨਸ ਦੇ ਵਿੱਚ ਵਿਦਿਆਰਥੀਆਂ ਦੀ ਲੋੜਾਂ ਔਰ ਟੀਚਰ ਦੀਆਂ ਲੋੜਾਂ ਤੇ ਸਮਾਜ ਦੀਆਂ ਲੋੜਾਂ ਨਾਲ ਯੂਨੀਵਰਸਲ ਪਰਪਸਿਸ ਨੂੰ ਜੋੜਨਾ ਕਿੱਦਾਂ। ਔਰ ਇਹ ਤਾਂ ਹੀ ਹੋ ਸਕਦਾ ਕਿ ਲਗਾਤਾਰ ਚੇਂਜ ਕਰਨ ਵਾਲਾ ਔਰ ਚੈਲੰਜ ਕਰਨ ਵਾਲਾ ਤਸੱਵੁਰ ਕੀਤਾ ਜਾਏ ਸਾਰੀਆਂ ਵਿਦਿਆ ਦੇ ਸਾਰੇ ਵਿਦਿਆ ਦੇ ਅਦਾਰਿਆਂ ਦਾ, ਯੂਨੀਵਰਸਿਟੀ ਤੋਂ ਲੈ ਕੇ ਨਰਸਰੀ ਤੱਕ ਸਭ ਦੀ ਲੋੜ ਹੈ। ਰਾਜੀਵ, ਜਿਹੜੀ ਰਜੇਸ਼ ਹੋਣਾ ਨੇ ਸਾਰੀਆਂ ਗੱਲਾਂ ਕੀਤੀਆਂ, ਜੇ ਆਪਾਂ ਲਈਏ ਕਿ ਵੀ ਪੋਸਟ ਕਲੋਨੀਅਲ ਸਟੇਟ ਦੇ ਵਿੱਚ ਜੋ ਹੋ ਰਿਹਾ, ਜੋ ਪ੍ਰੋਮਿਸ ਹੈ ਉਹਦੀ ਗੱਲ ਹੈ, ਤੇ ਦੂਜੀ ਗੱਲ ਇਹ ਹੈ ਕਿ ਉਹੀ ਯੂਨੀਵਰਸਿਟੀਆਂ ਦੇ ਵਿੱਚ 60ਵਿਆਂ ਦੇ ਦੌਰ ਦੇ ਵਿੱਚ, 70ਵਿਆਂ ਦੇ ਦੌਰ ਦੇ ਵਿੱਚ, 80ਵਿਆਂ ਦਾ ਦੌਰ ਦੇ ਵਿੱਚ ਬਹੁਤ ਸਾਰੇ ਸਵਾਲ ਹੋਏ ਕਿ ਰਿਆਸਤ ਕਿਸ ਕਿਸਮ ਦੀ ਹੈ, ਸਾਡੇ ਸਮਾਜ ਦੇ ਵਿੱਚ ਗਲਵੇ ਕਿਸ ਕਿਸਮ ਦੇ ਨੇ, ਤੇ ਤੁਸੀਂ ਕਿਉਂਕਿ ਉਸ ਕਿਸਮ ਦੀ ਸਿਆਸਤ ਦੇ ਵਿੱਚੋਂ ਆਏ ਹੋ, ਉਸ ਕਿਸਮ ਦੀ ਕਲਾ ਤੁਸੀਂ ਕਰਦੇ ਹੋ, ਤੁਹਾਡੀ ਜਿਹੜੀ ਕਲਾ ਹੈ, ਤੁਹਾਡੀ ਜਿਹੜੀ ਪਹਿਲੀ ਫਿਲਮ ਹੈ ਪੰਜ ਕਲਿਆਣੀ ਉਹਦਾ ਨਾਂ ਹੈ, ਤੇ ਉਹ ਪੰਜ ਕਲਿਆਣੀ ਦੇ ਵਿੱਚ ਕਿਰਦਾਰ ਹੈ ਜਿਹੜਾ ਬਾਰ-ਬਾਰ ਇਹ ਗੱਲ ਕਰਦਾ ਕਿ ਵੀ ਮੈਂ ਕੁਝ ਪੜ੍ਹ ਗਿਆ ਤੇ ਹੁਣ ਮੈਂ ਸਵਾਲ ਪੁੱਛੂੰਗਾ। ਜਦੋਂ 80ਵਿਆਂ ਦੇ ਆਖਿਰ ਦੇ ਵਿੱਚ, 90ਵਿਆਂ ਦੇ ਆਖਿਰ ਦੇ ਵਿੱਚ ਕਿਸੇ ਕਲਾਕਾਰ ਦੇ ਦਿਮਾਗ ਦੇ ਵਿੱਚ ਇੱਕ ਕਹਾਣੀ ਆਉਂਦੀ ਹੈ, ਇੱਕ ਕਿਰਦਾਰ ਆਉਂਦਾ ਹੈ, ਉਹਦੇ ਪਿਛੋਕੜ ਦੇ ਵਿੱਚ ਕੀ ਹੈ, ਕਿਉਂ ਆਉਂਦਾ ਹੈ? ਮੈਂ ਇਹਦਾ ਜਵਾਬ ਇਸ ਤਰੀਕੇ ਨਾਲ ਦੇਣਾ ਚਾਹੂੰਗਾ ਕਿ ਪੰਜ ਕਲਿਆਣੀ ਜਿਹੜੀ ਫਿਲਮ ਸੀਗੀ ਉਹ ਮੈਂ ਜਦੋਂ ਪੰਜਾਬ ਯੂਨੀਵਰਸਿਟੀ 'ਚ ਪੜ੍ਹ ਰਿਹਾ ਸੀ, ਪਹਿਲੇ ਸਾਲ ਦੀ ਪੜ੍ਹਾਈ ਖਤਮ ਹੋ ਗਈ ਸੀ, ਉਦੋਂ ਅਸੀਂ ਬਣਾਈ ਸੀ। ਅਤੇ ਉਹ ਗੁਰਸ਼ਨ ਸਿੰਘ ਉਹਨਾਂ ਦਾ ਇੱਕ ਨਾਟਕ ਸੀਗਾ ਜਗਰੂਪ ਸਿੰਘ ਰੂਪ ਦੀ ਕਹਾਣੀ 'ਤੇ, ਅਤੇ ਉਹਦੇ 'ਤੇ ਆਧਾਰ ਸੀਗਾ, ਅਤੇ ਜਿਹਦਾ ਬੇਸਿਕ ਥੀਮ ਇਹ ਸੀ ਕਿ ਪਿੰਡ ਦੇ ਲੋਕਾਂ ਨੂੰ ਲੋਕਲ ਜਿਹੜਾ ਹੈਗਾ ਮਨੀ ਲੈਂਡਰ ਉਹ ਐਕਸਪਲਾਇਟ ਕਰ ਰਿਹਾ ਕਿਉਂਕਿ ਉਹ ਇਨਫੋਰਮਡ ਨਹੀਂ ਗੇ, ਉਹਨਾਂ ਕੋਲ ਜਾਣਕਾਰੀ ਨਹੀਂ ਗੀ, ਮਤਲਬ ਕਹਿ ਲਓ ਜੇ ਅੱਜ ਦੀ ਭਾਸ਼ਾ 'ਚ ਕਹਿਣਾ ਅਤੇ ਉਸ ਵੇਲੇ ਦੀ ਭਾਸ਼ਾ 'ਚ ਕਹਿਣਾ ਤਾਂ ਉਹ ਪੜ੍ਹੇ ਲਿਖੇ ਨਹੀਂ ਸੀ। ਉੱਥੇ ਇੱਕ ਟੀਚਰ ਆਉਂਦਾ, ਬਦਲੀ ਹੋ ਕੇ ਆਉਂਦਾ ਨਵਾਂ ਟੀਚਰ, ਅਤੇ ਉਹ ਉੱਥੇ ਉਸ ਪਿੰਡ 'ਚ ਹੀ ਰਹਿਣ ਦਾ ਫੈਸਲਾ ਕਰਦਾ। ਉਹ ਸਵੇਰ ਵੇਲੇ ਬੱਚਿਆਂ ਨੂੰ ਪੜ੍ਹਾਉਂਦਾ ਸਕੂਲ ਦੇ ਵਿੱਚ, ਅਤੇ ਸ਼ਾਮ ਵੇਲੇ ਉਹ ਪਿੰਡ ਦੇ ਜਿਹੜੇ ਵੱਡੀ ਉਮਰ ਦੇ ਲੋਕ ਨੇ ਜਿਹੜੇ ਕਿਸੇ ਕਾਰਨ ਕਰਕੇ ਨਹੀਂ ਪੜ੍ਹ ਸਕੇ ਉਹਨਾਂ ਨੂੰ ਪੜ੍ਹਾਉਂਦਾ। ਅਤੇ ਪੜ੍ਹਾਈ ਉਹ ਦੋ ਤਰ੍ਹਾਂ ਦੀ ਕਰਵਾਉਂਦਾ, ਇੱਕ ਤਾਂ ਜਿਹੜੀ ਰਵਾਇਤੀ ਪੜ੍ਹਾਈ ਹੈਗੀ ਹੈ ਉਹ ਕਰਵਾਉਂਦਾ, ਪਰ ਨਾਲ ਦੀ ਨਾਲ ਸਮਾਜ ਕੀ ਹੈ, ਉਹਦੀ ਸਟਰਕਚਰ ਕੀ ਹੈ, ਕੌਣ ਬੰਦਾ ਕਿਵੇਂ ਹੈ, ਕਿਹੜਾ ਅਮੀਰ ਹੈ ਕਿਹੜਾ ਗਰੀਬ ਹੈ, ਗਰੀਬ ਕਿਉਂ ਹੈ, ਅਮੀਰ ਕਿਉਂ ਹੈ, ਅਤੇ ਉਹ ਪੜ੍ਹਾਉਂਦਾ। ਅਤੇ ਉਹਦੇ 'ਚ ਬਹੁਤ ਸਾਰੇ ਬੰਦੇ ਉਹਦੇ ਤੋਂ ਪੜ੍ਹ ਕੇ ਇੰਸਪਾਇਰ ਹੋ ਕੇ ਜਿਹੜੀ ਜਾਣਕਾਰੀ ਉਹਨਾਂ ਦੇ ਕੋਲ ਨਹੀਂ ਹੁੰਦੀ ਅਤੇ ਉਹ ਲੁੱਟੇ ਜਾ ਰਹੇ ਹੁੰਦੇ ਆ, ਜਦੋਂ ਉਹ ਜਾਣਕਾਰੀ ਆਉਂਦੀ ਹੈ ਤਾਂ ਉਹ ਜਿਹੜਾ ਸਮਾਜੀ ਸਟਰਕਚਰ ਹੈਗਾ ਉਹਨੂੰ ਸਵਾਲ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਇਹ ਕੰਮ ਕਿਉਂਕਿ ਮੈਂ ਉਦੋਂ ਆਪ ਯੂਨੀਵਰਸਿਟੀ ਪੜ੍ਹ ਰਿਹਾ ਸੀ, ਗੁਰਸ਼ਨ ਸਿੰਘ ਉਹਨਾਂ ਨਾਲ ਨਾਟਕ ਕਰ ਰਿਹਾ ਸੀ, ਉਦੋਂ ਸ਼ਾਇਦ ਬਹੁਤਾ ਸੋਚ ਸਮਝ ਕੇ ਨਹੀਂ ਕੀਤਾ, ਪਰ ਮੈਨੂੰ ਲੱਗਿਆ ਕਿ ਇੱਦਾਂ ਹੋਣਾ ਚਾਹੀਦਾ। ਸੋ ਇਹ ਮੇਰੀ ਪਹਿਲੀ ਫਿਲਮ ਸੀਗੀ, ਪਰ ਉਸ ਤੋਂ ਬਾਅਦ ਵੀ ਲਗਾਤਾਰ ਮੈਂ ਜਿੰਨੀਆਂ ਵੀ ਫਿਲਮਾਂ ਬਣਾਈਆਂ ਉਹਦੇ ਵਿੱਚ ਸਬਕੌਂਸ਼ੀਅਸਲੀ ਮੇਰੇ ਕਰੈਕਟਰ ਯੂਨੀਵਰਸਿਟੀਜ਼ ਤੋਂ ਪੜ੍ਹੇ, ਪਰ ਪੜ੍ਹਨ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਪ੍ਰਿਵਿਲੇਜ ਹਾਂ, ਅਸੀਂ ਯੂਨੀਵਰਸਿਟੀ ਤੱਕ ਪਹੁੰਚ ਗਏ, ਅਸੀਂ ਇੱਥੇ ਆ ਕੇ ਜਾਣਕਾਰੀ ਹਾਸਲ ਕੀਤੀ, ਵਿਜ਼ਡਮ ਹਾਸਲ ਕੀਤੀ,
ਤਾਂ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਜੋ ਬੰਦੇ ਇਹ ਜਾਣਕਾਰੀ, ਇਹ ਵਿਜ਼ਡਮ ਨਹੀਂ ਹਾਸਲ ਕਰ ਸਕੇ, ਉਹਨਾਂ ਨਾਲ ਸਾਂਝੀ ਕਰੀਏ ਜਾ ਕੇ। ਕਿਉਂਕਿ ਜੇ ਉਹਨਾਂ ਨੂੰ ਇਹ ਵਿੱਦਿਆ ਮਿਲੂਗੀ ਤਾਈਓ ਸੋਸਾਇਟੀ ਜਿਹੜੀ ਹੈਗੀ ਆ ਬੈਟਰ ਹੋਊਗੀ, ਉਹਨਾਂ ਦੀ ਜ਼ਿੰਦਗੀ ਬੈਟਰ ਹੋਊਗੀ। ਮੇਰੇ ਕਰੈਕਟਰਸ ਨੇ ਇਹ ਕਦੇ ਨਹੀਂ ਸੋਚਿਆ ਕਿ ਚਲੋ ਹੁਣ ਯੂਨੀਵਰਸਿਟੀ ਤੋਂ ਪੜ੍ਹ ਗਏ, ਹੁਣ ਕੋਈ ਜੁਗਾੜ ਕਰਕੇ ਨੌਕਰੀ ਲੈ ਲਈਏ ਅਤੇ ਫਿਰ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਨੌਕਰੀ ਦਵਾ ਦਈਏ। ਨੈਵਰ। ਜੇ ਤੁਸੀਂ ਚੰਮ ਦੇਖੋਗੇ, ਉਹਦੇ 'ਚ ਕੁੜੀ ਵੈਟਨਰੀ ਕਾਲਜ ਤੋਂ ਪੜ੍ਹਦੀ ਹੈ, ਉਹਦਾ ਬॉयਫ੍ਰੈਂਡ ਹੈ, ਉਹ ਸਟੂਡੈਂਟ ਯੂਨੀਅਨ 'ਚ ਐਕਟਿਵ ਹੁੰਦੀ ਹੈ, ਉਹਦਾ ਬॉयਫ੍ਰੈਂਡ ਉਹ ਤੋਂ ਇੰਪ੍ਰੈਸ ਹੁੰਦਾ, ਦੇ ਫਾਲ ਇਨ ਲਵ, ਪਿਆਰ ਹੋ ਜਾਂਦਾ। ਪਰ ਉਹ ਮੁੰਡਾ ਉਹਨੂੰ ਕਹਿੰਦਾ ਵੀ ਯਾਰ ਠੀਕ ਹੈ, ਐਕਟਿਵਿਜ਼ਮ ਯੂਨੀਵਰਸਿਟੀ ਲੈਵਲ 'ਤੇ ਠੀਕ ਹੈ, ਹੁਣ ਆਪਾਂ ਡਿਗਰੀਆਂ ਕਰ ਲਈਆਂ ਅਤੇ ਮੇਰੇ ਫਾਦਰ ਦੀ ਵਧੀਆ ਸ਼ਹਿਰ ਦੇ ਵਿੱਚ ਵੈਟਨਰੀ ਦਾ ਪ੍ਰੈਕਟਿਸ ਚੱਲਦੀ ਹੈ ਅਤੇ ਆਪਾਂ ਉੱਥੇ ਸ਼ੁਰੂ ਕਰਦੇ ਹਾਂ। ਅਤੇ ਉਹ ਕਹਿੰਦੀ ਨਹੀਂ, ਮੈਂ ਹਮੇਸ਼ਾ ਸੋਚਿਆ ਕਿ ਮੈਂ ਵੈਟਨਰੀ ਦੀ ਵੈਸੇ ਤਾਂ ਮੈਂ MBBS ਕਰਨਾ ਚਾਹੁੰਦੀ ਸੀ, ਉਹ ਹੋ ਨਹੀਂ ਸਕੀ, ਪਰ ਮੈਂ ਪਿੰਡ 'ਚ ਹੀ ਕੰਮ ਕਰਨਾ ਹੈ। ਅਤੇ ਪਿੰਡ 'ਚ ਕੰਮ ਕਰਦੀ ਹੈ ਉਹ ਸਿਰਫ ਜਿਹੜਾ ਉਹਦਾ ਪ੍ਰੋਫੈਸ਼ਨਲ ਕੰਮ ਹੈ, ਉਸ ਤੋਂ ਇਲਾਵਾ ਲੋਕਾਂ ਨੂੰ ਐਜੂਕੇਟ ਕਰਨ ਦਾ, ਕਿਉਂਕਿ ਉਹਨੇ ਯੂਨੀਵਰਸਿਟੀ 'ਚ ਬਹੁਤ ਕੁਛ ਗਿਆਨ ਹਾਸਲ ਕੀਤਾ ਜਿਹੜਾ ਲੋਕਾਂ ਕੋਲ ਨਹੀਂ ਗਾ। ਸੋ ਮੇਰੇ ਬਹੁਤ ਸਾਰੇ ਕਰੈਕਟਰਸ ਯੂਨੀਵਰਸਿਟੀਆਂ ਤੋਂ ਪਿੰਡਾਂ 'ਚ ਜਾਂਦੇ ਨੇ। ਹੁਣ ਇਹ ਮੇ ਵੀ ਅੰਬੇਦਕਰ ਸਾਹਿਬ, ਜਦੋਂ ਮੈਂ ਬਾਅਦ 'ਚ ਪੜ੍ਹਿਆ, ਉਹਨਾਂ ਨੇ ਵੀ ਇਹ ਗੱਲ ਕੀਤੀ, ਜਾਂ ਜਦੋਂ ਚਾਈਨਾ ਦੇ ਵਿੱਚ ਕਲਚਰਲ ਰੈਵੋਲੂਸ਼ਨ ਹੁੰਦਾ ਉਦੋਂ ਵੀ ਇਸੇ ਕਿਸਮ ਦੀ ਗੱਲ ਹੋਈ ਕਿ ਬੈਲੈਂਸ ਤਾਈਓ ਹੋਏਗਾ ਜਿਨ੍ਹਾਂ ਨੇ ਜੋ ਗਿਆਨ ਹਾਸਲ ਕੀਤਾ ਜਾਂ ਜਿਨ੍ਹਾਂ ਨੇ ਦੂਜਿਆਂ ਤੋਂ ਵੱਧ ਜਦੋਂ ਅਚੀਵ ਕਰ ਲਿਆ, ਉਹਨਾਂ ਦਾ ਫਰਜ਼ ਬਣਦਾ ਕਿ ਉਹ ਜਾ ਕੇ ਬਾਕੀ ਬੰਦਿਆਂ ਦੇ ਨਾਲ ਸਾਂਝਾ ਕਰਨ। ਅਤੇ ਇਹ ਮੈਂ ਸਬਕੌਂਸ਼ੀਅਸਲੀ ਕਰ ਰਿਹਾ ਸੀ। 2015 'ਚ ਮੈਨੂੰ ਪੈਰਿਸ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਐਫਲ ਟਾਵਰ ਵਗੈਰਾ ਦੇਖ ਕੇ ਮੈਨੂੰ ਲੱਗਿਆ ਕਿ ਯਾਰ ਪੈਰਿਸ ਇੱਦਾਂ ਦੀ ਜਗ੍ਹਾ, ਜਾਂ ਫਰਾਂਸ ਇੱਦਾਂ ਦੀ ਜਗ੍ਹਾ ਜਿੱਥੇ ਸਟੂਡੈਂਟ ਐਕਟਿਵਿਜ਼ਮ ਬਹੁਤ ਕਮਾਲ ਦਾ ਹੋਇਆ, ਮਤਲਬ ਸਟੂਡੈਂਟਸ ਨੇ ਕਮਾਲ ਦੀਆਂ ਲੜਾਈਆਂ ਲੜੀਆਂ। ਅਤੇ ਮੈਨੂੰ ਲੱਗਿਆ ਕਿ ਯਾਰ ਮੈਂ ਇੱਥੋਂ ਦੀ ਯੂਨੀਵਰਸਿਟੀ ਦੇਖਾਂ ਜਾ ਕੇ, ਬਾਕੀ ਦੀਆਂ ਚੀਜ਼ਾਂ ਤਾਂ ਚਲੋ ਕੋਈ ਏਡੀ ਵੱਡੀ ਗੱਲ ਨਹੀਂ। ਅਤੇ ਮੈਂ ਪੈਫਲੈਂਟ ਚੈੱਕ ਕਰ ਰਿਹਾ ਸੀ ਜਿਸ 'ਚ ਦੇਖਣ ਵਾਲੀਆਂ ਚੀਜ਼ਾਂ ਦੀ ਜਾਣਕਾਰੀ ਦਿੱਤੀ ਹੁੰਦੀ ਹੈ। ਅਤੇ ਜਦੋਂ ਮੈਂ ਯੂਨੀਵਰਸਿਟੀ ਦੀ ਜਾਣਕਾਰੀ ਚੈੱਕ ਕੀਤੀ ਕਿ ਯੂਨੀਵਰਸਿਟੀ ਬਾਰੇ ਉੱਥੋਂ ਦੇ ਲੋਕ ਕੀ ਸਮਝਦੇ ਨੇ ਕਿ ਯੂਨੀਵਰਸਿਟੀ ਕੀ ਹੈ, ਤਾਂ ਉਹਦੇ 'ਚ ਲਿਖਿਆ ਸੀ ਉਹ ਜਗ੍ਹਾ ਜਿੱਥੇ ਪਿਛਲੇ ਸੈਂਕੜੇ ਸਾਲਾਂ ਤੋਂ ਜ਼ਿੰਦਗੀ ਨੂੰ, ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕੀਤਾ ਜਾ ਰਿਹਾ। ਅਤੇ ਮੈਂ ਇੱਕਦਮ ਤਾਂ ਹੈਰਾਨ ਹੋ ਗਿਆ। ਮੈਂ ਕਿਹਾ ਓਕੇ, ਇਹ ਹੈ ਯੂਨੀਵਰਸਿਟੀ। ਕਿਉਂਕਿ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਸੀ, ਜਿਹੜਾ ਮੇਰਾ ਵਿਚਾਰ ਸੀ ਉਹ ਤਾਂ ਮੈਨੂੰ ਇਹ ਲੱਗਦਾ ਸੀ, ਕਿਉਂਕਿ ਮੈਂ ਗੁਰਸ਼ਰਨ ਸਿੰਘ ਉਹਨਾਂ ਨਾਲ ਆਇਆ, ਮੇਰੀ ਆਪਣੀ ਥੋੜ੍ਹੀ ਲੈਫਟ ਦੀ ਟ੍ਰੇਨਿੰਗ ਹੈ, ਤਾਂ ਮੈਨੂੰ ਇਹ ਲੱਗਦਾ ਕਿ ਯਾਰ ਇੱਥੋਂ ਪੜ੍ਹ ਕੇ ਸਾਨੂੰ ਪਿੰਡਾਂ 'ਚ ਜਾਣਾ ਚਾਹੀਦਾ। ਜਿਹੜੇ ਬੰਦਿਆਂ ਕੋਲ ਇਹ ਚੀਜ਼ਾਂ ਨਹੀਂ, ਸਾਨੂੰ ਉਹਨਾਂ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ। ਜਿਹੜੀ ਜਾਣਕਾਰੀ ਸਾਡੇ ਕੋਲ ਹੈ ਉਹ ਉਹਨਾਂ ਤੱਕ ਜਾਣੀ ਚਾਹੀਦੀ ਹੈ। ਪਰ ਮੈਨੂੰ ਲੱਗਿਆ ਵੀ ਇਹ ਮੇਰਾ ਇੱਕ ਇੰਡੀਵਿਜੂਅਲ ਐਫਰਟ ਹੈਗੀ ਹੈ, ਕਿਉਂਕਿ ਮੈਂ ਉੱਦਾਂ ਦੀ ਬੈਕਗਰਾਊਂਡ 'ਚ ਆਉਂਦਾ। ਮੇ ਵੀ ਇਹ ਸਪੇਸ ਦੀ ਗੱਲ ਨਹੀਂ ਗੀ, ਇਹ ਯੂਨੀਵਰਸਿਟੀ ਦੀ ਨਹੀਂ ਗੀ ਇਹ ਜ਼ਰੂਰਤ, ਇਹ ਸ਼ਾਇਦ ਮੇਰੀ ਜ਼ਰੂਰਤ ਹੈ। ਪਰ ਜਦੋਂ ਮੈਂ ਪੈਰਿਸ 'ਚ ਯੂਨੀਵਰਸਿਟੀ ਦੀ ਡੈਫੀਨੇਸ਼ਨ ਇਹ ਪੜ੍ਹੀ, ਮੈਨੂੰ ਲੱਗਿਆ ਇਹ ਹੈ ਡੈਫੀਨੇਸ਼ਨ। ਜਿੱਦਾਂ ਸਰ ਨੇ ਕਿਹਾ ਕਿ ਯੂਨੀਵਰਸਿਟੀ ਇੱਦਾਂ ਦੀ ਸਪੇਸ ਹੈ ਜਿੱਥੇ ਅਲੱਗ-ਅਲੱਗ ਵਿਚਾਰਧਾਰਾ ਦੇ ਲੋਕ ਆ ਕੇ ਇਮਾਨਦਾਰੀ ਦੇ ਨਾਲ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਦੇ ਆ, ਬਹਿਸ ਕਰਦੇ ਆ, ਲੜਦੇ ਆ, ਪਰ ਮਕਸਦ ਇਹ ਹੁੰਦਾ ਕਿ ਜ਼ਿੰਦਗੀ ਨੂੰ ਬਿਹਤਰ ਕਿਵੇਂ ਬਣਾਉਣਾ। ਸਿਰਫ ਉਹਨਾਂ ਦੀ ਆਪਣੀ ਜ਼ਿੰਦਗੀ ਨਹੀਂ ਵੀ ਜੌਬ 'ਤੇ ਲੱਗ ਗਏ ਅਤੇ ਜ਼ਿੰਦਗੀ ਬਿਹਤਰ ਬਣਾ ਲਈ ਜਾਂ ਕੋਈ ਹੋਰ ਜੁਗਾੜਬਾਜ਼ੀ ਕਰ ਲਈ। ਸਾਰੇ ਸਮਾਜ ਨੂੰ ਬਿਹਤਰ ਕਿਵੇਂ ਬਣਾਉਣਾ, ਸਾਰੇ ਸਮਾਜ ਦੀ ਜ਼ਿੰਦਗੀ ਕਿਵੇਂ ਬਿਹਤਰ ਬਣਾਉਣੀ ਆ, ਇਹਦੇ ਪਿੱਛੇ ਉਹ ਲੜਦੇ ਨੇ। ਇੱਕ ਚੀਜ਼ ਹੋਰ ਇੱਥੇ ਸਾਂਝੀ ਕਰੂੰਗਾ। ਜਦੋਂ ਫਿਰ ਮੈਨੂੰ ਆਪ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ, ਇੱਕ ਪ੍ਰਾਈਵੇਟ ਯੂਨੀਵਰਸਿਟੀ, ਇੰਡੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ, ਅਤੇ ਮੈਨੂੰ ਲੱਗਿਆ ਕਿ ਮੈਂ ਯੂਨੀਵਰਸਿਟੀ ਦੀ ਸਪੇਸ ਨੂੰ ਜਿੱਦਾਂ ਦੇਖਦਾ, ਇਹ ਜਿਹੜੀ ਇਹਦੀ ਮੈਨੇਜਮੈਂਟ ਹੈ ਇਹ ਯੂਨੀਵਰਸਿਟੀ ਦੀ ਸਪੇਸ ਨੂੰ ਉੱਦਾਂ ਨਹੀਂ ਦੇਖਦੀ। ਉਹਨਾਂ ਦੇ ਲਈ ਇਹ ਮਨੀ ਮੇਕਿੰਗ ਮਸ਼ੀਨ ਹੈ। ਅਤੇ ਮੈਂ ਇੱਥੇ ਕਿੱਦਾਂ ਜਿਹੜੇ ਮੇਰੇ ਸਟੂਡੈਂਟ ਨੇ ਉਹਨਾਂ 'ਚ ਦਰਦਮੰਦੀ ਜਿਹੜੀ ਮੈਨੂੰ ਲੱਗਦਾ ਬੜੀ ਇੰਪੋਰਟੈਂਟ ਹੈ, ਐਮਪੈਥਾਈਜ਼ ਹੋਣਾ ਕਿਸੇ ਦੇ ਨਾਲ ਕਿਵੇਂ ਕਰਾਂ। ਤਾਂ ਮੈਂ ਕਿਉਂਕਿ ਫਿਲਮ ਮੇਕਿੰਗ ਪੜ੍ਹਾ ਰਿਹਾ ਸੀ ਉੱਥੇ, ਅਤੇ ਮੈਂ ਇਹ ਕਰਦਾ ਸੀ ਵੀ ਉਹਨਾਂ ਨੂੰ ਜਿਹੜਾ ਤਾਂ ਕਨਸੈਪਚੁਅਲ ਚੀਜ਼ਾਂ ਉਹ ਤਾਂ ਜੋ ਬਣੀਆਂ ਹੋਈਆਂ ਉਹੀ ਪੜ੍ਹਾਉਂਦਾ ਸੀ, ਪਰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਇੱਦਾਂ ਦੀਆਂ ਸੁਣਾਉਂਦਾ ਸੀ ਜਿਹਦੇ ਨਾਲ ਉਹਨਾਂ ਨੂੰ ਆਮ ਬੰਦਿਆਂ ਦੇ ਨਾਲ ਐਮਪੈਥਾਈਜ਼ ਕਰ ਸਕਣ, ਜਿਹੜੇ ਉਹ ਨਹੀਂ ਹੈਗੇ ਪਰ ਹੋਰ ਲੋਕੀ ਨੇ, ਉਹਨਾਂ ਦਾ ਦੁੱਖ ਦਰਦ ਉਹ ਸਮਝ ਸਕਣ। ਕਿਉਂਕਿ ਕਹਾਣੀਆਂ 'ਤੇ ਕੋਈ ਕੰਟਰੋਲ ਨਹੀਂ ਸੀ ਕਿਸੇ ਦਾ ਵੀ, ਸਿਲੇਬਸ 'ਤੇ ਕੰਟਰੋਲ ਸੀਗਾ, ਜੋ ਬਣਾਇਆ ਮੈਂ ਉਹ ਪੜ੍ਹਾਉਂਦਾ ਸੀ, ਪਰ ਉਹਦੇ ਨਾਲ ਜੁੜੀਆਂ ਹੋਈਆਂ ਕਹਾਣੀਆਂ ਮੈਂ ਇੱਦਾਂ ਦੀਆਂ ਦੱਸਦਾ ਸੀ ਕਿ ਮੇਰੇ ਜਿਹੜੇ ਸਟੂਡੈਂਟ ਨੇ ਉਹ ਸੈਂਸਿਟਾਈਜ਼ ਹੋ ਸਕਣ। ਕਿਉਂਕਿ ਜਦੋਂ ਤੁਸੀਂ ਥੋੜ੍ਹੇ ਜਿਹੇ ਮੈਚਿਓਰ ਹੋ ਜਾਂਦੇ ਹੋ, ਸ਼ੁਰੂ 'ਚ ਤਾਂ ਤੁਹਾਨੂੰ ਇਹ ਲੱਗਦਾ ਕਿ ਜਿੱਦਾਂ ਤੁਸੀਂ ਸੋਚਦੇ ਹੋ ਤੁਸੀਂ ਪੂਰੀ ਦੁਨੀਆ ਨੂੰ ਆਪਣੇ ਵਰਗਾ ਕਰ ਲਓ, ਪਰ ਹੌਲੀ ਹੌਲੀ ਤੁਹਾਨੂੰ ਸਮਝ ਆਉਂਦਾ ਕਿ ਇਹ ਸ਼ਾਇਦ ਸਹੀ ਅਪਰੋਚ ਨਹੀਂ।
ਤੁਹਾਨੂੰ ਚਾਹੀਦਾ ਹੈ ਕਿ ਜੋ ਤੁਸੀਂ ਹੋ ਉਹ ਤੁਹਾਡੇ ਆਪਣੇ ਸੋਸ਼ਲ ਪੋਲੀਟੀਕਲ ਕਲਚਰਲ ਹਾਲਾਤ ਸੀਗੇ ਜਿਸ ਕਰਕੇ ਤੁਸੀਂ ਜਿੱਦਾਂ ਦੇ ਹੈਗੇ ਹੋ ਬਣੇ ਹੋ। ਤੁਹਾਡੇ ਸਟੂਡੈਂਟ ਜ਼ਰੂਰ ਨਹੀਂ ਵੀ ਉੱਦਾਂ ਦੀ ਬੈਕਗਰਾਊਂਡ 'ਚੋਂ ਆਏ ਹੋਣ। ਮੈਂ ਦੋ ਚੀਜ਼ਾਂ ਉੱਥੇ ਕੀਤੀਆਂ, ਇੱਕ ਤਾਂ ਸਟੂਡੈਂਟ ਕਿਹੜੀ ਬੈਕਗਰਾਊਂਡ 'ਚੋਂ ਆਏ ਨੇ ਮੈਂ ਉਹਨਾਂ ਤੋਂ ਐਕਸਪੈਕਟੇਸ਼ਨਸ ਉੱਦਾਂ ਦੀਆਂ ਰੱਖੀਆਂ, ਕਿਉਂਕਿ ਕਈ ਵਾਰੀ ਤੁਸੀਂ ਜੋ ਬਣਦੇ ਹੋ ਉਹਦੇ 'ਚ ਤੁਹਾਡੇ ਜਿਹੜੇ ਹਾਲਾਤ ਨੇ ਜਿੱਥੋਂ ਤੁਸੀਂ ਆਏ ਹੋ ਉਹਦਾ ਬਹੁਤ ਵੱਡਾ ਹਿੱਸਾ ਹੁੰਦਾ। ਇਹ ਸਾਡੇ ਲਈ ਟੀਚਰ ਦੇ ਤੌਰ 'ਤੇ ਯੂਨੀਵਰਸਿਟੀਜ਼ ਦੇ ਟੀਚਰ ਨੂੰ, ਕਾਲਜ ਦੇ ਟੀਚਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਹਾਲਾਤ ਵਿਚਾਰੇ ਦੇ ਉੱਦਾਂ ਦੇ ਹੈ ਨਹੀਂ, ਇਕਨੋਮਿਕਲ ਜਾਂ ਸੋਸ਼ਲ ਜਾਂ ਕਲਚਰਲ, ਅਤੇ ਅਸੀਂ ਉਹਦੇ ਤੋਂ ਕੁਛ ਜ਼ਿਆਦਾ ਉਮੀਦ ਕਰੀਏ ਜਿਹੜਾ ਇੱਕ ਦੂਜਾ ਸਟੂਡੈਂਟ ਹੈ ਜਿਹਦੀ ਹਾਲਤ ਉਸ ਤੋਂ ਬੈਟਰ ਨੇ। ਸੋ ਮੈਂ ਇਹੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਦਰਦਮੰਦੀ ਦੀ ਬੇਸਿਕ ਸਮਝ ਆ ਜਾਵੇ ਅਤੇ ਉਹ ਦਰਦਮੰਦੀ ਦੇ ਨਾਲ ਡੀਲ ਕਿਵੇਂ ਕਰਨਾ ਉਹ ਆਪੋ ਆਪਣੇ ਹਾਲਾਤਾਂ ਦੇ ਮੁਤਾਬਕ ਕਰਨ। ਸੋ ਹੁਣ ਮੈਂ ਜਿਹੜੀ ਇੱਕ ਰੀਸੈਂਟ ਫਿਲਮ ਬਣਾਈ ਹੈ ਪਰਜਾਤ, ਮੈਨੂੰ ਪਿਆਰ ਕਰਦੀ ਹੈ ਪਰਜਾਤ ਕੁੜੀਏ, ਲਾਲ ਸਿੰਘ ਦਿਲ ਉਹਨਾਂ ਦੀ ਕਵਿਤਾ ਤੋਂ ਲਿੱਤਾ ਉਹਦਾ ਟਾਈਟਲ। ਉਹਦੇ 'ਚ ਮੈਂ ਇਹ ਕੌਨਸ਼ੀਅਸਲੀ ਗੱਲ ਕੀਤੀ ਹੈ ਕਿ ਤੁਹਾਡੇ ਆਪਣੇ ਪੜ੍ਹ ਲਿਖ ਕੇ ਤਰੱਕੀ ਕਰਨ ਦੇ ਨਾਲ ਹੀ ਕੁਛ ਨਹੀਂ ਹੋ ਜਾਣਾ ਜਦੋਂ ਤੱਕ ਤੁਹਾਡੇ ਆਲੇ ਦੁਆਲੇ ਦੇ ਲੋਕ ਤਰੱਕੀ ਨਹੀਂ ਕਰਦੇ। ਸੋ ਜਿਹੜੇ ਬੰਦੇ ਆਪ ਗਿਆਨ ਹਾਸਲ ਕਰਦੇ ਨੇ ਯੂਨੀਵਰਸਿਟੀਆਂ 'ਚੋਂ ਆ ਕੇ, ਕਾਲਜਿਸ 'ਚੋਂ ਆ ਕੇ, ਉਹਨਾਂ ਦਾ ਬਕਾਇਦਾ ਫਰਜ਼ ਬਣਦਾ ਹੈ ਕਿ ਉਹ ਵਾਪਸ ਸੁਸਾਇਟੀ 'ਚ ਜਾਣ, ਆਪਣੇ ਪਿੰਡਾਂ 'ਚ ਜਾਣ ਅਤੇ ਉਹ ਗਿਆਨ ਸ਼ੇਅਰ ਕਰਨ ਬਾਕੀ ਦੇ ਲੋਕਾਂ ਨਾਲ। ਸੋ ਮੈਨੂੰ ਲੱਗਦਾ ਯੂਨੀਵਰਸਿਟੀ ਜਿਹੜੀ ਹੈਗੀ ਆ ਇੱਦਾਂ ਦੀ ਸਪੇਸ ਆ ਜਿਹੜੀ ਤੁਹਾਨੂੰ ਇੱਕ ਤਾਂ ਮੌਕਾ ਦਿੰਦੀ ਹੈ ਜਾਂ ਦੇਣਾ ਚਾਹੀਦਾ ਕਿ ਤੁਸੀਂ ਆਪਣੇ ਆਈਡੀਆਜ਼ ਨੂੰ ਸਾਰਿਆਂ ਦੇ ਸਾਹਮਣੇ ਰੱਖ ਸਕੋ, ਕਿਉਂਕਿ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਕਿ ਯੂਨੀਵਰਸਿਟੀਜ਼ 'ਚ ਵੀ, ਕਾਲਜਿਸ 'ਚ ਵੀ ਚੀਜ਼ਾਂ ਨੂੰ ਫਿਕਸ ਕਰ ਦਿੱਤਾ ਜਾਂਦਾ ਕਿ ਇਹ ਚੀਜ਼ਾਂ ਫਾਈਨਲ ਨੇ, ਇਸ ਤੋਂ ਅੱਗੇ ਕੁਛ ਹੋ ਨਹੀਂ ਸਕਦਾ। ਮੈਨੂੰ ਲੱਗਦਾ ਯੂਨੀਵਰਸਿਟੀ ਦੀ ਸਪੇਸ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ ਸਾਰੇ ਬੰਦੇ ਅਲੱਗ-ਅਲੱਗ ਆਈਡੀਆਜ਼ ਲੈ ਕੇ ਆਉਣ। ਹੋ ਸਕਦਾ ਜੋ ਤੁਹਾਡੇ ਟੀਚਰ ਜਾਂ ਜੋ ਆਲਰੇਡੀ ਐਸਟੈਬਲਿਸ਼ਮੈਂਟ ਹੈ, ਜਿਹੜਾ ਉਹਨਾਂ ਨੇ ਜਿਹੜੀ ਗੱਲ ਕਹਿ ਦਿੱਤੀ ਹੈਗੀ ਹੈ ਉਹ ਅੰਤਿਮ ਉਹਨਾਂ ਨੂੰ ਲੱਗਦੀ ਹੋਵੇ ਪਰ ਉਹ ਹੋਵੇ ਨਾ। ਸੋ ਮੈਨੂੰ ਲੱਗਦਾ ਕਿ ਓਰੀਜਨਲ ਆਈਡੀਆਜ਼, ਯੂਨੀਵਰਸਿਟੀ ਇੱਦਾਂ ਦੀ ਸਪੇਸ ਹੋਣੀ ਚਾਹੀਦੀ ਹੈ ਜਿੱਦਾਂ ਸਰ ਨੇ ਵੀ ਕਿਹਾ, ਜਿੱਥੇ ਓਰੀਜਨਲ ਆਈਡੀਆਜ਼ ਫਲੋਟ ਹੋਣੇ ਚਾਹੀਦੇ ਆ। ਜ਼ਰੂਰੀ ਨਹੀਂ ਕਿ ਉਹ ਆਈਡੀਆ ਹਮੇਸ਼ਾ ਉਹ ਹਾਈਪੋਥੈਸਿਸ ਤੋਂ ਉਹਦੀਆਂ ਥਿਊਰੀਆਂ ਹੀ ਬਣ ਜਾਣ, ਪਰ ਜਦੋਂ ਤੱਕ ਨਵੇਂ ਆਈਡੀਆਜ਼ ਆਉਣਗੇ ਹੀ ਨਹੀਂ ਤਾਂ ਨਵੀਆਂ ਚੀਜ਼ਾਂ ਹੋਣਗੀਆਂ ਕਿਵੇਂ? ਕਿਉਂਕਿ ਜੇ ਆਪਾਂ ਇਹ ਮੰਨ ਲਈਏ ਕਿ ਯੂਨੀਵਰਸਿਟੀ ਸਪੇਸ ਜਿਹੜੇ ਬੰਦੇ ਚਲਾ ਰਹੇ ਹੈ ਕਿ ਹਾਂ ਕਿ ਕੋਈ ਮਨਿਸਟਰ ਹੈਗਾ ਉਹ ਆ ਕੇ ਯੂਨੀਵਰਸਿਟੀ ਦੇ ਜਿਹੜਾ ਹੈਗਾ ਮੁੱਖ ਚਲਾਉਣ ਵਾਲਾ ਵਿਅਕਤੀ ਹੈਗਾ ਉਹਨੂੰ ਆ ਕੇ ਮਤਲਬ ਆਪਣਾ ਗਿਆਨ ਦੱਸੇ ਕਿ ਯੂਨੀਵਰਸਿਟੀ ਕਿਵੇਂ ਚਲਾਈ ਜਾ ਸਕਦੀ ਹੈ। ਸੋ ਇਹ ਸ਼ਾਇਦ ਇਸ ਕਰਕੇ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਖਾਸ ਤੌਰ 'ਤੇ ਸਾਡੇ ਪੋਲੀਟੀਸ਼ੀਅਨ ਨੇ ਅਕਰੋਸ ਆਲ ਪਾਰਟੀਜ਼, ਕਿ ਅਸੀਂ ਜਿੱਦਾਂ ਸਮਾਜ ਨੂੰ ਦੇਖਦੇ ਹਾਂ, ਅਸੀਂ ਜਿੱਦਾਂ ਤੈਅ ਕਰ ਦਿੱਤਾ ਸਮਾਜ ਉੱਦਾਂ ਚੱਲਣਾ ਚਾਹੀਦਾ। ਸੋ ਜਿਹੜਾ ਵੀ ਬੰਦਾ ਉਹਨਾਂ ਦੇ ਦੇਖੇ ਹੋਏ ਸਮਾਜ ਨੂੰ, ਉਹਨਾਂ ਦੇ ਵਿਜ਼ੂਅਲਾਈਜ਼ ਕੀਤੇ ਹੋਏ ਸਮਾਜ ਨੂੰ ਅਲੱਗ ਤਰੀਕੇ ਨਾਲ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਜਾਂ ਆਪਣੀ ਐਫਰਟ ਕਰਦਾ ਅਤੇ ਉਹ ਫਿਰ ਥੋੜ੍ਹਾ ਜਿਹਾ ਡਰ ਜਾਂਦੇ ਹੈ। ਪਰ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਇੱਦਾਂ ਦੀ ਸਪੇਸ ਹੋਣੀ ਚਾਹੀਦੀ ਹੈ ਜਿੱਥੇ ਤੁਹਾਡੇ 'ਚ ਵੀ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਤੁਸੀਂ ਸਾਹਮਣੇ ਵਾਲੇ ਨੂੰ ਚੈਲੰਜ ਕਰ ਸਕੋ ਜੇ ਤੁਹਾਨੂੰ ਲੱਗਦਾ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ 'ਚ ਇਮਾਨਦਾਰੀ ਹੈ। ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਸਟੇਟਸ ਕੋ ਹੈਗਾ, ਜਦੋਂ ਤੱਕ ਅਸੀਂ ਨੂੰ ਤੋੜਾਂਗੇ ਨਹੀਂ, ਭਾਵੇਂ ਕੋਈ ਵੀ ਸਪੇਸ ਹੋਵੇ, ਭਾਵੇਂ ਫਿਲਮ ਮੇਕਿੰਗ ਹੋਵੇ, ਫਿਲਮ ਇੰਡਸਟਰੀ ਹੋਵੇ, ਐਜੂਕੇਸ਼ਨ ਹੋਵੇ, ਸਟੇਟਸ ਕੋ ਤਾਂ ਟੁੱਟਣਾ ਹੀ ਚਾਹੀਦਾ ਹੈ। ਕੋਈ ਵੀ ਚੀਜ਼ ਪਰਫੈਕਟ ਹੋ ਹੀ ਨਹੀਂ ਸਕਦੀ, ਹਰੇਕ ਚੀਜ਼ 'ਚ ਬਦਲੇ ਜਾਣ ਦੀਆਂ ਸੰਭਾਵਨਾ ਹੁੰਦੀਆਂ ਨੇ ਅਤੇ ਯੂਨੀਵਰਸਿਟੀ ਇੱਦਾਂ ਦੀ ਸਪੇਸ ਹੈ ਜਿਹੜੀ ਤੁਹਾਨੂੰ ਇੱਦਾਂ ਦੀ ਥਿੰਕਿੰਗ ਦਿੰਦੀ ਹੈ ਕਿ ਤੁਸੀਂ ਜਿਹੜੇ ਮਰਜ਼ੀ ਸਪੇਸ 'ਚ ਜਾਓ, ਜਿਹੜੇ ਮਰਜ਼ੀ ਫੀਲਡ 'ਚ ਜਾਓ, ਉੱਥੇ ਜਾ ਕੇ ਸਟੇਟਸ ਕੋ ਨੂੰ ਚੈਲੰਜ ਕਰੋ। ਅਤੇ ਮੈਨੂੰ ਲੱਗਦਾ ਸਾਡਾ ਅਧਿਆਪਕਾਂ ਦਾ, ਯੂਨੀਵਰਸਿਟੀ ਦਾ ਫਰਜ਼ ਵੀ ਇਹੀ ਬਣਦਾ ਕਿ ਅਸੀਂ ਵਿਦਿਆਰਥੀਆਂ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਨਾ ਕਰੀਏ, ਜਿਹੜੀ ਉਹਨਾਂ ਦੀ ਓਰੀਜਨੈਲਿਟੀ ਹੈਗੀ ਹੈ, ਜਿਹੜਾ ਮਤਲਬ ਜਿੱਦਾਂ ਉਹ ਇਮੈਜਿਨ ਕਰਦੇ ਆ, ਅਸੀਂ ਉਹਨੂੰ ਉਤਸ਼ਾਹਿਤ ਕਰੀਏ ਕਿ ਤੁਸੀਂ ਨਵਾਂ ਸੋਚੋ। ਅਤੇ ਸਾਰਾ ਕੁਛ ਕਰਨਾ ਕਾਹਦੇ ਲਈ ਹੈ? ਜ਼ਿੰਦਗੀ ਨੂੰ ਬਿਹਤਰ ਬਣਾਉਣ ਨੂੰ, ਸਮਾਜ ਨੂੰ ਬਿਹਤਰ ਬਣਾਉਣ ਦੇ ਲਈ। ਸੈਮੂਅਲ, ਜਦੋਂ ਤੁਸੀਂ ਨਾਟਕ ਦੇ ਵਿੱਚ ਆਉਂਦੇ ਹੋ ਅਤੇ ਜਦੋਂ ਤੁਸੀਂ ਨਾਟਕ ਦੇ ਅੰਦਰ ਸਵਾਲ ਲੈ ਕੇ ਆਉਂਦੇ ਹੋ, ਉਹਦੇ ਵਿੱਚ ਜਿਹੜੀ ਸਮਾਜ ਦੇ ਵਿੱਚ ਕਣੀ ਵੰਡ ਹੈ, ਉਹਦਾ ਜਿਹੜਾ ਨਵੀਂ ਕਿਸਮ ਦੇ ਵਿਸਥਾਰ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੁੰਦੇ ਨੇ। ਕੀ ਇਹ ਪਿੱਛੇ ਕੁਛ ਸੀਗਾ ਜਾਂ ਇਹ ਤੁਹਾਨੂੰ ਲੱਗਿਆ ਕਿ ਇਹ ਇੱਕ ਖੱਪਾ ਹੈ ਜਿਹੜਾ ਭਰਨਾ ਹੈ? ਅਤੇ ਇਹ ਜਿਹੜਾ ਅਹਿਸਾਸ ਹੈ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਜਾਤ ਪਾਤ ਵਾਲੇ ਸਮਾਜ ਦੀ ਗੱਲ ਕਰਦੇ ਹੋ, ਮੈਨੂੰ ਪਤਾ ਹੈ ਕਿ ਤੁਹਾਡਾ ਕਾਲਜ ਵੇਲੇ ਦਾ ਤਜਰਬਾ ਹੈ, ਮੈਨੂੰ ਪਤਾ ਹੈ ਤੁਹਾਡਾ ਕਾਲਜ ਤੋਂ ਪਿਛਲਾ ਵੀ ਤਜਰਬਾ,
ਪਰ ਇਹ ਗੱਲ ਹੈ ਕਿ ਵੀ ਬਹੁਤ ਸਾਰਾ ਜਿਹੜਾ ਸਾਡੀ ਜ਼ਿੰਦਗੀ ਦਾ ਤਜਰਬਾ ਹੁੰਦਾ ਉਹਦੇ ਕਾਰਨ ਅਸੀਂ ਡਰਦੇ ਵੀ ਹੁੰਦੇ ਹਾਂ, ਪਰ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਅਸੀਂ ਜਿਹੜਾ ਉਸ ਖੌਫ ਤੋਂ ਬਾਹਰ ਵੀ ਆਉਂਦੇ ਹਾਂ। ਤੁਹਾਡੇ ਤੁਸੀਂ ਹੋਣ ਦੇ ਵਿੱਚ ਯੂਨੀਵਰਸਿਟੀ ਨੇ ਕੀ ਕੀਤਾ? ਪਹਿਲੀ ਗੱਲ ਇਹ ਕਿ ਮੈਂ ਪੜ੍ਹਨਾ ਹੀ ਨਹੀਂ ਸੀ ਚਾਹੁੰਦਾ ਬਚਪਨ 'ਚ। ਐਵੇਂ ਮੈਂ ਬਾਹਲੀਆਂ ਕੋਈ ਮਹੱਤਵਪੂਰਨ ਗੱਲਾਂ ਕਰੀ ਜਾਵਾਂ, ਮੈਂ ਪ੍ਰਭਾਵ ਪਾਉਣ ਲਈ, ਉਹ ਨਹੀਂ ਹੋਣਾ। ਮੈਂ ਨਹੀਂ ਸੀ ਪੜ੍ਹਨਾ ਚਾਹੁੰਦਾ ਕਿਉਂਕਿ ਛੋਟੇ ਹੁੰਦਿਆਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਕਿ ਜਿਹੜੇ ਪੜ੍ਹੇ ਲਿਖੇ ਬੰਦੇ ਹੁੰਦੇ ਬਹੁਤ ਖਤਰਨਾਕ ਹੁੰਦੇ ਆ। ਕਿਸ ਤਰੀਕੇ ਕਿ ਜਿਹੜੀ ਬੋਲੀ ਹੈ ਉਹ ਇਹ ਕੰਮ ਕਰਦੀ ਹੈ ਕਿ ਤੁਹਾਡੇ ਅੰਦਰ ਜੋ ਕੁਝ ਹੈ ਭਾਵਨਾਵਾਂ ਉਹ ਦੂਜੇ ਤੱਕ ਤੁਸੀਂ ਪਹੁੰਚਾਉਣੀਆਂ, ਸਾਂਝੀਆਂ ਕਰਨੀਆਂ। ਇਹ ਬਿਲਕੁਲ ਉਹਦੇ ਉਲਟ ਕਰਦੇ ਆ। ਇਹ ਮੇਰੇ ਮਨ 'ਚ ਵਹਿਮ ਬੈਠ ਗਿਆ, ਮੇਬੀ ਆਈ ਐਮ ਰੋਂਗ। ਪਰ ਮੈਂ ਕਰਾਂ ਕੀ? ਇਹ ਬੈਠ ਗਿਆ ਤਾਂ ਬੈਠ ਗਿਆ। ਫਿਰ ਕਲਾ, ਮੈਂ ਨਾਟਕ, ਸਮਾਜ ਦੇ ਵਿੱਚ ਜਿਹੜੀਆਂ ਚੀਜ਼ਾਂ, ਸਭ ਤੋਂ ਵੱਡੀ ਯੂਨੀਵਰਸਿਟੀ ਸਮਾਜ ਹੈ, ਇਹ ਠੀਕ ਹੈ। ਬਾਕੀ ਵੀ ਇਹ ਕਿਉਂ, ਕਿੰਨੀ ਕੁ ਠੀਕ ਹੈ, ਕਿਵੇਂ ਆ, ਇਹਦੇ ਤੇ ਵੀ ਵਿੱਚ ਹੀ ਚੱਲੀ ਜਾਵੇ ਕੰਮ ਨਾ। ਮੈਂ ਸਵਾਲ ਤੇ ਉੱਥੇ ਮੋੜ ਲਿਆਉਂਗਾ। ਹਾਂ 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 ਬਿਲਕੁਲ। ਅੱਛਾ, ਨਹੀਂ ਰੋਕ ਸਕਦੇ, ਇਹਦਾ ਮਤਲਬ ਮੈਂ ਰੋਕ ਸਕਦਾ, ਮਤਲਬ ਨਹੀਂ ਰੋਕ ਸਕਦੇ, ਮੈਂ ਨਹੀਂ ਰੋਕੂੰਗਾ। ਇਹ 5-7 ਡਾਇਲਾਗ ਹੋ ਗਏ ਇੱਕ ਲਾਈਨ 'ਚ ਹੀ। ਚਲੋ ਥੈਂਕ ਯੂ। ਸੋ ਮੇਰਾ ਸੀ ਕਲਾ ਨਾਲ ਸੰਬੰਧ। ਕਲਾ ਨਾਲ ਸੰਬੰਧ ਮੇਰਾ ਕਿਵੇਂ ਬਣ ਗਿਆ? ਜਿਵੇਂ ਅਮੀ ਨੇ ਗੱਲ ਕੀਤੀ ਕਹਾਣੀ ਵੰਡ ਦੀ, ਉਹ ਬੰਦੇ ਕਿਸੇ ਯੂਨੀਵਰਸਿਟੀ ਤੋਂ ਨਹੀਂ ਪੜ੍ਹੇ ਹੋਣਗੇ, ਉਹ ਸਮਾਜ ਵਾਲੀ ਯੂਨੀਵਰਸਿਟੀ ਤੋਂ ਪੜ੍ਹੇ ਸੀ। ਉਹ ਬਹੁਤ ਸਟਰੋਂਗ ਹੈ। ਉਹ ਇੱਕ ਮਿੰਟ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਕਰ ਦਿੰਦੀ ਹੈ। ਇੱਥੇ 5-7 ਸਾਲ ਤੁਹਾਨੂੰ PhD ਕਰਨ ਲਈ, ਫਿਰ ਬੁਸੇ ਹੋਏ ਚਿਹਰੇ ਲੈ ਕੇ ਘੁੰਮਣ ਲਈ, ਮਰ ਗਿਆ ਪਿੱਟ ਗਿਆ ਗਾਈਡ ਮੇਰਾ ਹਿਸਾਬ, ਕੁੜੀਆਂ ਨੂੰ ਉਹਨੂੰ ਤੋਂ ਵੱਧ ਸਮੱਸਿਆ। ਇਹ ਸਿਆਪੇ ਹੈਗੇ ਨੇ। ਉਹ ਕਿਉਂ ਨੇ? ਇਹਦੇ ਵਿੱਚ ਫਿਰ ਅਗਲੀ ਲਾਈਨ 'ਚ ਕੱਟ ਟੂ ਅੱਗੇ ਚੱਲਦੇ ਹਾਂ ਕਿ ਮੈਂ ਉਹ ਜਦੋਂ ਨਾਟਕ ਦੇਖਿਆ ਇੱਕ ਬੰਦੇ ਕਰ ਰਹੇ ਸੀ, ਉਹ ਨਾਟਕ ਕੀ ਸੀ ਕਿ ਇੱਕ ਵੱਡਾ ਸਾਰਾ ਮੋਟਾ ਜਿਹਾ ਬੰਦਾ ਆਉਂਦਾ ਹੈ, ਅਮੀਰ ਜਿਹਾ ਬੰਦਾ, ਅਫਸਰ ਜਿਹਾ ਬੰਦਾ ਹੈ, ਉਹ ਆਉਂਦਾ ਚੌੜਾ ਜਿਹਾ ਹੋ ਕੇ ਆ ਕੇ ਬਹਿ ਜਾਂਦਾ ਹੈ, ਬੈਠਦਾ ਹੈ, ਤੇ ਨਾਲ ਇੱਕ ਹੋਰ ਬੰਦਾ ਕੰਮ ਜਿਹੇ ਵਾਲਾ ਉਹ ਉਹਦੇ ਨਾਲ ਨਾਲ ਜੇ ਤੁਰਿਆ ਆਉਂਦਾ, ਕਿਉਂਕਿ ਤੁਰਨਾ ਹੀ ਪੈਂਦਾ ਵੱਡੇ ਬੰਦਿਆਂ ਦੇ ਨਾਲ, ਤੁਰਦਾ ਹੀ ਹੈ। ਸੋ ਉਹ ਆ ਗਿਆ, ਉਹਨੂੰ ਕਹਿ ਰਿਹਾ ਅਮੀਰ ਬੰਦਾ, ਐਂ ਕਰ ਵੀ ਜਾ ਉੱਥੋਂ ਉਬਲੇ ਹੋਏ ਆਂਡੇ ਲੈ ਕੇ ਆ। ਉਹ ਕਹਿੰਦਾ ਠੀਕ ਹੈ ਜੀ, ਚਲਾ ਗਿਆ, ਆਂਡੇ ਲੈ ਕੇ ਆ ਗਿਆ। ਇਹ ਬੰਦੇ ਦਾ ਪਹਿਲਾਂ ਹੀ ਐਡਾ ਢਿੱਡ ਹੈ, ਮੁੱਛਾਂ ਚੜਾਈਆਂ ਹੋਈਆਂ, ਤੇ ਮਤਲਬ ਮੈਨੂੰ ਜ਼ਾਲਮ ਕਿਸਮ ਦਾ ਬੰਦਾ ਲੱਗਾ, ਵੀ ਬੰਦੇ ਨਹੀਂ ਖਾਂਦੇ ਹੁੰਦੇ ਜਿਵੇਂ ਇਸ ਟਾਈਪ ਦਾ ਬੰਦਾ। ਬਚਪਨ 'ਚ ਮੈਂ ਅੱਗੇ ਬੈਠਾ ਕੇਸੀ ਜੀ ਲੈ ਕੇ ਨਾਟਕ ਦੇਖ ਰਿਹਾ, ਐਂ ਚਾਨਣੀ ਲੱਗੀ ਆ, ਕਾਮਰੇਡਾਂ ਦਾ ਪ੍ਰੋਗਰਾਮ, ਇੱਧਰ ਲਾਟੂ ਜਿਹਾ ਲਮਕ ਰਿਹਾ, ਇੱਧਰ ਲਮਕ ਰਿਹਾ, ਇੱਧਰ 3 ਆਂਡੇ ਜਿਨ੍ਹਾਂ ਨੂੰ ਕਹਿੰਦੇ ਬੱਲਬ। ਸੋ ਉਹ ਲਮਕ ਰਿਹਾ, ਅੱਗੇ ਮੈਂ ਬੈਠਾ ਦੇਖ ਰਿਹਾ। ਸਭ ਤੋਂ ਪਹਿਲਾਂ ਹੀ ਉਹ ਬੰਦਾ ਕਹਿੰਦਾ ਵੀ ਲਿਆ, ਲੈ ਕੇ ਆ ਗਿਆ, ਚਲੋ ਹੁਣ ਖਾ ਰਿਹਾ ਹੈ ਉਬਲੇ ਹੋਏ ਆਂਡੇ ਐ ਭਰ ਕੇ। ਆ ਕੋਲੇ ਖੜਾ ਬੰਦਾ ਕਹਿੰਦਾ ਜਨਾਬ ਆਂਡੇ ਸਵਾਦ ਬਹੁਤ ਹੋਣਗੇ। ਹਾਂ ਸਵਾਦ ਹੈ, ਫਿਰ ਖਾ ਗਿਆ। ਥੋੜੀ ਦੇਰ ਬਾਅਦ ਉਹ ਬੰਦਾ ਫਿਰ ਕਹਿੰਦਾ ਜਨਾਬ ਆਂਡੇ ਵਾਕਿਆ ਹੀ ਬਹੁਤ ਸਵਾਦ ਹੋਣਗੇ। ਕਹਿੰਦਾ ਸਵਾਦ ਹੈ, ਫਿਰ ਖਾ ਗਿਆ। ਇਹਦਾ ਮਤਲਬ ਤਾਂ ਆਂਡੇ ਹੀ ਮੰਗ ਰਿਹਾ ਸੀ, ਨਹੀਂ ਦਿੱਤੇ। ਅੰਤ ਦੇ ਉੱਪਰ ਉਹ ਬੰਦੇ ਨੇ ਸਾਰੀ ਪਲੇਟ ਖਾਲੀ ਕਰਤੀ। ਐਂ ਕਰ ਵੀ ਜਾ ਉੱਥੇ ਪਲੇਟ ਫੜਾਇਆ। ਉਹ ਪਲੇਟ ਫੜਾਉਣ ਗਿਆ, ਸਟੇਜ ਦੇ ਅਗਲੇ ਕੋਨੇ ਤੇ ਜਾ ਕੇ ਉਹ ਬੰਦੇ ਨੇ ਪਲੇਟ ਚੱਟ ਲਈ, ਪਿੱਛੇ ਚਲਾ ਗਿਆ, ਵਾਪਸ ਆ ਗਿਆ। ਕਹਿੰਦਾ ਜਨਾਬ ਆਂਡੇ ਵਾਕਿਆ ਹੀ ਬਹੁਤ ਸਵਾਦ ਹੁੰਦੇ ਆ। ਇਹ ਦ੍ਰਿਸ਼ ਮੇਰੇ ਅੰਦਰ ਕੋਸੀ ਗਿਆ, ਮੈਂ ਨਿਕਲਿਆ ਨਹੀਂ ਉਸ ਤੋਂ ਬਾਅਦ। ਤੇ ਉਹ ਸਮਾਜ ਵਾਲੀ ਉਸ ਯੂਨੀਵਰਸਿਟੀ ਦੇ ਵਿੱਚੋਂ ਮੈਨੂੰ ਇਹ ਗਿਆਨ ਹੋ ਗਿਆ ਕਿ ਇੱਥੇ ਕਿਸ ਕਿਸਮ ਦਾ ਸਮਾਜ ਹੈ, ਜਿਹੜਾ ਕਿ ਮੈਂ ਖੁਦ ਵੀ ਹੰਢਾ ਰਿਹਾ ਸੀ। ਕੀ ਸਾਡੀ ਯੂਨੀਵਰਸਿਟੀ ਇਸ ਕਿਸਮ ਦਾ
ਸਾਰਾ ਕੁਝ ਇੱਥੇ ਆਉਣ ਵਾਲੇ ਬੱਚਿਆਂ ਨਾਲ ਸ਼ੇਅਰ ਕਰ ਰਹੀ ਹੈ, ਸਾਂਝਾ ਕਰ ਰਹੀ ਹੈ, ਉਹਨਾਂ ਤੱਕ ਪਹੁੰਚਾ ਰਹੀ ਹੈ ਕਿ ਅਸੀਂ ਕਿਸ ਕਿਸਮ ਦੀ ਜ਼ਿੰਦਗੀ ਜਿਉਣੇ ਆ। ਨਹੀਂ ਪਹੁੰਚਾ ਰਹੀ ਤਾਂ ਇਹਦਾ ਮਤਲਬ ਕਿਤੇ ਗੜਬੜ ਹੈ। ਉੱਥੋਂ ਮੈਂ ਤੁਰਿਆ ਤੇ ਅੱਗੇ ਫਿਰ ਮੇਰੀ ਕਲਾ ਨੇ ਮੈਨੂੰ ਦੱਸਿਆ, ਮੈਨੂੰ ਲੱਗਾ ਕਿ ਮੇਰੇ ਉਹ ਸਫਾਈ ਕਰਨ ਵਾਲੇ ਬੰਦੇ ਸੀ, ਉਹਨਾਂ ਦੇ ਮੈਂ ਘਰਾਂ ਵੱਲ ਗਿਆ, ਕੋਟਕਪੂਰੇ ਦੇ ਵਿੱਚ ਬਸਤੀ ਹੈ, ਉੱਥੇ ਗਿਆ ਤੇ ਉਹਨਾਂ ਨੂੰ ਮੈਂ ਦੇਖਿਆ ਵੀ ਸਭ ਤੋਂ ਵੱਧ ਜਿਹੜੇ ਬੰਦੇ ਲੋਕਾਂ ਦਾ ਗੰਦ ਚੁੱਕਦੇ, ਉਹਨਾਂ ਦੇ ਘਰਾਂ ਦੇ ਬਾਹਰ ਸਭ ਤੋਂ ਵੱਧ ਗੰਦ ਸੀ। ਇਸ ਗੱਲ ਨੇ ਫਿਰ ਮੈਨੂੰ ਕਿਹਾ ਵੀ ਚਲੋ ਨਾਟਕ ਕਰਦੇ ਆਂ। ਉੱਥੇ ਫਿਰ ਜਾਤ ਪਾਤ ਦਾ ਮਸਲਾ ਆ ਗਿਆ। ਨਾਲ ਵਾਲੇ ਬੰਦੇ ਕਹਿੰਦੇ ਵੀ ਇੱਥੇ ਤਾਂ ਸਾਡੇ ਬਾਪੂਆਂ ਨੇ ਨਹੀਂ ਆਉਣ ਦੇਣਾ। ਮੈਂ ਕਰਨੇ ਚਾਹੇ BA ਤੋਂ ਬਾਅਦ ਮੈਂ 1.5-2 ਸਾਲ ਵਿਹਲਾ ਰਿਹਾ ਵੀ ਮੈਂ ਨਹੀਂ ਜਾਣਾ ਪੜ੍ਹਨ ਯੂਨੀਵਰਸਿਟੀ, ਪਰ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। ਫਿਰ ਮੈਨੂੰ ਲੱਗਾ ਕਿ ਸਮਾਜ ਸ਼ਾਇਦ ਇਸ ਗੱਲ ਦਾ ਆਦੀ ਹੈ ਕਿ ਇਹਨਾਂ ਵਾਸਤੇ ਪੜ੍ਹੇ ਲਿਖੇ ਬੰਦੇ ਜਦੋਂ ਕੋਈ ਗੱਲ ਕਰਦੇ ਆ ਤੇ ਉਹ ਠੀਕ ਮੰਨੀ ਜਾਂਦੀ ਹੈ। ਮੈਨੂੰ ਲੱਗ ਗਿਆ ਕਿ ਯੂਨੀਵਰਸਿਟੀ ਦਾ ਪ੍ਰਭਾਵ ਪਾਓ, ਉੱਥੇ ਚੱਲ ਕੇ MA ਕਰਦੇ ਆ। ਤੇ ਉਹ ਜਦੋਂ ਮੈਂ ਇੱਥੇ ਆ ਗਿਆ, ਇੱਥੇ ਵੱਖਰੀ ਕਿਸਮ ਦਾ ਜੀਵਨ ਚੱਲਿਆ, ਜਿਹਦੇ ਵਿੱਚ ਇਸ ਕਿਸਮ ਦੀਆਂ ਚੀਜ਼ਾਂ ਵੀ ਆਈਆਂ ਕਿ ਮੇਰੀ ਇਸ ਯੂਨੀਵਰਸਿਟੀ ਨੇ ਮੈਨੂੰ ਇੰਡੀਵਿਜੂਅਲਿਜ਼ਮ ਵੱਲ ਧੱਕਤਾ। ਜਿਹੜੀ ਰੁਜ਼ਗਾਰ ਦੀ ਗੱਲ, ਛਾਉਣ ਦੀ ਗੱਲ, ਕਿ ਮੈਂ ਹਾਂ ਮੇਰਾ ਪਤਾ ਲੱਗੇ, ਇਹਦੀ ਗੱਲ ਸਮਾਜ ਨਾਲ ਤੋੜਤਾ। ਇਹਦੇ ਨਾਲ ਸਾਰੀਆਂ ਗੱਲਾਂ ਆਪੇ ਹੀ ਆ ਗਈਆਂ ਕਿ ਯੂਨੀਵਰਸਿਟੀਆਂ ਸਾਨੂੰ ਸਮਾਜ ਨਾਲੋਂ ਤੋੜਦੀਆਂ। ਇਹ ਕੁਝ ਗੱਲਾਂ ਆਪੇ ਹੀ ਅੰਦਰ ਸਮਝੀ ਜਾਇਓ, ਕਦੋਂ ਜੋੜਦੀਆਂ ਜਾਂ ਕਿਵੇਂ ਜੋੜ ਸਕਦੀਆਂ, ਉਹ ਵੀ ਨਾਲ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਹੋ ਰਹੀਆਂ। ਫਿਰ ਮੈਨੂੰ ਲੱਗਾ ਕਿ ਹਾਂ ਠੀਕ ਹੈ, ਮੈਂ ਐਂ ਜੇ ਚੱਲਦਾ ਰਿਹਾ, ਇਹਨੂੰ ਹੋਸ਼ਿਆਪਨ ਉਹ ਬੇਹੋਸ਼ੀ ਚੱਲਦਾ ਰਿਹਾ। ਜਦੋਂ ਅਯੁੱਧਿਆ ਦੇ ਵਿੱਚ ਮਸਜਿਦ ਢਾਈ ਗਈ, ਫਿਰ ਸਾਡੇ ਦੋਸਤਾਂ ਮਿੱਤਰਾਂ ਦੀ ਜਿਹੜੀ ਇੱਕ ਯੂਨੀਵਰਸਿਟੀ ਦੇ ਵਿੱਚ ਵਾਪਰਦੀਆਂ ਚੀਜ਼ਾਂ ਤੁਸੀਂ ਸਾਂਝੀਆਂ, ਦਿਲ ਸਾਂਝੇ ਕਰਦੇ ਆ, ਸਮਝ ਨੂੰ ਸਾਂਝਾ ਕਰਦੇ ਹੋ, ਫਿਰ ਵਾਪਰੀਆਂ ਤੇ ਅਸੀਂ ਅਯੁੱਧਿਆ ਦੇ ਵਿੱਚ ਨਾਟਕ ਲੈ ਕੇ ਗਏ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਕੁਝ ਕੁ ਲੋਕਾਂ ਦੇ ਉਸ ਸਥਾਨ ਨੂੰ ਢਾਇਆ ਸੀ। ਫਿਰ ਮੈਨੂੰ ਸਮਾਜ ਨਾਲ ਜੋੜਤਾ। ਇਹਦਾ ਮਤਲਬ ਕੀ ਹੋਇਆ ਕਿ ਚੰਗੀਆਂ ਮਾੜੀਆਂ ਚੀਜ਼ਾਂ ਹਰ ਥਾਂ ਤੇ ਤੁਹਾਨੂੰ ਇੱਕ ਵਾਪਰਦੀਆਂ, ਉਹਦੇ ਵਿੱਚੋਂ ਤੁਸੀਂ ਚੋਣ ਕਰਨੀ ਹੁੰਦੀ ਹੈ। ਸੋ ਮੈਂ ਯੂਨੀਵਰਸਿਟੀ ਨੂੰ ਇਸ ਤਰੀਕੇ, ਐਸੀ ਯੂਨੀਵਰਸਿਟੀ ਨੂੰ ਹੁਣ ਵੀ ਜਦੋਂ ਮੈਂ ਲਹਿਰੇ ਗਾਗੇ ਲੰਘਦਾ, ਚੰਡੀਗੜ੍ਹ ਆਉਣੇ ਜਾਂਦਾ, ਮੇਰੇ ਜੀਵਨ ਦੇ ਵਿੱਚ ਇੰਨੀ ਮਹੱਤਤਾ ਹੋ ਗਈ ਇਸ ਗੱਲ ਦੀ ਕਿ ਮੈਂ ਉੱਥੇ ਕੈਫੇ ਹਾਊਸ ਬੈਠਦਾ, ਰੁਕਦਾ, ਮਹਿਸੂਸ ਕਰਦਾ, ਚਾਹ ਪੀਂਦਾ, ਇਕੱਲਾ ਹੀ ਬੈਠ ਜਾਂਦਾ ਆ ਕੇ ਕਿ ਯਾਰ ਇਹਨੇ ਮੇਰੇ ਜੀਵਨ ਬਦਲਿਆ ਸੀ, ਇਹਨੇ ਮੈਨੂੰ ਸਮਾਜ ਨਾਲ ਜੋੜਤਾ ਸੀ। ਉਹ ਮੇਰੇ ਦੋਸਤ ਸ਼ਾਇਦ ਪ੍ਰੋਫੈਸਰਾਂ ਨੇ ਉਸ ਤਰੀਕੇ ਦੀ ਗੱਲ ਮਨਾ ਕੀਤੀ ਹੋਵੇ, ਪਰ ਜਿਹੜੇ ਆਸੇ ਪਾਸੇ ਦੇ ਦੋਸਤ ਸੀ, ਜਦੋਂ ਤੁਸੀਂ ਦਿਲ ਸਾਂਝੇ ਕਰਦੇ ਆ ਇੱਕ ਦੂਸਰੇ ਨਾਲ, ਉਹ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਕਰਦੇ ਆ। ਪਰ ਸਪੇਸ ਆ ਜਿਹੜੀ ਜਗ੍ਹਾ ਹੈ, ਇਹ ਯੂਨੀਵਰਸਿਟੀ ਦੀ ਸੀ। ਇਹਨੇ ਮੇਰੀ ਜ਼ਿੰਦਗੀ ਬਦਲਤੀ ਤੇ ਅੱਜ ਤੱਕ ਮੈਨੂੰ ਉਹਨੂੰ ਸਮਾਜ ਨਾਲ ਜੋੜ ਕੇ ਰੱਖਿਆ ਹੋਇਆ। ਤੇ ਯੂਨੀਵਰਸਿਟੀ ਲੱਗਦਾ ਕਿ ਸਾਰਿਆਂ ਨਾਲ ਹੀ ਇਦਾਂ ਕਰਦੀ ਹੈ ਜਾਂ ਤੇਰੇ ਨਾਲ ਹੀ ਕੋਈ ਵੱਖਰਾ ਵਿਤਕਰਾ ਕਰਕੇ ਇਹਨੇ ਤੈਨੂੰ? ਨਹੀਂ, ਮੈਨੂੰ ਵੈਸੇ ਕੁੱਲ ਮਿਲਾ ਕੇ ਤਾਂ ਪਿਆਰੀ ਲੱਗਦੀ ਯੂਨੀਵਰਸਿਟੀ, ਕਿਉਂਕਿ ਇੱਥੇ ਮੈਨੂੰ ਪਿਆਰ ਵੀ ਹੋ ਗਿਆ ਸੀ, ਔਰ ਪਿਆਰ ਹੋਣਾ ਚਾਹੀਦਾ। ਇੱਥੇ ਆ ਕੇ ਕਰ ਲਿਆ ਕਰੋ ਰੱਜ ਕੇ। ਇਹਦਾ ਮਤਲਬ ਕੀ, ਐਵੇਂ ਘੁੱਟੇ ਘੁੱਟੇ ਨਹੀਂ ਰਹਿਣਾ, ਘੁੱਟੇ ਨਹੀਂ ਰਹਿਣਾ। ਇਸ ਯੂਨੀਵਰਸਿਟੀ ਦੇ ਵਿੱਚ ਰਹਿੰਦਿਆਂ ਹੋਇਆਂ ਹੀ, ਐਜੂਕੇਸ਼ਨ ਅਦਾਰਿਆਂ 'ਚ ਪਹੁੰਚਦਿਆਂ ਹੋਇਆਂ ਤੁਹਾਡੇ ਦਿਲ ਖੁੱਲ੍ਹਦੇ ਆ, ਤੁਹਾਡੀ ਸਮਝ ਖੁੱਲ੍ਹਦੀ ਹੈ। ਉਹ ਜਿਹੜਾ ਤੁਹਾਡਾ ਲਵ ਹੈ, ਉਹ ਜਿਹੜੀ ਤੁਹਾਡੀ ਮੁਹੱਬਤ ਹੈ, ਉਹ ਕਾਸ ਨੂੰ ਭੰਨ ਦਿੰਦੀ ਹੈ ਤੇ ਜਿਹੜੇ ਇਕਨੋਮਿਕਲ ਤੁਹਾਡੇ ਲੈਵਲ ਬਣਾਏ ਹੁੰਦੇ ਉਹਨਾਂ ਨੂੰ ਤੋੜ ਦਿੰਦੀ ਹੈ, ਜੇ ਸੱਚਮੁੱਚ ਤੁਸੀਂ ਐਜੂਕੇਸ਼ਨ ਲੈ ਰਹੇ ਆ। ਤੇ ਜੇ ਉਹੀ ਬੜਾ ਢਿੱਲੋਂ ਵਰਮੇ ਸ਼ਰਮੇ ਬਣ ਕੇ ਘਰੇ ਵਾਪਸ ਫਿਰ ਚਲੇ ਜਾਣਾ, ਫਿਰ ਚਲੋ ਕੋਈ ਗੱਲ ਨਹੀਂ, ਨੌਕਰੀ ਵਾਲਾ ਕੰਮ ਠੀਕ ਹੈ, ਇਹ ਯੂਨੀਵਰਸਿਟੀ ਕਰ ਸਕਦੀ ਹੈ ਔਰ ਕਰਦੀ ਹੈ। ਸੈਮੂਅਲ ਯਾਰ, ਇਹ ਥੋੜੀ ਜਿਹੀ ਨਜਾਇਜ਼ ਹੈ। ਉਹ ਕਿਵੇਂ ਵੀਰੇ? ਇਸ਼ਕ ਤਾਂ ਕਿਤੇ ਵੀ ਕੀਤਾ ਜਾ ਸਕਦਾ, ਉਹਦੇ ਲਈ ਯੂਨੀਵਰਸਿਟੀ ਦਾਖਲੇ ਦੀ ਕੀ ਲੋੜ ਹੈ? ਨਹੀਂ ਯਾਰ, ਦੇਖੋ ਇਹ ਹੁੰਦੇ ਦੀਪਕ ਭਾਵ ਕਦੋਂ ਜਾਗਦੇ, ਸਪੇਸ ਜਗ੍ਹਾ ਸਾਰਾ ਲੰਬਾ ਹੋ ਜਾਊਗਾ ਕੰਮ ਥੋੜਾ ਯਾਰ। ਸੈਮੂਅਲ ਕੋਈ ਗੱਲ ਨਹੀਂ, ਠੀਕ ਹੈ, ਮੈਨੂੰ ਪਤਾ ਬਹੁਤ ਲੰਬਾ ਇਸ਼ਕ ਹੈ, 2 ਸਾਲ ਲਾ ਸਕਦਾ ਜੀ ਇਸ ਗੱਲ ਦੇ ਉੱਤੇ। ਸੋ ਆਪਾਂ 2 ਸਾਲ ਨਹੀਂ ਲਾਉਣੇ। ਅੰਦਰ ਜਾਣ ਨੂੰ ਜੀ ਕਰੇ ਨਾ। ਇੱਕ ਲਾਈਨ ਚ ਮਾਫ ਹੋਰ, ਮੈਨੂੰ ਇਹ ਲੱਗਦਾ ਕਿ ਜੇਕਰ ਯੂਨੀਵਰਸਿਟੀ ਤੁਹਾਨੂੰ ਐਂ ਲੱਗਦਾ ਵੀ ਅੰਦਰ ਤੁਹਾਡੇ ਤਾਕਤ ਭਰ ਦਿੰਦੀ, ਵੀ ਟੁੱਟੀਆਂ ਚੱਪਲਾਂ ਇੱਕ ਡੰਗ ਭਾਵੇਂ ਰੋਟੀ ਮਿਲ ਰਹੀ ਹੈ, ਜ਼ਿੰਦਗੀ ਜਿਉਣ ਨੂੰ ਜੀ ਕਰ ਰਿਹਾ, ਤਾਂ ਸਮਝ ਲਓ ਯੂਨੀਵਰਸਿਟੀ ਬਹੁਤ ਵਧੀਆ। ਤੇ ਜੇ ਤੁਹਾਨੂੰ ਕਨਫਿਊਜ਼ ਜੇ ਵੀ ਯਾਰ ਬਣੂ ਕਿ ਮੈਂ ਕੀ ਕਰੂੰ, ਹੁਣ ਉਧਰੋਂ ਘਰੋਂ ਵੀ ਕਰਦੇ ਵੀ ਫਲਾਨਾ ਜੀ ਟੌਂਕਾ ਜੀ, ਇੱਧਰੋਂ ਆ ਮੇਰੇ ਇਸ਼ਕ ਵੀ ਆਏ, ਮੈਂ ਕੀ ਕਰੂੰਗਾ, ਐਂ ਜੇ ਬਣਾ ਕੇ ਤੋੜ ਦਿੰਦੀ ਹੈ, ਤਾਂ ਕਿਤੇ ਨਾ ਕਿਤੇ ਕੋਈ ਗੜਬੜ ਹੈ। ਉਹ ਤੁਹਾਡੇ 'ਚ ਵੀ ਹੋ ਸਕਦੀ ਹੈ, ਕਿਉਂਕਿ ਤੁਸੀਂ ਵੀ ਤਾਂ ਨਾਲ ਆਪਣੇ ਆਪ ਤੇ ਕੰਮ ਕਰਨਾ ਨਾ।
ਉਹ ਵੀ ਧਿਆਨ ਰੱਖਣਾ। ਕਈ ਵਾਰੀ ਸਾਰੀਆਂ ਹੀ ਦੂਜਿਆਂ ਤੇ ਗੱਲਾਂ ਸਿੱਟ ਕੇ ਆਪਾਂ ਪਾਸੇ ਹੋ ਜਾਵਾਂਗੇ, ਉੱਥੇ ਨਹੀਂ ਗੱਲ ਬਣਨੀ। ਨਾਲ ਨਾਲ ਖੁਦ ਵੀ ਕਰਨਾ। ਤੇ ਮੈਨੂੰ ਉਹ ਯੂਨੀਵਰਸਿਟੀ ਪਿਆਰੀ ਲੱਗਦੀ ਹੈ ਜਿਹੜਾ ਸਾਨੂੰ ਐਂ ਕਹਿ ਦੇਵੇ ਵੀ ਜ਼ਿੰਦਗੀ ਜਿਉਂ, ਹਰ ਹਾਲ ਦੇ ਵਿੱਚ ਜਿਉਂ। ਤੇ ਜਦੋਂ ਤੁਸੀਂ ਜਿਉਂ ਰਹੇ ਹੋ ਫਿਰ ਵੇਵਜ਼ ਜਾਂਦੀਆਂ ਤਾਂ ਦੂਸਰਿਆਂ ਤੱਕ ਨਾ ਫੁਹਾਰੇ ਜੇ ਜਾਂਦੇ, ਉਹਨਾਂ ਨਾਲ ਦਿਆਂ ਦਾ ਵੀ ਜ਼ਿੰਦਗੀ ਜਿਉਣ ਨੂੰ ਜੀ ਕਰਦਾ। ਉਹ ਫੁਹਾਰੇ ਜੇ ਪੈਦਾ ਹੁੰਦੇ ਰਹਿਣ, ਉਹ ਯੂਨੀਵਰਸਿਟੀ ਫੁਹਾਰੇ ਛੱਡਦੇ ਰਹੇ ਤਾਂ ਜ਼ਿਆਦਾ ਵਧੀਆ। ਥੈਂਕ ਯੂ ਵੈਰੀ ਮਚ। ਬਸ ਇੰਨਾ ਕੁ ਗੁਬਗਲਾਟ ਸੀ ਮੇਰਾ। ਨਹੀਂ, ਕੋਈ ਗੱਲ ਨਹੀਂ, ਦੁਬਾਰਾ ਆਉਂਗਾ ਮੈਂ। ਰਜੇਸ਼, ਜਿਹੜੀ ਇਹਨਾਂ ਨੇ ਗੱਲ ਕੀਤੀ ਸੈਮੂਅਲ ਨੇ, ਤੇ ਤੁਹਾਡੀ ਗੱਲ ਨਾਲ ਉਹ ਜੁੜਦੀ ਹੈ। ਜਦੋਂ ਤੁਸੀਂ ਕਿਹਾ ਸੀਗਾ ਕਿ ਯੂਨੀਵਰਸਿਟੀ ਇੱਕ ਤਰੀਕੇ ਨਾਲ ਰੈਜੀਮੈਂਟੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵੀ ਇੱਕ ਦਿੱਲੀ ਤੋਂ ਤੈਅ ਹੋਊਗਾ ਸਿਲੇਬਸ ਤੇ ਉਹ ਸਾਰੇ ਥਾਵਾਂ ਦੇ ਉੱਤੇ ਲਾਗੂ ਹੋਏਗਾ, ਜਿਹਦੇ 'ਚ ਮਕਾਮੀ ਜਿਹੜੀ ਸੈਂਸਿਬਿਲਿਟੀ ਹੈ, ਮਕਾਮੀ ਜਿਹੜੀ ਸੂਝ ਹੈ, ਉਹਦੀ ਅਹਿਮੀਅਤ ਨਹੀਂ। ਸੈਮੂਅਲ ਨੇ ਉਹ ਗੱਲ ਨੂੰ ਅੱਗੇ ਤੋਰਿਆ ਉਹਨੇ, ਤੇ ਬਿਲਕੁਲ ਹੀ ਕਿ ਵਿਅਕਤੀ ਆਪਣਾ ਤਜਰਬਾ ਲੈ ਕੇ ਕਿਸ ਤਰੀਕੇ ਨਾਲ ਆਉਂਦਾ, ਇੱਕ ਥਾਂ ਉਸ ਤਜਰਬੇ ਨਾਲ ਕਿਸ ਤਰੀਕੇ ਨਾਲ ਸੰਵਾਦ ਕਰਦੀ ਹੈ ਤੇ ਉਹ ਤਬਦੀਲੀ 'ਚ ਕਿਵੇਂ ਸ਼ਾਮਲ ਹੁੰਦੀ ਹੈ। ਜਿਹੜੀ ਤੁਸੀਂ ਤਿੰਨਾਂ ਨੇ ਗੱਲ ਕੀਤੀ ਤੇ ਉਹਦੇ ਵਿੱਚ ਜਿਹੜੀ ਸਾਂਝੀ ਚੂਲ ਇਹ ਨਿਕਲਦੀ ਹੈ ਕਿ ਯੂਨੀਵਰਸਿਟੀ ਦਾ ਇੱਕ ਕੰਮ ਹੈ ਬੰਦੇ ਦੀ ਜਿਹੜੀ ਸੰਵੇਦਨਾ ਨੂੰ ਪ੍ਰਚੰਡ ਕਰਨਾ, ਬੰਦੇ ਨੂੰ ਸੰਵੇਦਨਸ਼ੀਲ ਕਰਨਾ ਤੇ ਸੰਵੇਦਨਸ਼ੀਲਤਾ ਨੂੰ ਦਰਦਮੰਦੀ ਵੱਲ ਲੈ ਕੇ ਜਾਣਾ। ਜਿਵੇਂ ਆਪਾਂ ਕਹਿੰਦੇ ਹਾਂ ਕਿ ਸਿੰਪਥਾਈਜ਼ ਤਾਂ ਤੁਸੀਂ ਕਰਦੇ ਹੋ, ਉਹਨੂੰ ਐਮਪਥਾਈਜ਼ ਕਰਨ ਵੱਲ ਲੈ ਕੇ ਜਾਣਾ। ਤੇ ਇਸ ਯੂਨੀਵਰਸਿਟੀ ਦੇ ਵਿੱਚ ਅੱਜ ਦੇ ਦਿਨ ਇਸ ਕਰਕੇ ਵੀ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਕਿ ਜਦੋਂ ਅਸੀਂ ਇਹ ਪੈਨਲ ਬਾਰੇ ਸੋਚਿਆ ਸੀ ਕਿ ਪੈਨਲ ਬਣਾਵਾਂਗਾ ਇਸ ਯੂਨੀਵਰਸਿਟੀ ਦੇ ਆਈਡੀਆ ਤੇ ਡਿਸਕਸ ਕਰਨਾ, ਇਹਦੇ ਇਸ ਕਰਕੇ ਨਹੀਂ ਬਣਾਇਆ ਗਿਆ ਸੀ ਕਿ ਤੁਸੀਂ ਕਲਾਕਾਰ ਹੋ, ਤੇ ਇਸ ਕਰਕੇ ਬਣਾਇਆ ਗਿਆ ਸੀ ਕਿਉਂਕਿ ਇਹਨਾਂ ਦੇ ਕੰਮਾਂ ਦੇ ਵਿੱਚ ਜਿਹੜਾ ਹੈਗਾ ਉਹ ਵਿਦਿਅਕ ਅਦਾਰੇ ਦੀ, ਵਿਦਿਆ ਦੀ ਅਹਿਮੀਅਤ ਦੀ ਗੱਲ ਹੁੰਦੀ ਹੈ। ਤੇ ਕਿਉਂਕਿ ਤੁਸੀਂ ਨਾਟਕ ਕਰਦੇ ਹੋ, ਕਹਾਣੀ ਕਰਦੇ ਹੋ, ਤਾਂ ਇਸ ਕਰਕੇ ਉਹ ਜਿਹੜਾ ਇਹ ਕੀ ਲਿਖਿਆ ਹੋਇਆ ਕਲਾਕਾਰ ਦਾ ਪ੍ਰਫੇਕ, ਉਹ ਐਵੇਂ ਹੀ ਆ ਗਿਆ ਵਿੱਚ, ਹੈ ਨਾ। ਤੇ ਪਰ ਮੈਂ ਜਿਹੜਾ ਸਵਾਲ ਕਰਨਾ ਚਾਹੁੰਦਾ ਵਾਪਸ ਇਹ ਕਿ ਜਿਹੜਾ ਕਲਾਕਾਰ ਉਹ ਸਮਾਜ ਦਾ ਹਿੱਸਾ ਹੈ, ਜੋ ਕਲਾ ਦੇ ਵਿੱਚ ਆ ਰਿਹਾ, ਜੋ ਦਰਜ ਹੋ ਰਿਹਾ ਤੁਹਾਡੀ ਕਹਾਣੀ ਦੇ ਵਿੱਚ, ਉਹਦੇ ਪਿੱਛੇ ਕੋਈ ਤਜਰਬਾ ਹੈ। ਤੁਹਾਡਾ ਤਜਰਬਾ ਕੀ ਹੈ ਤੇ ਤੁਸੀਂ ਉਹਨੂੰ ਅੱਗੇ ਕਿਵੇਂ ਲੈ ਕੇ ਜਾਂਦੇ ਹੋ। ਰੇਸ਼, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਮਾਮਲਾ ਹੈਗਾ ਕਿ ਇੱਕ ਇੰਡੀਵਿਜੂਅਲ ਆਪਣਾ ਤਜਰਬਾ ਲੈ ਕੇ ਇੱਥੇ ਆਏਗਾ ਤੇ ਉਹ ਇੱਥੋਂ ਸਿੱਖੇਗਾ, ਤੇ ਦੂਜੀ ਗੱਲ ਇਹ ਹੈ ਕਿ ਇੱਥੇ ਸਿਲੇਬਸ ਡਿਸਾਈਡ ਹੋਏਗਾ ਜਿਹੜਾ ਖਾਸ ਤਰੀਕੇ ਨਾਲ ਤੁਹਾਨੂੰ ਸਿਖਾਏਗਾ। ਹਲੇ ਆਪਾਂ ਉਹਦੀ ਪੱਖ ਬਾਹਰ ਕਰ ਦਿੰਦੇ ਹਾਂ ਕਿ ਰਿਆਸਤ ਕਿਸ ਤਰੀਕੇ ਨਾਲ ਯੂਨੀਵਰਸਿਟੀ ਨੂੰ ਇੱਕ ਦੁਕਾਨ ਦੇ ਤੌਰ ਦੇ ਉੱਤੇ ਸੋਚੇਗੀ, ਜਾਂ ਇਹ ਸੋਚੇਗੀ ਕਿ ਕਿਸ ਕਿਸਮ ਦੇ ਸ਼ਹਿਰੀ ਦੀ ਮੈਨੂੰ ਲੋੜ ਹੈ ਤੇ ਕਿਸ ਕਿਸਮ ਦਾ ਸ਼ਹਿਰੀ ਇਹਨਾਂ ਕਾਰਖਾਨਿਆਂ ਦੇ ਵਿੱਚੋਂ ਪੈਦਾ ਕਰਕੇ ਲਿਆਉਣਾ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੀਆਂ ਦੋ ਚੀਜ਼ਾਂ ਤੁਸੀਂ ਕਹੀਆਂ ਨੇ ਕਿ ਇੱਕ ਮੁਕਾਮੀ ਸੱਭਿਆਚਾਰ, ਮੁਕਾਮੀ ਤਹਿਜੀਬ, ਤੇ ਦੂਜਾ ਜਿਹੜਾ ਬੰਦੇ ਦਾ ਤਜਰਬਾ, ਕੀ ਯੂਨੀਵਰਸਿਟੀ ਉਹਨੂੰ ਸੀਲ ਕਰਨ ਦਾ ਕੰਮ ਕਰਦੀ ਹੈ ਜਾਂ ਉਹਨੂੰ ਪ੍ਰਫੁੱਲਤ ਕਰਨ ਦਾ ਕੰਮ ਕਰਦੀ ਹੈ? ਬਹੁਤ ਸਾਰੇ ਸਵਾਲ ਪੈਦਾ ਹੋ ਗਏ। ਇੱਕ ਤਾਂ ਯੂਨੀਵਰਸਿਟੀ ਗਿਆਨ ਦਿੰਦੀ ਹੈ, ਮੈਨੂੰ ਇਹਦੇ ਤੇ ਸ਼ੱਕ ਹੈ। ਇਹ ਰੋਲ ਮੇਰੇ ਖਿਆਲ 'ਚ ਹੁਣ ਬਦਲ ਗਿਆ ਹੈ ਔਰ ਅੱਗੋਂ ਬਦਲੇਗਾ, ਬਦਲਣਾ ਚਾਹੀਦਾ ਹੈ। ਜਿਹੜਾ ਰਾਜੀਵ ਹੋਣਾ ਦੇ ਵਕਤ ਦੀ ਜਾਂ ਮੇਰੇ ਵਕਤ ਦੀ ਜਦੋਂ ਮੈਂ ਪੜ੍ਹਦਾ ਸੀ, ਉਹ ਯੂਨੀਵਰਸਿਟੀ ਸੀ, ਉਹ ਗਿਆਨ ਦਿੰਦੀ ਸੀ। ਪਰ ਹੁਣ ਜਿਸ ਚੀਜ਼ ਦੀ ਲੋੜ ਹੈ ਉਹ ਹੈ ਕਿ ਯੂਨੀਵਰਸਿਟੀ ਸਕੈਪਟਿਸਿਜ਼ਮ ਪੈਦਾ ਕਰੇ, ਸ਼ੱਕ ਪੈਦਾ ਕਰਨਾ ਸਿਖਾਏ, ਸਵਾਲ ਪੈਦਾ ਕਰਨਾ ਸਿਖਾਏ। ਗਿਆਨ ਨਾ ਵੰਡੇ, ਗਿਆਨ ਬਹੁਤ ਪਿਆ ਹੋਇਆ ਹੈ। ਗਿਆਨ ਦੇ ਹਰ ਬਿੰਦੂ ਤੇ ਪ੍ਰਸ਼ਨ ਲਗਾਉਣਾ, ਇਹ ਯੂਨੀਵਰਸਿਟੀ ਦਾ ਕੰਮ ਹੋਣਾ ਚਾਹੀਦਾ। ਉਸ ਤੋਂ ਬਗੈਰ ਕੋਈ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਆ ਸਕਦਾ। ਦੂਸਰੀ ਗੱਲ, ਜਦੋਂ ਅਸੀਂ ਸਮਾਜ ਨੂੰ ਕੀ ਦੇਣਾ ਹੈ ਇਹ ਸੋਚਾਂਗੇ ਤਾਂ ਕਿਤੇ ਇਹ ਭੁਲੇਖਾ ਨਾ ਲੱਗ ਜਾਏ। ਉਸ ਐਂਬੀਗਿਊਟੀ ਨਾਲ ਰਾਜੀਵ ਹੋਣ ਨੇ ਬਹੁਤ ਬਰੀਕੀ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਔਰ ਬਹੁਤ ਸੋਹਣਾ ਕੀਤਾ ਕਿ ਮੈਨੂੰ ਪਹਿਲਾਂ ਹੀ ਪਤਾ, ਇਸ ਕਰਕੇ ਮੈਂ ਦੱਸਾਂਗਾ ਕਿ ਸਮਾਜ ਨੂੰ ਬਦਲਣਾ ਕਿੱਦਾਂ। ਉਹਦੇ ਵਿੱਚੋਂ ਸਟਾਲਿਨਿਜ਼ਮ ਨਿਕਲਦਾ ਹੈ, ਉਹਦੇ ਵਿੱਚੋਂ ਮਾਓਇਜ਼ਮ ਨਿਕਲਦਾ ਹੈ, ਉਹਦੇ ਵਿੱਚੋਂ ਉਹ ਆਈਡੀਓਲੋਜੀ ਨਿਕਲਦੀ ਜਿਹੜੀ ਕਹਿੰਦੀ ਮੈਂ ਦੱਸਾਂਗਾ ਕਿ ਦੁਨੀਆ ਕਿੱਦਾਂ ਬਣਾਉਣੀ ਹੈ। ਜਿੱਥੇ ਇੰਡੀਵਿਜੂਅਲਿਜ਼ਮ ਦੀ ਲੋੜ ਹੈ, ਪਰ ਇੰਡੀਵਿਜੂਅਲਿਜ਼ਮ ਐਮਪੈਥੀ ਔਰ ਕੰਪੈਸ਼ਨ ਤੋਂ ਪਰੇ, ਸੈਂਟੀਮੈਂਟ ਤੋਂ ਪਰੇ, ਬੇਬਾਕ ਔਰ ਕੱਲ ਜਿਹੜਾ ਮੰਡ ਹੋਣ ਨੇ ਕਿਹਾ ਸੀ ਨਿਰਲੇਪ ਹੋ ਕੇ ਸੋਚਣ ਦੀ ਥਾਂ ਹੋਣੀ ਚਾਹੀਦੀ। ਕਿਉਂਕਿ ਜਜ਼ਬਾਤ ਔਰ ਤਰਸ ਔਰ ਐਮਪੈਥੀ ਦੇ ਦਰਿਆ 'ਚ ਵਗਣਾ ਬੜਾ ਸੌਖਾ ਹੈ, ਕੋਈ ਵੀ ਵਗ ਸਕਦਾ ਹੈ। ਉਹ 'ਚ ਪੜ੍ਹੇ ਲਿਖੇ ਹੋਣ ਦੀ, ਅਨਪੜ੍ਹ ਹੋਣ ਦੀ ਕੋਈ ਲੋੜ ਨਹੀਂ। ਅਸੀਂ ਆਪਣੇ ਗਿਲਟ ਨੂੰ ਦਬਾ ਦਿੰਦੇ ਹਾਂ, ਗੱਲ ਕਹਿ ਕੇ ਕਿ ਮੈਨੂੰ ਉਹਦੇ ਤੇ ਤਰਸ ਆ ਗਿਆ, ਬੜਾ ਗਰੀਬ ਹੈ। ਪਰ ਬਿਨਾਂ ਤਰਸ ਦੇ ਗਰੀਬੀ ਨੂੰ ਸੋਚਣ ਦੀ ਜ਼ਿਆਦਾ ਲੋੜ ਹੈ ਜੇ ਉਹਨੂੰ, ਉਹਨਾਂ ਲੋਕਾਂ ਨੂੰ ਜਾਂ ਆਪਣੇ ਆਪ ਨੂੰ ਦਿੱਤੇ ਹੋਏ ਹਾਲਾਤ ਤੋਂ ਬਾਹਰ ਕੱਢਣਾ। ਅਗਰ ਯੂਨੀਵਰਸਿਟੀ ਸਾਨੂੰ ਇਹ ਸਿਖਾ ਸਕਦੀ ਹੋਵੇ, ਮੈਨੂੰ ਨਹੀਂ ਪਤਾ ਸਿਖਾਉਂਦੀ ਕਿ ਨਹੀਂ, ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ। ਲੇਕਿਨ ਜਿੱਧਰ ਅੱਜ ਹਾਲਾਤ ਚੱਲੇ ਹੋਏ ਹੈ, ਮੈਨੂੰ ਲੱਗਦਾ ਹੈ ਕਿ ਯੂਨੀਵਰਸਿਟੀ ਇੱਕ ਤਾਂ ਸਮਾਜ ਦਾ ਹਿੱਸਾ, ਠੀਕ ਹੈ। ਯੂਨੀਵਰਸਿਟੀ ਕੀ ਦੇਵੇ, ਸੀ ਸਮਾਜ ਨੂੰ ਵੀ ਤਾਂ ਪੁੱਛੀਏ ਕਿ ਯੂਨੀਵਰਸਿਟੀ ਨੂੰ ਸਮਾਜ ਕੀ ਦਿੰਦਾ ਪਿਆ।
ਇਸ ਵੇਲੇ ਹਾਲਤ ਇਹ ਹੈ ਕਿ ਸਮਾਜ ਖੁਦ ਮੈਨੂਫੈਕਚਰ ਹੋ ਰਿਹਾ ਹੈ ਔਰ ਯੂਨੀਵਰਸਿਟੀ ਡਿਸਮੈਂਟਲ ਹੋ ਰਹੀ ਹੈ। ਯੂਨੀਵਰਸਿਟੀ ਇਜ਼ ਬਿਕਮਿੰਗ ਅ ਫੈਕਟਰੀ ਆਫ ਇਨਹਿਊਮਨ ਹਿਊਮਨ ਬੀਇੰਗਸ। ਤੁਸੀਂ ਜਿਸ ਤਰ੍ਹਾਂ ਦੇ ਸਿਲੇਬਸਾਂ ਦੀ ਵੰਡ ਕੀਤੀ ਜਾਂਦੀ ਹੈ ਉਹਦੇ 'ਚ ਤੁਸੀਂ ਦੇਖ ਲਓ ਕਿ ਬਹੁਤ ਸਾਰੇ ਡਿਸਪਲਿਨ ਦੇ ਲੋਕ ਹੈ ਉਹ ਸੋਚਦੇ ਕਿ ਲਿਟਰੇਚਰ ਵੱਲ ਕਹਾਣੀਆਂ ਪੜ੍ਹਦੇ, ਸਮਾਜ ਸ਼ਾਸਤਰੀ ਕੁਝ ਵੀ ਨਹੀਂ ਕਰਦੇ, ਕਹਾਣੀਆਂ ਹੀ ਪਾਈ ਜਾਂਦੇ। ਇੰਜੀਨੀਅਰਿੰਗ ਜਿੱਦਾਂ ਦੁਨੀਆ ਦਾ ਇੱਕੋ ਕੰਮ ਰਹਿ ਗਿਆ, ਮੈਨੇਜਮੈਂਟ ਇੱਕੋ ਕੰਮ ਰਹਿ ਗਿਆ। ਘਰ ਦੇ ਤੁਹਾਡੇ ਧੀ ਦੇ ਪੁੱਤਰ ਦੇ ਇਸ਼ਕ ਤੁਹਾਡੇ ਤੋਂ ਮੈਨੇਜ ਨਹੀਂ ਹੁੰਦੇ ਤੇ ਕੀਤੀ ਤੁਸੀਂ MBA ਹੁੰਦੀ ਹੈ, ਕਾਰਪੋਰੇਟ ਦੇ ਵਿੱਚ ਚੀਫ ਕਾਰਪੋਰੇਟ ਅਫਸਰ ਲੱਗੇ ਹੋਏ ਹੋ, ਕਾਹਦੀ ਮੈਨੇਜਮੈਂਟ ਕੀਤੀ? ਕੀ ਅਸੀਂ ਐਸੀ ਸਿੱਖਿਆ ਪ੍ਰਣਾਲੀ ਬਣਾ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਮੈਨੇਜ ਕਰਨਾ ਸਿੱਖੀਏ ਤਾਂ ਕਿ ਸਮਾਜ ਦੇ ਹਿੱਸੇ ਦੇ ਤੌਰ ਤੇ ਕੋਈ ਯੋਗਦਾਨ ਦੇ ਸਕੀਏ? ਔਰ ਉਹ ਯੋਗਦਾਨ ਤਾਂ ਹੀ ਹੋ ਸਕਦਾ ਜੇ ਅਸੀਂ ਲਗਾਤਾਰ ਆਪਣੇ ਆਪ ਨੂੰ ਵੀ ਸਵਾਲ ਕਰੀਏ ਤੇ ਆਪਣੇ ਬਾਰੇ ਸੋਚੀਏ, ਕਿਉਂਕਿ ਜੇ ਅਸੀਂ ਸਿਫਰ ਹਾਂ ਤਾਂ ਅਸੀਂ ਦੇ ਵੀ ਕੁਝ ਨਹੀਂ ਸਕਦੇ। ਬਿਨਾਂ ਇੰਡੀਵਿਜੂਅਲ ਦੇ ਕੋਈ ਸੁਸਾਇਟੀ ਨਹੀਂ ਹੁੰਦੀ, ਔਰ ਬਿਹਤਰੀਨ ਸੁਸਾਇਟੀ ਉਹ ਹੁੰਦੀ ਹੈ ਜਿੱਥੇ ਹਰ ਇੱਕ ਇੰਡੀਵਿਜੂਅਲ ਆਪੋ ਆਪਣੇ ਵਰਗਾ ਇੰਡੀਵਿਜੂਅਲ ਹੋਏਗਾ। ਇੱਕੋ ਤਰ੍ਹਾਂ ਦੇ ਇੰਡੀਵਿਜੂਅਲ ਹੋਣ ਉਹ ਕੀ ਹੈ, ਮੁਰਦਾ ਘਰ ਹੈ, ਉਹ ਕੀ ਸੁਸਾਇਟੀ ਨਹੀਂ ਹੈ। ਔਰ ਇਸੇ ਕਰਕੇ ਜਿਨ੍ਹਾਂ ਸੁਸਾਇਟੀਜ਼ ਨੇ ਵੀ ਕਿਸੇ ਪੋਲੀਟੀਕਲ ਏਜੰਡਾ ਦੇ ਅਧੀਨ ਆ ਕੇ ਐਸੇ ਸਮਾਜ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੋਂ ਇੰਡੀਵਿਜੂਅਲ ਨੂੰ ਖਤਮ ਕਰ ਦਿੱਤਾ ਜਾਏ, ਉੱਥੇ ਕਲਾ ਮਰੀ ਔਰ ਕਲਾ ਦੇ ਨਾਲ ਬੰਦਿਆਂ ਦੀ ਹੱਤਿਆ ਹੋਈ ਹੈ। ਇੱਕ ਕੋਕਟੋ ਨੇ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ ਹੈ ਕਿ ਸਭ ਤੋਂ ਮਹੱਤਵਪੂਰਨ ਕੰਮ ਕਿਸੇ ਵੀ ਚੀਜ਼ ਨੂੰ ਪਵਿੱਤਰ ਨਾ ਮੰਨਣਾ ਹੈ। ਯੂਨੀਵਰਸਿਟੀ ਉਹ ਥਾਂ ਹੋਣੀ ਚਾਹੀਦੀ ਜਿੱਥੇ ਕਿਸੇ ਚੀਜ਼ ਨੂੰ ਪਵਿੱਤਰ ਨਾ ਮੰਨਿਆ ਜਾਏ ਕਿ ਇਹਦੇ ਬਾਰੇ ਗੱਲ ਨਹੀਂ ਕਰਨੀ, ਬੜੀ ਪਵਿੱਤਰ ਹੈ, ਕਿਸੇ ਦੀ ਭਾਵਨਾਵਾਂ ਨੂੰ ਠੇਸ ਲੱਗੇਗੀ। ਤਾਂ ਇਸ ਨੇ ਲਿਖਿਆ ਹੈ ਕਿ ਜਦੋਂ ਸਤੀ ਪ੍ਰਥਾ ਨੂੰ ਰੋਕਿਆ ਗਿਆ ਸੀ ਤਾਂ ਬੜਿਆਂ ਦੀ ਭਾਵਨਾਵਾਂ ਨੂੰ ਠੇਸ ਲੱਗੀ ਹੋਣੀ, ਜਦੋਂ ਬਾਲ ਵਿਵਾਹ ਰੋਕਿਆ ਗਿਆ ਸੀ ਬੜਿਆਂ ਦੀ ਭਾਵਨਾਵਾਂ ਨੂੰ ਠੇਸ ਲੱਗੀ ਹੋਣੀ, ਤਾਂ ਪਰ ਰੋਕਣਾ ਚਾਹੀਦਾ ਸੀ ਨਾ। ਭਾਵਨਾਵਾਂ ਦੇ ਨਾਮ ਤੇ ਕਿ ਜੀ ਇਹ ਪਵਿੱਤਰ ਹੈ, ਇਹਨੂੰ ਹੱਥ ਨਾ ਲਾਓ, ਯੂਨੀਵਰਸਿਟੀਆਂ ਦੇ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਔਰ ਇਸ ਤਰ੍ਹਾਂ ਯੂਨੀਵਰਸਿਟੀ ਦੀ ਸੈਂਸਿਬਿਲਿਟੀ ਸਮਾਜ 'ਚ ਫੈਲਣੀ ਚਾਹੀਦੀ ਹੈ। ਔਰ ਕੋਕਟੋ ਇਹ ਕਹਿੰਦਾ ਹੈ ਕਿ ਇੱਕ ਸਾਹਿਤਕ ਜੀਵਨ ਹੁੰਦਾ ਹੈ ਔਰ ਇੱਕ ਕਲਾਕਾਰ ਦਾ ਜੀਵਨ ਹੁੰਦਾ, ਜਿਸ ਕਰਕੇ ਮੈਂ ਇਸ ਪੈਨਲ 'ਚ ਹੈਗਾ। ਔਰ ਮੈਨੂੰ ਲੱਗਿਆ ਕਿ ਇਹ ਗੱਲ ਹੋਣੀ ਚਾਹੀਦੀ ਹੈ ਕਿ ਕਲਾਕਾਰ ਤੇ ਸਾਹਿਤਕਾਰ ਦਾ ਕਹਿੰਦਾ ਫਰਕ ਕੀ ਹੈ। ਔਰ ਸਾਹਿਤਕਾਰ ਮੇਰੇ ਖਿਆਲ 'ਚ ਉਹਦਾ ਡੈਕੇਡੈਂਟ ਸਾਹਿਤਕਾਰ ਹੈ, ਹਰ ਇੱਕ ਸਾਹਿਤਕਾਰ ਨਹੀਂ ਹੈ, ਕਿਉਂਕਿ ਸਹੀ ਸਾਹਿਤਕਾਰ ਕਲਾਕਾਰ ਹੈ। ਸਾਹਿਤਕਾਰ ਕਲਾਕਾਰ ਉਦੋਂ ਬਣਦਾ ਹੈ ਜਦੋਂ ਉਹ ਕਿਸੇ ਵੀ ਚੀਜ਼ ਨੂੰ ਪਵਿੱਤਰ ਮੰਨਣਾ ਛੱਡ ਦਿੰਦਾ। ਜਦੋਂ ਤੱਕ ਮੰਨਦਾ ਹੈ ਉਹ ਕਈਆਂ ਚੀਜ਼ ਨੂੰ ਹੱਥ ਲਾਏਗਾ, ਕਈਆਂ ਨੂੰ ਨਹੀਂ ਲਾਉਂਦਾ। ਜੇ ਯੂਨੀਵਰਸਿਟੀ ਸਾਨੂੰ ਇੱਦਾਂ ਦੇ ਬਣਾ ਕੇ ਭੇਜਦੀ ਹੈ ਤਾਂ ਇਹਦੀ ਹੋਂਦ ਜਾਇਜ਼ ਹੈ, ਨਹੀਂ ਤਾਂ ਇਹਦੀ ਕੋਈ ਲੋੜ ਨਹੀਂ। ਜਿਵੇਂ ਸੈਮਲ ਹੋਣਾ ਨੇ ਕਿਹਾ, ਯੂਨੀਵਰਸਿਟੀ ਤੋਂ ਬਾਹਰ ਵੀ ਪੜ੍ਹਾਈ ਬੜੀ ਚੱਲਦੀ ਹੈ। ਔਰ ਸੱਚੀ ਤੁਹਾਨੂੰ ਦੱਸਾਂ ਕਿ ਤੁਹਾਨੂੰ ਕਿਸੇ ਤੁਸੀਂ ਆਮ ਆਦਮੀ ਨਾਲ ਗੱਲ ਕਰੋ ਜਿਹਨੇ ਕਦੀ ਸਕੂਲ ਦੇ ਅੰਦਰ ਵੜ ਕੇ ਵੀ ਨਹੀਂ ਦੇਖਿਆ, ਤਾਂ ਤੁਹਾਨੂੰ ਕਿਤੇ ਜ਼ਿਆਦਾ ਪੜ੍ਹਾ ਜਾਂਦਾ। ਤੁਸੀਂ 5 ਸਾਲ ਯੂਨੀਵਰਸਿਟੀ 'ਚ ਲਾਏ ਹੁੰਦੇ, ਕੁਝ ਨਹੀਂ ਮਿਲਦਾ। ਸਿਰਫ ਬੰਦੇ ਨਾਲ ਬੈਠ ਕੇ ਗੱਲ ਕਰਨ ਦੀ ਲੋੜ ਹੁੰਦੀ। ਰਜੇਸ਼ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਤੋਂ ਬਾਅਦ ਮੈਨੂੰ ਲੱਗਿਆ ਕਿ ਇੱਕ ਕੁਰਸੀ ਜਿਹੜੀ ਹੋਰ ਖਾਲੀ ਹੋਣੀ ਚਾਹੀਦੀ ਸੀਗੀ, ਜਿਹੜੀ ਸਾਨੂੰ ਬਤੌਰ ਪ੍ਰਬੰਧਕਾਂ ਸਮਝ ਨਹੀਂ ਆਈ ਕਿ ਇੱਥੇ ਇੱਕ ਵਿਗਿਆਨੀ ਵੀ ਹੋਣਾ ਚਾਹੀਦਾ ਸੀ। ਕਿਉਂਕਿ ਜਿਹੜੀਆਂ ਗੱਲਾਂ ਰਜੇਸ਼ ਨੇ, ਰਾਜੀਵ ਨੇ, ਸੈਮੂਅਲ ਹੋਣਾ ਨੇ ਕੀਤੀਆਂ ਨੇ, ਉਹਦੇ ਵਿੱਚ ਸੰਵੇਦਨਾ ਦੀ ਤੇ ਐਮਪਥੀ ਦੀ, ਦਰਦਮੰਦੀ ਦੀ ਬਹੁਤ ਗੱਲ ਬਾਰ-ਬਾਰ ਆਈ ਹੈ। ਪਰ ਵਿਗਿਆਨੀ ਇਹਨੂੰ ਕਿਵੇਂ ਕਰਦੇ ਨੇ? ਮਤਲਬ ਜਦੋਂ ਅਸੀਂ ਵਿਗਿਆਨ ਦੇ ਖੇਤਰ ਦੇ ਵਿੱਚ ਦੇਖਦੇ ਹਾਂ ਤੇ ਉੱਥੇ ਵੀ ਐਮਪਥੀ ਦੀ ਬਹੁਤ ਅਹਿਮੀਅਤ ਹੈ। ਕੱਲ ਇਸ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਗਗਨਦੀਪ ਕੰਗ ਹੋਣਾ ਨੇ ਜਿਹੜਾ ਭਾਸ਼ਣ ਕੀਤਾ ਹੈ, ਉਹਦੇ ਵਿੱਚ ਸਭ ਤੋਂ ਮਜ਼ਬੂਤ ਤੇ ਮਤਲਬ ਸਭ ਤੋਂ ਜਿਹੜਾ ਪਾਇਦਾਰ ਠੋਸ ਸ਼ਬਦ ਆਉਂਦਾ ਹੈ ਉਹ ਐਮਪਥੀ ਹੈ, ਤੇ ਉਹ ਸਾਇੰਟਿਸਟ ਹੈ। ਤੇ ਉਹ ਮੈਨੂੰ ਲੱਗਦਾ ਕਿ ਵੀ ਬਹੁਤ ਅਹਿਮ ਹੈ ਕਿ ਜਿੰਨੀ ਦੇਰ ਤੱਕ ਜਿਹੜੇ ਜਗਿਆਸੂ ਬੰਦੇ ਨੇ, ਜਿਹੜੇ ਗਿਆਨ ਦੀ ਕਿਸੇ ਜੁਸਤਜੂ ਦੇ ਵਿੱਚ ਸ਼ਾਮਿਲ ਨੇ, ਉਹ ਜੇ ਉਹਨਾਂ ਕੋਲ ਐਮਪਥੀ ਨਹੀਂ ਤੇ ਗਿਆਨ ਫਿਰ ਕਿਸੇ ਹੋਰ ਪਾਸੇ ਨੂੰ ਤੁਹਾਨੂੰ ਲੈ ਕੇ ਜਾ ਰਿਹਾ ਹੈ। ਰਾਜੀਵ, ਮੈਂ ਵਾਪਸ ਆਵਾਂਗਾ ਹੁਣ ਉੱਥੇ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਪਰ ਇਸ ਵਾਰ ਨਾ ਤੁਸੀਂ ਆਪਣੀ ਫਿਲਮ ਦੀ ਕਹਾਣੀ ਵੀ ਸੁਣਾਉਣੀ, ਕਿਉਂਕਿ ਉਹ ਫਿਰ ਲੰਬੀ ਹੋ ਜਾਂਦੀ ਹੈ ਜ਼ਿਆਦਾ, ਹੈ ਨਾ। ਤੇ ਮੈਂ ਰਾਜੀਵ ਨਾਲ ਇੱਦਾਂ 30 ਸਾਲ ਤੋਂ ਗੱਲ ਕਰਦਾ ਆ ਰਿਹਾ, ਸੋ ਮੈਨੂੰ ਹੋਰ ਕਿਸੇ ਤਰੀਕੇ ਨਾਲ ਗੱਲ ਕਰਨ ਦੀ ਆਦਤ ਨਹੀਂ ਹੈ ਤੇ ਉਂਝ ਵੀ ਮੈਨੂੰ ਇਹ ਆਦਤ ਚੰਗੀ ਲੱਗਦੀ ਹੈ। ਰਾਜੀਵ, ਜਦੋਂ ਤੁਹਾਡੀਆਂ ਫਿਲਮਾਂ ਦੇ ਕਿਰਦਾਰ ਆਏ, ਇੱਕ ਤਾਂ ਇਹ ਹੈ ਕਿ ਉਹਨਾਂ ਦੀ ਇੱਕ ਜੁਸਤਜੂ ਹੈ ਕਿ ਮੈਂ ਪੜ੍ਹਨਾ ਹੈ, ਮੈਂ ਬਿਹਤਰ ਢੰਗ ਨਾਲ ਸਮਝਣਾ ਕਿਉਂਕਿ ਮੈਂ ਦੁਨੀਆ ਬਦਲਣੀ ਹੈ। ਪਰ ਉਸੇ ਦੌਰ ਦੇ ਵਿੱਚ ਤੁਹਾਡੇ ਸਾਰੇ ਕਿਰਦਾਰਾਂ ਦੇ ਉੱਤੇ ਇੱਕ ਕੁੰਡਾ ਲੱਗਿਆ ਹੋਇਆ, ਜਿਹੜਾ ਵਧੀਆ ਪੜ੍ਹਾਉਣ ਵਾਲਾ ਮਾਸਟਰ ਹੈ ਉਹਦੇ ਉੱਤੇ ਬਦਲੀ ਦਾ ਖਤਰਾ ਮੰਡਰਾ ਰਿਹਾ। ਜਿਹੜਾ ਵਧੀਆ ਪੜ੍ਹਾਉਣ ਵਾਲਾ ਸਕੂਲ ਹੈ ਉਹਦੇ ਉੱਤੇ ਬੰਦ ਹੋਣ ਦਾ ਖਤਰਾ ਮੰਡਰਾ ਰਿਹਾ। ਜਿਹੜਾ ਚੰਗਾ ਅਧਿਆਪਕ ਹੈ ਉਹਦੇ ਉੱਤੇ ਸਰਪੰਚ ਦੀ ਗੁੰਡਾਗਰਦੀ ਮੰਡਰਾ ਰਹੀ ਹੈ। ਇਹ ਤੇ 90ਵੇਂ ਦੇ ਦੌਰ ਦੀ ਗੱਲ ਹੈ। ਤੇ ਮੈਂ ਇਹ ਚਾਹਾਂਗਾ ਕਿ ਹੁਣ ਆਪਾਂ ਸਕਰੀਨ ਤੇ ਆਉਣ ਵਾਲੀਆਂ ਚੀਜ਼ਾਂ ਬਾਰੇ ਗੱਲ ਕਰੀਏ, ਕਿਉਂਕਿ ਮੈਂ ਜਿਹੜੀ ਰਾਜੀਵ ਦੀ ਇੰਟਰੋਡਕਸ਼ਨ ਸੀਗੀ ਉਹਦੇ 'ਚ ਇੱਕ
ਜਿਹੜੀ ਨਾਮੁਕੰਮਲ ਚੀਜ਼ ਸੀਗੀ ਉਹ ਇਹ ਸੀਗੀ, ਮੈਂ ਇਹ ਨਹੀਂ ਦੱਸਿਆ ਕਿ ਇਹ ਡਾਕੂਮੈਂਟਰੀ ਫਿਲਮ ਮੇਕਰ ਹੈ, ਸੋ ਇਹ ਕਹਾਣੀਆਂ ਸੁਣਾਉਂਦਾ ਰਿਹਾ। ਹੁਣ ਇਹ ਜਿਹੜਾ ਤੱਥਮੂਲਕ ਗੱਲ ਕਰੇਗਾ। ਜਿੱਦਾਂ ਦਿਲਜੀਤ ਤੁਸੀਂ ਮੇਰੇ ਫਿਲਮਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ, ਤੇ ਜਦੋਂ ਕੋਈ ਬੰਦਾ ਜਾ ਕੇ ਕੰਮ ਕਰਦਾ, ਖਾਸ ਤੌਰ ਤੇ ਪਿੰਡ 'ਚ, ਕਿਉਂਕਿ ਮੇਰੀ ਫਿਲਮਾਂ 'ਚ ਬਾਰ-ਬਾਰ ਉਹੀ ਗੱਲ ਆਉਂਦੀ ਹੈ, ਤੇ ਪਿੰਡ 'ਚ ਕੰਮ ਕਰਨ ਦੀ ਲੋੜ ਹੈ, ਕਿਉਂਕਿ ਉੱਥੇ ਬਹੁਤ ਸਾਰੇ ਇਦਾਂ ਦੇ ਕਿਰਦਾਰ ਨੇ ਜਿਹੜੇ ਤਬਦੀਲੀ ਚਾਹੁੰਦੇ ਆ ਕਿ ਨਾ ਹੋਵੇ। ਜਿਹੜਾ ਸਟੇਟਸ ਕੋ ਹੈਗਾ ਉਹ ਪਿੰਡ ਲੈਵਲ ਤੇ, ਸਮਾਜ ਦੇ ਲੈਵਲ ਤੇ, ਸਟੇਟ ਦੇ ਲੈਵਲ ਤੇ, ਨੇਸ਼ਨ ਦੇ ਲੈਵਲ ਤੇ ਉਹ ਰਹੇ, ਉਹਨਾਂ ਨੂੰ ਸੂਟ ਕਰਦਾ। ਤੇ ਜਦੋਂ ਇਹ ਕਿਰਦਾਰ ਜਾ ਕੇ ਆਪਣਾ ਕੰਮ ਕਰਦੇ ਆ ਤੇ ਉਹਨਾਂ ਦਾ ਵਿਰੋਧ ਵੀ ਹੁੰਦਾ, ਤੇ ਵਿਰੋਧ ਦੀ ਲੋੜ ਆ, ਤਾਈਓ ਤੇ ਇਹ ਜਾਂਦੇ ਆ ਉੱਥੇ। ਸੋ ਮੈਨੂੰ ਇਹ ਲੱਗਦਾ ਕਿ ਵਿਰੋਧ ਤਾਂ ਕਰਨਾ ਹੀ ਚਾਹੀਦਾ। ਜਿੱਦਾਂ ਮੈਂ ਸੈਮੂਅਲ ਦੀ ਇੱਕ ਗੱਲ ਮੈਂ ਸਮਝਣ ਦੇ ਲਈ ਕਰ ਰਿਹਾ ਇਹ ਗੱਲ, ਕਿ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਜਿਹਦੇ ਕੋਲੇ, ਜਿੱਦਾਂ ਸਰ ਨੇ ਵੀ ਕਿਹਾ ਕਿ ਜਿਹੜਾ ਤੁਸੀਂ ਕਿਤੋਂ ਵੀ ਕੋਈ ਜਾਣਕਾਰੀ ਹਾਸਲ ਕੀਤੀ ਹੈ, ਹੁਣ ਮੈਂ ਜਾਣਕਾਰੀ ਕਹਿੰਦਾ, ਵਿਜ਼ਡਮ ਵੀ ਨਹੀਂ ਕਹਿੰਦਾ, ਤੇ ਉਸ ਜਾਣਕਾਰੀ ਦਾ ਕਰਨਾ ਕੀ ਹੈ। ਮੇਰੇ ਲਈ ਤਾਂ ਵਾਰ-ਵਾਰ ਉਹੀ ਸਵਾਲ ਹੈ। ਮੈਂ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਇੱਕ ਚੀਜ਼ ਡਿਸਕਸ ਕੀਤੀ ਸੀ ਕਿ ਯਾਰ ਮੈਨੂੰ ਇਹ ਲੱਗਣ ਲੱਗ ਗਿਆ ਅੱਜ ਕੱਲ੍ਹ ਕਿ ਕ੍ਰਿਟੀਕਲ ਥਿੰਕਿੰਗ, ਕਿ ਬੰਦਾ ਸਵਾਲ ਕਰੇ। ਮੈਂ ਜੋ ਵੀ ਕੁਛ ਹਾਸਲ ਕੀਤਾ, ਮੈਂ ਇਹ ਨਹੀਂ ਕੀਤਾ ਕਿ ਮੈਂ ਫਿਲਮ ਮੇਕਿੰਗ ਸਿੱਖ ਲਈ, ਜਾਂ ਕੋਈ ਸਾਇੰਟਿਸਟ ਸਾਇੰਸ ਦਾ ਗਿਆਨ ਹਾਸਲ ਕਰ ਸਕਦਾ, ਕੋਈ ਲਿਟਰੇਚਰ ਦਾ ਕਰ ਸਕਦਾ, ਕੋਈ ਹੋਰ ਕਰ ਸਕਦਾ। ਉਸ ਗਿਆਨ ਦਾ ਫਾਈਨਲੀ ਕਰਨਾ ਕੀ ਹੈ? ਮਤਲਬ ਇਹ ਤਾਂ ਸਾਨੂੰ ਆਪਣੇ ਆਪ ਤੇ ਵੀ ਸਵਾਲ ਕਰਨਾ ਚਾਹੀਦਾ, ਤੇ ਇਹ ਜਿਹੜੀਆਂ ਸਪੇਸਿਸ 'ਚੋਂ ਅਸੀਂ ਸਿੱਖਦੇ ਹਾਂ ਉੱਥੇ ਵੀ ਹੋਣਾ ਚਾਹੀਦਾ। ਸੋ ਮੈਨੂੰ ਤਾਂ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਸਹੀ ਕੀ ਹੈ, ਗਲਤ ਕੀ ਹੈ, ਇਹ ਤਾਂ ਸਾਨੂੰ ਪਤਾ ਹੀ ਹੋਣਾ ਚਾਹੀਦਾ ਨਾ। ਤੇ ਇਹ ਜਿੱਥੋਂ ਅਸੀਂ ਲਰਨਿੰਗ ਕਰਨ ਆਉਂਦੇ ਹਾਂ, ਅਸੀਂ ਪੜ੍ਹਨ ਆਉਂਦੇ ਹਾਂ, ਇੰਨਾ ਕੁ ਤੇ ਉਹ ਜ਼ਰੂਰ ਸਾਨੂੰ ਸਿਖਾਵੇ ਵੀ ਸਹੀ ਕੀ ਹੈ, ਗਲਤ ਕੀ ਹੈ। ਇਹ ਨਾ ਹੋਵੇ ਨਾ ਜਿਹੜਾ ਅਸੀਂ ਆਟੋਮੈਟਿਕ ਸਿੱਖ ਲਏ ਹਾਂ, ਜਾਂ ਸੋਸਾਇਟੀ ਜਿਹੜਾ ਸਾਨੂੰ ਫੋਰਸਫੁਲੀ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਹ ਚੀਜ਼ ਸਹੀ ਹੁੰਦੀ ਹੈ, ਨੌਕਰੀ ਪ੍ਰਾਪਤ ਕਰਨਾ ਸਹੀ ਗੱਲ ਹੈ, ਉਹਦੇ ਲਈ ਜੁਗਾੜਬਾਜ਼ੀ ਕਰਨਾ ਗਲਤ ਗੱਲ ਬਿਲਕੁਲ ਵੀ ਨਹੀਂ ਗਈ, ਤੇ ਨੌਕਰੀ ਕਰਕੇ, ਜੌਬ ਕਰਕੇ ਪੈਸੇ ਕਮਾਉਣਾ, ਇਹੀ ਹੁੰਦਾ ਤੁਹਾਡੀ ਐਜੂਕੇਸ਼ਨ ਦਾ ਪਰਪਸ। ਤੁਸੀਂ ਲੈਵਲ ਅਲੱਗ-ਅਲੱਗ ਹੋ ਸਕਦਾ। ਜਿਹੜੇ ਅੱਜ ਕੱਲ੍ਹ ਸਾਇੰਸ ਪੜ੍ਹਦੇ ਨੇ ਉਹ IIT ਵਗੈਰਾ ਤੋਂ ਪੜ੍ਹਦੇ ਨੇ, ਉਹ ਅਮਰੀਕਾ ਜਾ ਕੇ ਜ਼ਿਆਦਾ ਪੈਸੇ ਕਮਾ ਸਕਦੇ ਨੇ। ਜਿਹੜੇ ਇੱਥੋਂ ਦੀਆਂ ਯੂਨੀਵਰਸਿਟੀ 'ਚ ਪੜ੍ਹਦੇ ਨੇ, ਆਰਟ ਫੈਕਲਟੀਜ਼ ਨਾਲ ਜੁੜੇ ਹੋਏ ਨੇ, ਉਹ ਐਜੂਕੇਸ਼ਨ ਜਾਂ ਉਸ ਕਿਸਮ ਦੀਆਂ ਚੀਜ਼ਾਂ 'ਚੋਂ। ਸੋ ਕੀ ਪਰਪਸ ਲਾਈਫ ਦਾ ਇਹੀ ਹੈ? ਮੈਨੂੰ ਤਾਂ ਇਹ ਲੱਗਦਾ ਕਿ ਲਾਈਫ ਦਾ ਪਰਪਸ ਕੀ ਹੈ, ਇਹ ਯੂਨੀਵਰਸਿਟੀਆਂ ਦੇ ਵਿੱਚ ਇਸ ਬਾਰੇ ਗੱਲ ਹੋਣੀ ਚਾਹੀਦੀ ਹੈ, ਚਾਹੇ ਤਾਂ ਉਹ ਸਾਡੇ ਸਿਲੇਬਸ ਦਾ ਹਿੱਸਾ ਹੋਵੇ। ਮੈਂ ਆਪਣੀ ਪਰਸਨਲ ਗੱਲ ਕਰ ਰਿਹਾ ਹਾਂ ਕਿ ਸਹੀ ਗਲਤ ਕੀ ਹੈ, ਕਰਨਾ ਕੀ ਹੈ। ਜੋ ਚੀਜ਼ ਤੁਹਾਡੇ ਕੋਲੇ ਕਿਤੋਂ ਤੁਸੀਂ ਹਾਸਲ ਕੀਤੀ ਹੈ, ਉਹਦਾ ਫਾਈਨਲੀ ਕਰਨਾ ਕੀ ਹੈ। ਫਿਰ ਭਾਵੇਂ ਉਹ ਸਾਇੰਟਿਸਟ ਹੋਵੇ, ਭਾਵੇਂ ਉਹ ਆਰਟਿਸਟ ਹੋਵੇ, ਭਾਵੇਂ ਉਹ ਕੋਈ ਪਲੇਅਰ ਹੋਵੇ, ਕਰਨਾ ਕੀ ਹੈ। ਜਿੱਦਾਂ ਮੰਨ ਲਓ ਕਿ ਜੇ ਸਚਿਨ ਤੇਂਦੁਲਕਰ ਆਪਣੇ ਇੰਡੀਵਿਜੂਅਲ ਟੈਲੈਂਟ ਦੇ ਨਾਲ ਬਹੁਤ ਸਾਰੇ ਪੈਸੇ ਕਮਾ ਲੈਂਦਾ, ਤਾਂ ਮੈਨੂੰ ਉਹਦਾ ਕੀ ਫਾਇਦਾ? ਮੈਂ ਉਹਨੂੰ ਵੱਡਾ ਕਿਉਂ ਮੰਨਾਂ? ਸੋ ਇੱਦਾਂ ਹੀ ਡਿਫਰੈਂਟ ਫੀਲਡ ਦੇ ਵਿੱਚ। ਸੋ ਇਹ ਕੁਐਸਚਨ ਤਾਂ ਹਮੇਸ਼ਾ ਰਹਿੰਦਾ ਹੀ ਹੈ। ਬਹੁਤ ਸਾਰੇ ਲੋਕ, ਤੁਹਾਡੇ ਸਵਾਲ ਤੇ ਵਾਪਸ ਆ ਰਿਹਾ, ਉਹ ਚਾਹੁੰਦੇ ਨੇ ਕਿ ਜਿਹੜੀ ਆ ਥਿੰਕਿੰਗ ਬਣੀ ਹੋਈ ਹੈ ਨਾ ਕਿ ਇੰਡੀਵਿਜੂਅਲ, ਜਿੱਦਾਂ ਇਹਨੇ ਵੀ ਗੱਲ ਕੀਤੀ ਹੈ ਕਿ ਆਪ ਕੋਈ, ਜੇ ਤੁਹਾਡੇ 'ਚ ਕੋਈ ਟੈਲੈਂਟ ਹੈਗਾ ਜਾਂ ਤੁਹਾਡੇ 'ਚ ਤੁਸੀਂ ਕੋਈ ਅਕਵਾਇਰ ਕਰ ਲਈ ਚੀਜ਼, ਉਹਦਾ ਆਪਣੇ ਲਈ ਫਾਇਦਾ ਕਰੋ, ਉਹ ਭਾਵੇਂ ਕਿਸੇ ਵੀ ਫੀਲਡ ਦੀ ਹੋਵੇ। ਬਹੁਤ ਸਾਰੇ ਲੋਕ ਚਾਹੁੰਦੇ ਆ ਕਿ ਤੁਸੀਂ ਇੱਦਾਂ ਸੋਚੋ, ਤੇ ਜਦੋਂ ਲੋਕ ਇਸ ਤੋਂ ਬਾਹਰ ਜਾ ਕੇ ਸੋਚਣ ਦੀ ਕੋਸ਼ਿਸ਼ ਕਰਦੇ ਕਿ ਨਹੀਂ ਯਾਰ ਮੈਂ ਕੁਛ ਅਲੱਗ ਤਰੀਕੇ ਨਾਲ ਸੋਚਦਾ, ਮੈਂ ਮੰਨ ਲਓ ਸਾਇੰਟਿਸਟ ਹਾਂ, ਤੇ ਆਹ ਸਪੇਸ ਜਿਹੜੀ ਮੈਨੂੰ ਲੱਗਦੀ ਹੈ ਕਿ ਯਾਰ ਇਹ ਇਸ ਤੋਂ ਬੈਟਰ ਹੋ ਸਕਦੀ ਹੈ, ਤੇ ਮੈਨੂੰ ਇਹ 'ਚ ਤਬਦੀਲੀਆਂ ਕਰਨੀਆਂ ਚਾਹੀਦੀਆਂ, ਉਹ ਤਬਦੀਲੀਆਂ ਦਾ ਵਿਰੋਧ ਹੁੰਦਾ ਹੈ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਨਹੀਂ ਇਹ ਜਿੱਦਾਂ ਚੱਲ ਰਹੀ ਹੈ ਇੱਦਾਂ ਹੀ ਚੱਲ ਸਕਦੀ ਹੈ, ਇਹ ਇਸ ਤੋਂ ਇਲਾਵਾ ਚੱਲ ਹੀ ਨਹੀਂ ਸਕਦੀ। ਜਿੱਦਾਂ ਸਾਡੀ ਸੋਸਾਇਟੀ ਨੇ ਬਹੁਤ ਸਾਰੀਆਂ ਚੀਜ਼ਾਂ ਫਿਕਸ ਕਰਤੀਆਂ, ਸੋਸਾਇਟੀ ਨੇ ਕਰਤੀਆਂ, ਸਾਡੇ ਜਿਹੜਾ ਪੋਲੀਟੀਕਲ ਸਿਸਟਮ ਆ ਉਹਨੇ ਫਿਕਸ ਕਰਤੀਆਂ ਕਿ ਲੀਡਰ ਹੀ ਡਿਸਾਈਡ ਕਰੂਗਾ ਕਿਤੇ ਕਿਤੇ ਕੀ ਹੋਊਗਾ, ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਉਹਦੇ ਕੋਲ ਫੋਰਸ ਹੈ, ਰਾਈਟ। ਜਿੱਦਾਂ ਹੁਣ ਮੰਨ ਲਓ ਕਿ ਡਿਸੀਜਨ ਮੇਕਰ ਸਾਡੇ ਪ੍ਰਾਈਮ ਮਿਨਿਸਟਰ ਨੇ, ਉਹ ਡਿਸਾਈਡ ਕਰ ਰਹੇ ਨੇ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਦਾਂ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਦੀ ਭਲਾਈ ਇਹਦੇ 'ਚ ਹੈ। ਤੇ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਹ ਬੰਦਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਫਾਇਦੇ ਲਈ ਕੀ ਹੈ, ਪਰ ਮੈਨੂੰ ਇਹ ਵੀ ਲੱਗਦਾ ਕਿ ਉਹਨਾਂ ਬੰਦਿਆਂ ਨੂੰ ਜਾ ਕੇ ਥੋੜ੍ਹਾ ਬਹੁਤ ਅਵੇਅਰ ਵੀ ਕੀਤਾ ਗਿਆ ਹੈ। ਜਿੱਦਾਂ ਮੈਂ ਸੈਮੂਅਲ ਦੀ ਗੱਲ 'ਤੇ ਵਾਪਸ ਆਉਣਾ, ਸੈਮੂਅਲ ਨੇ ਇਹ ਕਿਹਾ ਕਿ ਯੂਨੀਵਰਸਿਟੀਆਂ ਤੁਹਾਨੂੰ ਨਹੀਂ ਸਿਖਾਉਂਦੀਆਂ, ਇਹਨਾਂ ਨੇ ਯੂਨੀਵਰਸਿਟੀ ਤੋਂ ਨਹੀਂ ਸਿੱਖਿਆ, ਪਰ ਮੈਂ ਇਹਨੂੰ ਇਸ ਤਰੀਕੇ ਨਾਲ ਲੈਣਾ, ਜਿਹੜਾ ਵੀ ਨਾਟਕ ਇਹਨਾਂ ਨੇ ਦੇਖਿਆ ਜਿਹਤੋਂ ਇਹ ਇੰਸਪਾਇਰ ਹੋਏ, ਉਹ ਨਾਟਕ ਦੀ ਕੋਈ ਬੈਕਗਰਾਊਂਡ ਹੋਏਗੀ,
ਉਹ ਕਿਸੇ ਨੇ ਖੇਡਿਆ ਹੋਏਗਾ, ਕਿਤੋਂ ਕੋਈ ਇਨਫੋਰਮੇਸ਼ਨ ਲੈ ਕੇ ਖੇਡਿਆ ਹੋਵੇਗਾ। ਜਿਹੜੀ ਸੈਮੂਅਲ ਨੇ ਗੱਲ ਕੀਤੀ ਹੈ ਨਾ ਕਿ ਮੈਂ ਪਿੰਡੋਂ ਕਿਵੇਂ ਸਿੱਖ ਕੇ ਆਇਆ ਤੇ ਯੂਨੀਵਰਸਿਟੀ ਦੇ ਵਿੱਚੋਂ ਕਿਵੇਂ ਸਿੱਖ ਕੇ ਆਇਆ, ਉਹਦੇ ਵਿੱਚ ਮੈਨੂੰ ਲੱਗਦਾ ਕਿ ਲਰਨਿੰਗ ਦੀ ਹੈਗੀ ਹੈ ਨਾ। ਜੀ ਜੀ ਉਹ ਯੂਨੀਵਰਸਿਟੀ ਵੀ ਫੈਸਿਲਿਟੇਟ ਕਰਦੀ ਹੈ ਤੇ ਸਮਾਜ ਵੀ ਤੁਹਾਨੂੰ ਫੈਸਿਲਿਟੇਟ ਕਰਦਾ ਹੈ, ਉਹਦੇ ਆਪਸ ਦੇ ਵਿੱਚ ਜਿਹੜੇ ਕਨੈਕਸ਼ਨ ਨੇ ਉਹ ਵੱਖਰੇ ਨੇ ਜੀ। ਜਾਂ ਕੰਟੀਨਿਊ। ਤੇ ਮੈਨੂੰ ਇਹ ਲੱਗਦਾ ਕਿ ਜੇ ਮਤਲਬ ਇਹ ਮਿੱਤਰ ਦਾ ਮੇਰਾ ਗਿਆਨ ਬਹੁਤ ਜ਼ਿਆਦਾ ਸੀਮਤ ਹੋਵੇ, ਮੈਨੂੰ ਹਮੇਸ਼ਾ ਇਹ ਲੱਗਦਾ ਕਿ ਜਦੋਂ ਅਲਟੀਮੇਟਲੀ ਤਾਂ ਸਮਾਜ ਬਿਹਤਰ ਹੀ ਬਣਾਉਣਾ। ਮੈਂ ਸਰ ਨਾਲ ਅਗਰੀ ਕਰਦਾ ਕਿ ਉਹ ਜ਼ਰੂਰੀ ਨਹੀਂ ਮੈਂ ਜਿੱਦਾਂ ਮੈਂ ਸਮਾਜ ਨੂੰ ਬਿਹਤਰ ਵਿਜ਼ੂਅਲਾਈਜ਼ ਕਰਦਾ ਉੱਦਾਂ ਦਾ ਹੀ ਸਮਾਜ ਹੋਵੇ, ਪਰ ਚੰਗਾ ਤੇ ਹੋਣਾ ਹੀ ਚਾਹੀਦਾ, ਰਾਈਟ। ਤੇ ਚੰਗੇ ਹੋਣ ਦੇ ਲਈ ਜੇ ਉਹ ਚੰਗਾ ਹੋ ਹੀ ਜਾਵੇ ਫਿਰ ਐਜੂਕੇਸ਼ਨ ਦੀ ਲੋੜ ਨਹੀਂ। ਸੋ ਮੈਨੂੰ ਹਮੇਸ਼ਾ ਇਹ ਲੱਗਦਾ ਵੀ ਕਿਤੋਂ ਨਾ ਕਿਤੋਂ ਕੋਈ ਜਾਣਕਾਰੀ ਆਉਂਦੀ ਹੈ ਜਿਹੜੀ ਟਰੈਵਲ ਕਰਦੀ ਹੈ, ਜਿਹੜੀ ਦੱਸਦੀ ਹੈ ਕਿ ਆਹ ਚੀਜ਼ ਠੀਕ ਹੈ। ਉਹ ਇਦਾਂ ਜ਼ਰੂਰ ਕਹਿ ਸਕਦੀ ਕਿ ਮੈਨੂੰ ਇਹ ਲੱਗਦਾ, ਤੁਸੀਂ ਸੋਚੋ ਕਿ ਹੋਰ ਕਿਵੇਂ ਬੈਟਰ ਹੋ ਸਕਦਾ। ਸੋ ਮੈਨੂੰ ਇਹ ਲੱਗਦਾ ਕਿ ਜਿੱਥੇ ਵੀ ਕਿਤੇ ਇਨਫੋਰਮੇਸ਼ਨ ਪ੍ਰੋਡਿਊਸ ਹੁੰਦੀ ਹੈ, ਨੌਲੇਜ ਪ੍ਰੋਡਿਊਸ ਹੁੰਦੀ ਹੈ, ਕਿਉਂਕਿ ਯੂਨੀਵਰਸਿਟੀ ਇਦਾਂ ਦੀ ਸਪੇਸ ਹੈ, ਉਹਦਾ ਕਰਨਾ ਕੀ ਹੈ ਇਹਦੇ ਬਾਰੇ ਸੋਚਿਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੀ ਆਪਾਂ ਬਾਰ-ਬਾਰ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ 'ਚੋਂ ਉਗੜ ਕੇ ਆਈ ਗੱਲ ਹੈ ਉਹ ਇਹ ਹੈ ਕਿ ਵੀ ਜਿਹੜੀ ਮਨੁੱਖ ਦੀ ਜਗਿਆਸੂ ਬਿਰਤੀ ਹੈ, ਹੋਰ ਜਾਣਨ ਦੀ ਇੱਛਾ ਹੈਗੀ ਹੈ, ਉਹਨੂੰ ਸਵਾਲ ਪੁੱਛਣ ਦੀ ਜਿਹੜੀ ਤਾਕਤ ਹੈਗੀ ਹੈ, ਇਹ ਇੱਕ ਤਰੀਕੇ ਨਾਲ ਇੱਕ ਅੰਤਹੀਣ ਤਰਕੀਬ ਹੈ ਜਿਹੜੀ ਲਗਾਤਾਰ ਚੱਲਦੀ ਰਹਿੰਦੀ ਹੈ, ਜਿਹਦਾ ਕੋਈ ਅੰਤ ਨਹੀਂ ਹੈ। ਤੇ ਯੂਨੀਵਰਸਿਟੀ ਉਹ ਥਾਂ ਹੈ ਜਾਂ ਵਿਦਿਅਕ ਅਦਾਰਾ ਉਹ ਥਾਂ ਹੈ ਜਿੱਥੇ ਤੁਸੀਂ ਕੋਈ ਅੰਤਿਮ ਸੱਚ ਲੱਭਣ ਨਹੀਂ ਆਏ, ਪਰ ਅੱਜ ਲੱਭਣ ਲਈ ਤੁਸੀਂ ਆਏ ਹੋ। ਤੇ ਅੱਜ ਜੋ ਅਸੀਂ ਅੱਜ ਬਿਹਤਰ ਸੱਚ ਲੱਭਾਂਗੇ, ਕੱਲ ਨੂੰ ਜਿਹੜੇ ਨਵੇਂ ਵਿਦਿਆਰਥੀਆਂ ਨੇ ਆਉਣਾ ਹੈ ਉਹਨਾਂ ਨੇ ਉਹ ਤੋਂ ਬਿਹਤਰ ਉਹਨੂੰ ਬਿਹਤਰ ਉਹ ਲੱਭਣਾ ਹੈ। ਰਾਜੇਸ਼, ਤੇ ਜਿਹੜੀ ਇਹ ਇੱਕ ਜੁਸਤਜੂ ਹੈ ਕਿ ਇਸ ਤਰਕੀਬ ਦੇ ਅੰਦਰ ਆਉਣਾ ਕਿ ਜਗਿਆਸੂ ਮਨੁੱਖ ਦੇ ਤੌਰ ਦੇ ਉੱਤੇ ਜੋ ਤੁਹਾਡੇ ਕੋਲ ਹਾਸਲ ਗਿਆਨ ਹੈ ਉਹ ਤੋਂ ਬਿਹਤਰ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨਾ, ਜੋ ਹਾਸਲ ਗਿਆਨ ਹੈ ਉਹਦੇ ਤੇ ਸਵਾਲ ਕਰਨਾ ਤੇ ਉਹਨੂੰ ਬੇਖੌਫ ਹੋ ਕੇ ਸਵਾਲ ਕਰਨਾ, ਤੇ ਕਿਸੇ ਚੀਜ਼ ਨੂੰ ਮੁਕੱਦਸ ਪਾਕ ਨਾ ਸਮਝਦੇ ਹੋਏ ਜੇ ਤੁਸੀਂ ਕਿਸੇ ਚੀਜ਼ ਨੂੰ ਮੁਕੱਦਸ ਨਾ ਸਮਝ ਕੇ ਮੁੜ ਕੇ ਉਹਦੇ ਉੱਤੇ ਪੜਚੋਲ ਕਰਕੇ ਇਸ ਗੱਲ ਤੇ ਪਹੁੰਚਦੇ ਹੋ ਕਿ ਮੁਕੱਦਸ ਹੈ, ਤੇ ਉਹ ਇੱਕ ਹੋਰ ਗੱਲ ਹੈ। ਜੇ ਉਸ ਗੱਲ ਦੇ ਉੱਤੇ ਸਵਾਲ ਕਰਨ ਤੋਂ ਇਨਕਾਰ ਕਰਦੇ ਹੋ ਤੇ ਇਹ ਦਾਅਵਾ ਕਰਦੇ ਹੋ ਕਿ ਇਹ ਮੁਕੱਦਸ ਹੈ ਤੇ ਇਹ ਅੰਤਿਮ ਹੈ, ਤੇ ਉਹ ਬਿਲਕੁਲ ਵੱਖਰੀ ਗੱਲ ਹੈ। ਤੇ ਮੈਂ ਜਦੋਂ ਵਿਦਿਅਕ ਅਦਾਰੇ ਤੇ ਅਧਿਆਪਕ ਦੀ ਗੱਲ ਕਰਦਾ ਤੇ ਉਹਦੇ ਵਿੱਚ ਇੱਕ ਰੈਫਰੈਂਸ ਪੁਆਇੰਟ ਜਿਹੜਾ ਹੈਗਾ ਉਹ ਇਹ ਹੈ ਜੋ ਕ੍ਰਿਸ਼ਨ ਕੁਮਾਰ ਹੋਣਾ ਨੇ ਆਪਣੀ ਕਿਤਾਬ ਦੇ ਵਿੱਚ ਇੱਕ ਲੰਬਾ ਦਲੀਲ ਰਾਜ ਸਮਾਜ ਔਰ ਸਿੱਖਿਆ ਦੇ ਵਿੱਚ ਦਿੱਤੀ। ਉਹ ਸੰਖੇਪ ਦੇ ਵਿੱਚ ਦਲੀਲ ਇਹ ਹੈ ਕਿ ਲਗਾਤਾਰ ਸਮਾਜ ਦੇ ਅੰਦਰ ਅਧਿਆਪਕ ਦਾ ਤੇ ਵਿਦਿਅਕ ਅਦਾਰੇ ਦਾ ਜਿਹੜਾ ਰੁਤਬਾ ਹੈ ਉਹਨੂੰ ਖੋਰਾ ਲੱਗ ਰਿਹਾ। ਉਹਦੇ ਮੁਕਾਬਲੇ ਦੇ ਵਿੱਚ ਥਾਣੇਦਾਰਾਂ ਦਾ, ਤਹਿਸੀਲਦਾਰਾਂ ਦਾ, ਫੌਜ ਦਾ, ਬਾਕੀ ਸਾਰੇ ਜਿਹੜੇ ਅਦਾਰਿਆਂ ਦਾ ਉਹਨਾਂ ਦੀ ਜਿਹੜੀ ਤਾਕਤ ਆ ਉਹ ਮਜ਼ਬੂਤ ਹੋ ਰਹੀ ਹੈ। ਬਲਕਿ ਉਹ ਇਸ ਅਦਾਰੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਤੁਸੀਂ ਕੰਮ ਕਰੋ, ਜਿਹੜੇ ਅਦਾਰੇ ਤੋਂ ਤਵੱਕੋ ਇਹ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਇਹ ਸਿਖਾਵੇ ਕਿ ਸਵਾਲ ਕਰਨਾ ਕਿਉਂ ਜ਼ਰੂਰੀ ਹੈ। ਇਸ ਹਾਲਾਤ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਹ ਖੋਰੇ ਨੂੰ ਕਿਵੇਂ ਮੈਜ਼ਰ ਕਰੇਂਗੇ ਹੋ ਤੇ ਅਸੀਂ ਕਿਸ ਹਾਲਾਤ 'ਚ ਪਹੁੰਚਦੇ ਹਾਂ? ਮੈਨੂੰ ਲੱਗਦਾ ਚੰਗਾ ਖੋਰਾ ਹੈ। ਥਾਣੇਦਾਰਾਂ ਨੂੰ ਕਿਸ ਤਰ੍ਹਾਂ ਦੇ ਲੋਕ ਜ਼ਿਆਦਾ ਇੱਜ਼ਤ ਦਿੰਦੇ ਅਧਿਆਪਕ ਨਾਲੋਂ, ਉਹ ਲੋਕ ਥਾਣੇਦਾਰ ਨੂੰ ਇੱਜ਼ਤ ਦੇਣ ਤਾਂ ਠੀਕ ਗੱਲ ਹੈ। ਅਧਿਆਪਕ ਦੀ ਜਿਹੜੀ ਇੱਕ ਰੋਮਾਂਟਿਕ ਮਿਥ ਕਿਸੇ ਵੇਲੇ ਬਣੀ ਹੋਈ ਸੀ ਨਾ ਕਿ ਇਹ ਤੁਸੀਂ ਉਹ ਤਸਵੀਰਾਂ ਦੇਖੋ ਨਾ, ਪੁਰਾਣੀ ਫਿਲਮਾਂ 'ਚ ਵੀ ਹੁੰਦੀਆਂ ਸੀ, ਮੈਗਜ਼ੀਨ 'ਚ ਵੀ ਹੁੰਦੀਆਂ ਸੀ। ਇੱਕ ਗਰੀਬ ਬ੍ਰਾਹਮਣ ਥਾ, ਵह ਸਕੂਲ ਕਾ ਸ਼ਿਕਸ਼ਕ ਥਾ। ਉਹਦੇ 'ਚ ਕਾਸਟ ਵੀ ਹੁੰਦੀ ਸੀ, ਉਹਦੇ 'ਚ ਜੈਂਡਰ ਵੀ ਹੁੰਦਾ ਸੀ, ਉਹਦੇ 'ਚ ਉਹਦੀ ਗਰੀਬੀ ਵੀ ਹੁੰਦੀ ਸੀ। ਇਹ ਉਸ ਮਿਥ ਦੀ ਕੰਟੀਨਿਊਟੀ ਹੈ ਔਰ ਮਿਥ ਟੁੱਟਦੀ ਪਈ ਹੈ, ਚੰਗੀ ਗੱਲ ਹੈ। ਇਸ ਕਰਕੇ ਅਧਿਆਪਕ ਹੁਣ ਸੁਤੰਤਰ ਹੋ ਗਿਆ ਤੇ ਵਿਦਿਆਰਥੀ ਸੁਤੰਤਰ ਹੋ ਗਿਆ ਕਿ ਅਧਿਆਪਕ ਨੇ ਆਪਣਾ ਇਮੇਜ ਆਪ ਬਿਲਡ ਕਰਨਾ। ਉਹਦੇ ਕੋਲ ਕੋਈ ਰਿਸੀਵਡ ਇਮੇਜ ਹੁਣ ਕੋਈ ਨਹੀਂ ਹੈ ਜਿਹਦੇ ਪਿੱਛੇ ਲੁਕੇ ਕਹੇਗਾ ਜੀ ਮੈਂ ਅਧਿਆਪਕ ਹਾਂ ਇਸ ਕਰਕੇ ਗੱਲ ਮੁੱਕ ਗਈ ਨਾ। ਤੁਸੀਂ ਇੰਡੀਵਿਜੂਅਲ ਅਧਿਆਪਕ ਦੇ ਤੌਰ ਤੇ ਕਿੱਦਾਂ ਦੇ ਹੋ ਉੱਤੇ ਡਿਪੈਂਡ ਕਰੇਗਾ ਕਿ ਤੁਹਾਨੂੰ ਸਮਾਜ ਕਿੱਦਾਂ ਦੇਖਦਾ ਔਰ ਕਿਹੜਾ ਸਮਾਜ ਦੇਖਦਾ। ਉਹ ਸਮਾਜ ਹੈ ਤੁਹਾਡੇ ਵਿਦਿਆਰਥੀ, ਉਹਨਾਂ ਦੇ ਮਿੱਤਰ ਤੇ ਉਹਨਾਂ ਦੇ ਘਰ ਦੇ ਲੋਕ। ਦੂਸਰੇ ਰਾਜੀਵ ਹੁਣ ਦੀ ਜਿਹੜੀ ਗੱਲ ਹੈ ਨਾ, ਮੈਨੂੰ ਉਹਦੇ ਤੇ ਥੋੜਾ ਜਿਹਾ ਸ਼ੱਕ ਹੈ ਕਿ ਯੂਨੀਵਰਸਿਟੀਆਂ ਸਾਨੂੰ ਇਹ ਦੱਸਣ ਕਿ ਚੰਗੇ ਤੇ ਮਾੜੇ ਦਾ ਫਰਕ ਕੀ ਹੈ। ਮੋਰਲ ਐਜੂਕੇਸ਼ਨ ਦੇ ਨਾਂ ਤੇ ਅੱਜ ਮੁੜ ਕੇ ਸਰਕਾਰ ਉਹੀ ਕੰਮ ਕਰਨ ਲੱਗੀ ਹੈ ਜਿਹੜੀ 30-35 ਸਾਲ ਸਕੂਲਾਂ 'ਚ ਹੁੰਦਾ ਸੀ ਪਹਿਲੇ। ਯੂਨੀਵਰਸਿਟੀਆਂ ਦਾ ਕੰਮ ਬਿਲਕੁਲ ਨਹੀਂ ਹੋਣਾ ਚਾਹੀਦਾ ਉਹ ਦੱਸੇ ਕਿ ਚੰਗਾ ਕੀ ਤੇ ਮਾੜਾ ਕੀ ਹੈ। ਉਹ ਸਾਨੂੰ ਇਸ ਲਾਇਕ ਬਣਾਏ ਕਿ ਅਸੀਂ ਸਵਾਲ ਕਰ ਸਕੀਏ ਕਿ ਚੰਗਾ ਕੀ ਹੈ ਤੇ ਮਾੜਾ ਕੀ, ਤੇ ਆਪਣਾ ਚੰਗਾ ਤੇ ਮਾੜਾ ਤੈਅ ਕਰ ਸਕੀਏ ਸਮਾਜ ਔਰ ਇੰਡੀਵਿਜੂਅਲ ਦੇ ਸੰਤੁਲਨ ਦੇ ਵਿੱਚ। ਫਿਰ ਇੱਕ ਗੱਲ ਆ ਜਾਂਦੀ ਪਿੰਡ ਦੇ ਰੋਮਾਂਸ ਦੀ। ਮੈਨੂੰ ਇਹ ਪਸੰਦ ਨਹੀਂ ਹੈ ਕਿ ਪਿੰਡ ਸ਼ਹਿਰਾਂ 'ਚ ਵੀ ਪਿੰਡ ਵਸਦੇ ਹੈ, ਸ਼ਹਿਰਾਂ ਦੇ ਵਿੱਚ ਵੀ ਗਰੀਬ ਲੋਕ ਵਸਦੇ ਹੈ,
ਪਿੰਡ ਦੇ ਵਿੱਚ ਫਿਰ ਵੀ ਤੁਹਾਡੇ ਕੋਲ ਇੱਕ ਸਾਥ ਹੁੰਦਾ ਹੈ, ਤੁਸੀਂ ਕਿਸੇ ਨਾਲ ਦੁੱਖ ਸਾਂਝਾ ਕਰ ਲੈਂਦੇ ਹੋ। ਜਿਹੜੇ ਸ਼ਹਿਰ ਦੇ ਵਿੱਚ ਪਿੰਡ ਵਸਦੇ ਆ, ਇਕੱਲੇ ਇਕੱਲੇ ਘਰ ਹੁੰਦੇ ਆ, ਨਾਲ ਦੇ ਘਰ ਨੂੰ ਨਹੀਂ ਪਤਾ ਹੁੰਦਾ ਕਿ ਇਸ ਦੇ ਘਰ ਦੇ ਵਿੱਚ ਰੋਟੀ ਪੱਕੀ ਹੈ ਕਿ ਨਹੀਂ। ਇਸ ਲਈ ਅਸੀਂ ਸ਼ਹਿਰ ਤੇ ਪਿੰਡ ਦੇ ਜਿਹੜੇ ਵਿਰੋਧ ਭਾਵ ਬਣਿਆ ਹੋਇਆ ਹੈ, ਇਹਦੇ ਤੋਂ ਬਾਹਰ ਨਿਕਲੀਏ ਔਰ ਅਸੀਂ ਮਨੁੱਖ ਨੂੰ, ਪਰਿਵਾਰ ਨੂੰ, ਸਮਾਜ ਨੂੰ ਤੇ ਪਿੰਡ ਨੂੰ ਉੱਥੇ ਦੇਖੀਏ, ਕਿਉਂਕਿ ਪਿੰਡ ਤੇ ਪਿੰਡਾ ਇਹਦੀ ਜੜ ਇੱਕੋ ਹੀ ਹੈ। ਅਲਟੀਮੇਟਲੀ ਇੱਕ ਮਟੀਰੀਅਲਿਸਟ ਲਿਵਡ ਹਿਊਮਨ ਬੋਡੀ ਹੈ ਔਰ ਉਹਨਾਂ ਦਾ ਜਿਹੜਾ ਜਿਹਨੂੰ ਕਹਿੰਦੇ ਉਹਨਾਂ ਦੀ ਜਿਹੜੀ ਸੰਗਤ ਹੈ ਉਹਦਾ ਨਾਂ ਪਿੰਡ ਹੈ। ਸੋ ਅਧਿਆਪਕ ਔਰ ਵਿਦਿਆਰਥੀ, ਮੈਂ ਸਮਝਦਾ ਕਿ ਜਦੋਂ ਤੁਸੀਂ ਇੱਕ ਆਈਡੀਆ ਆਫ ਟੀਚਰ ਐਂਡ ਆਈਡੀਆ ਆਫ ਸਟੂਡੈਂਟ ਤੋਂ ਮੁਕਤ ਹੋ ਜਾਂਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੱਡੀ ਹੋ ਜਾਂਦੀ। ਜਿੱਦਾਂ ਫਰੀਡਰਿਕ ਨੀਚੇ ਨੇ ਕਿਹਾ ਸੀ ਕਿ ਰੱਬ ਮਰ ਗਿਆ ਤੇ ਮੈਂ ਆਜ਼ਾਦ ਹਾਂ, ਪਰ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬੰਦਾ ਇਸ ਲਾਇਕ ਹੈ ਕਿ ਉਹ ਆਜ਼ਾਦੀ ਨੂੰ ਆਪਣੇ ਮੋਢਿਆਂ ਤੇ ਲੈ ਕੇ ਤੁਰ ਸਕੇ ਕਿ ਤਬਾਹ ਕਰ ਦੇਗਾ ਸਾਰਾ ਕੁਝ। ਅਧਿਆਪਕ ਔਰ ਵਿਦਿਆਰਥੀ ਅੱਜ ਉੱਥੇ ਖੜੇ, ਉਹ ਆਪਣੇ ਦਮ ਤੇ, ਆਪਣੀ ਜੁਰਤ ਤੇ, ਆਪਣੇ ਕੰਮ ਤੇ, ਆਪਣੇ ਸਕੈਪਟਿਸਿਜ਼ਮ ਤੇ, ਆਪਣੀ ਇਮਾਨਦਾਰੀ ਤੇ ਅਧਿਆਪਕ ਤੇ ਸਟੂਡੈਂਟ ਦਾ ਇਮੇਜ ਬਣਾ ਸਕਦੇ ਆ। ਰਿਸੀਵਡ ਇਮੇਜ ਉਹਨਾਂ ਕੋਲ ਹੁਣ ਕੋਈ ਨਹੀਂ ਬਚਿਆ ਔਰ ਇਹ ਬਹੁਤ ਚੰਗਾ ਹੋਇਆ। ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦਾ ਇਮੈਂਸੀਪੇਟਰੀ ਮੂਵਮੈਂਟ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਆਇਆ। ਇਮੈਂਸੀਪੇਟਰੀ ਮੂਵਮੈਂਟ ਮੇਰੇ ਲਈ ਥੋੜ੍ਹਾ ਜਿਹਾ ਇਹ ਮਸਲਾ ਔਖਾ ਹੈ ਤੇ ਤੁਸੀਂ ਜਰਾ ਉਹਨੂੰ ਸੁਲਝਾਇਓ ਕਿ ਅਸੀਂ ਦੋ ਗੱਲਾਂ ਕੀਤੀਆਂ ਨੇ ਹੁਣ ਤੱਕ। ਜਿਹੜੀ ਸਾਰੀ ਗੱਲਬਾਤ ਸੀ ਉਹਦੇ ਵਿੱਚ ਇਹ ਸੀ ਕਿ ਜੋ ਵਿਦਿਆਰਥੀ ਹੈ ਜਾਂ ਜੋ ਲਰਨਿੰਗ ਦਾ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਧੁਰਾ ਹੈ ਉਹ ਇਸ ਦੇ ਦੁਆਲੇ ਚੱਲਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਇਹ ਹੱਕ ਮਿਲੇ ਜਾਂ ਇਸ ਗੱਲ ਦੀ ਤਾਕਤ ਮਿਲੇ ਕਿ ਉਹ ਸਵਾਲ ਪੁੱਛ ਸਕੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਤੁਹਾਨੂੰ ਇਹ ਤਾਕਤ ਮਿਲੇ ਕਿ ਸਵਾਲ ਪੁੱਛਿਆ ਜਾ ਸਕੇ, ਮੈਨੂੰ ਇਹ ਤਾਕਤ ਮਿਲੇ ਕਿ ਸਵਾਲ ਪੁੱਛਿਆ ਜਾ ਸਕੇ, ਤੇ ਇਹ ਐਥੀਕਲ ਸਵਾਲ ਹੈ। ਇਹ ਇੱਕ ਐਥੀਕਲ ਸਵਾਲ ਹੈ। ਦੂਜੇ ਪਾਸੇ ਇਸੇ ਦੌਰ ਦੇ ਵਿੱਚ ਜਾਂ ਪਿਛਲੇ ਵੀ ਦੌਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਤੁਸੀਂ ਸਟਾਲਿਨਿਜ਼ਮ ਦੀ, ਮਾਓਇਜ਼ਮ ਦੀ ਗੱਲ ਕੀਤੀ ਹੈ, ਇਸ ਦੌਰ ਦੇ ਵਿੱਚ ਵੀ ਜਿਹੜਾ ਹੈਗਾ ਨੈਤਿਕ ਸਿੱਖਿਆ ਦੇ ਨਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਜਾ ਰਹੀਆਂ ਨੇ ਜਿਨ੍ਹਾਂ ਬਾਰੇ ਸਾਨੂੰ ਇਹ ਲੱਗ ਰਿਹਾ ਕਿ ਉਹ ਚੀਜ਼ਾਂ ਸਾਨੂੰ ਬੰਨ੍ਹ ਕੇ ਨੂੜ ਕੇ ਕਿਤੇ ਬਿਠਾ ਦੇਣਗੀਆਂ ਤੇ ਸਾਨੂੰ ਇਹ ਦੱਸਣਗੀਆਂ ਕਿ ਜਿਹੜਾ ਬੀਤ ਚੁੱਕਿਆ ਦੌਰ ਹੈ ਉਹਦੇ ਵਿੱਚ ਕੋਈ ਸੋਨੇ ਦਾ ਦੌਰ ਸੀਗਾ ਜਿਹਦੇ 'ਚ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ। ਸਮ ਅਨਕਰਪਟਡ ਪਾਸਟ ਇਜ਼ ਦੇਅਰ। ਤੇ ਇਹ ਜਿਹੜੀ ਗੱਲ ਹੈ ਕਿ ਜੋ ਰਿਆਸਤ ਦੀ ਨੈਤਿਕਤਾ ਹੈ, ਜੋ ਇੱਕ ਇੰਟੈਲੈਕਚੁਅਲ ਦੀ ਐਥੀਕਲ ਪਰਸਿਊਟ ਹੈ, ਇਹਦੀ ਜਿਹੜਾ ਡਿਸਟਿੰਕਸ਼ਨ ਕਰਕੇ ਦੱਸਿਓ। ਰਿਆਸਤ ਜਾਂ ਸਟੇਟ ਨੂੰ ਅਸੀਂ ਕਈ ਵਾਰੀ ਇੱਕ ਅਨਸਪੈਸੀਫਾਈਡ ਐਂਟੀਟੀ ਦੇ ਤੌਰ ਤੇ, ਹਸਤੀ ਦੇ ਤੌਰ ਤੇ ਟਾਰਗੇਟ ਬਣਾ ਲੈਂਦੇ। ਜਿਵੇਂ ਅਸੀਂ ਇੰਸਟੀਟਿਊਸ਼ਨਲ ਫੇਲਿਅਰ ਦੀ ਜਾਂ ਕੋਲੈਪਸ ਦੀ ਗੱਲ ਕਰਦੇ, ਹਮੇਸ਼ਾ ਸਟੇਟ ਦੇ ਵਿੱਚ ਕੰਮ ਕਰਨ ਵਾਲੇ ਮਨੁੱਖ ਹੁੰਦੇ, ਇੰਸਟੀਟਿਊਸ਼ਨਲ ਫੇਲਿਅਰ ਦੇ ਵਿੱਚ ਇੰਡੀਵਿਜੂਅਲ ਹੁੰਦੇ। ਸੋ ਜਦੋਂ ਵੀ ਅਸੀਂ ਕਹਿੰਦੇ ਕਿ ਸਟੇਟ ਇਹ ਕਰਦੀ ਹੈ ਤਾਂ ਅਸੀਂ ਬੰਦਿਆਂ ਦਾ ਨਾਮ ਲੈਣ ਤੋਂ ਗੁਰੇਜ਼ ਕਰ ਰਹੇ ਹੁੰਦੇ ਵੀ ਉਹਦਾ ਨਾਂ ਨਹੀਂ ਲੈਣਾ, ਸਟੇਟ ਕਹਿ ਕੇ ਸਾਰ ਲਓ। ਔਰ ਸਟੇਟ ਦੇ ਨਾਂ ਤੇ ਉਹੀ ਬੰਦੇ ਕਿ ਸਟੇਟ ਕਰਦੀ ਪਈ ਆ ਜ਼ੁਲਮ ਕਰਦੇ। ਸੋ ਸਟੇਟ ਇੱਕ ਐਸੀ ਕੈਟੇਗਰੀ ਬਣ ਜਾਂਦੀ ਹੈ ਜਿਹਦੇ 'ਚ ਕੁਐਸਚਨ ਕਰਨ ਵਾਲਾ ਵੀ ਇੱਕ ਛਤਰੀ ਦੇ ਪਿੱਛੇ ਲੁਕਿਆ ਹੈ ਤੇ ਜ਼ੁਲਮ ਕਰਨ ਵਾਲਾ ਵੀ ਛਤਰੀ ਪਿੱਛੇ ਲੁਕਿਆ ਹੈ। ਇਸ ਲਈ ਮੇਰਾ ਖਿਆਲ ਨਾਮ ਲੈ ਕੇ ਸ਼ਨਾਖਤ ਕਰਦੇ ਕਿ ਸਟੇਟ ਦਾ ਯੂਜ਼ ਕੌਣ ਕਿੱਦਾਂ ਕਰਦਾ ਪਿਆ ਹੈ ਔਰ ਸਟੇਟ ਦਾ ਵਿਰੋਧ ਕੌਣ ਕਿੱਦਾਂ ਕਰਦਾ ਪਿਆ ਹੈ, ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਦੇਖੋ, ਉਹੀ ਪਾਰਲੀਮੈਂਟ ਜੋ ਇੱਕ ਵਕਤ ਵਿੱਚ ਕੰਮ ਕਰਦੀ ਦੂਜੇ 'ਚੋਂ ਨਹੀਂ ਕਰਦੀ। ਫੇਲਰ ਪਾਰਲੀਮੈਂਟ ਦਾ ਥੋੜ੍ਹੀ ਹੈ, ਪਾਰਲੀਮੈਂਟ ਨੂੰ ਚਲਾਉਣ ਵਾਲਿਆਂ ਦਾ। ਅਸੀਂ ਕਹਿੰਦੇ ਕਿ ਹਿੰਦੁਸਤਾਨ ਦੀ ਪਾਰਲੀਮੈਂਟ ਫੇਲ, ਉਹ ਨਹੀਂ ਫੇਲ ਹੋ ਰਹੀ, ਉਹਨੂੰ ਚਲਾਉਣ ਵਾਲੇ ਫੇਲ ਹੋ ਰਹੇ। ਧਰਮ ਨੂੰ ਚਲਾਉਣ ਵਾਲੇ ਫੇਲ ਹੋ ਰਹੇ। ਜਦੋਂ ਧਰਮ ਇੱਕ ਖਾਸ ਤਰ੍ਹਾਂ ਦਾ ਅਸੀਂ ਕਹਾਂਗੇ ਕਿ ਨੈਸ਼ਨਲਿਸਟਿਕ ਔਰ ਹੈਜੀਮੋਨਿਕ ਔਰ ਟੈਰਰਿਸਟਿਕ ਕਮਿਊਨਿਟੀ ਦਾ ਰੂਪ ਲੈ ਜਾਂਦਾ ਹੈ। ਧਰਮ ਤਾਂ ਉਹੀ ਸੀ, ਬਦਲਦਾ ਕਿੱਦਾਂ ਹੈ? ਬੰਦਿਆਂ ਦਾ ਇੱਥੋਂ ਬਦਲਦਾ ਹੈ ਨਾ। ਸੋ ਇਹ ਵੀ ਇੱਕ ਬਹੁਤ ਅਜੀਬ ਗੱਲ ਚੱਲੀ ਹੈ ਡਿਸਕੋਰਸ ਦੇ ਨਾਲ ਕਿ ਪ੍ਰਵਚਨ ਜਿਸ ਤਰ੍ਹਾਂ ਆਪਣੇ ਆਪ ਹੀ ਬਣਦੇ ਹੁੰਦੇ। ਇਸ ਕਰਕੇ ਬੰਦਿਆਂ ਦੀ ਜ਼ਿੰਮੇਵਾਰੀ ਤੈਅ ਕਰਨਾ, ਉਹਨਾਂ ਦੀ ਨਿਸ਼ਾਨਦੇਹੀ ਕਰਨਾ, ਮੇਰਾ ਖਿਆਲ ਇਹ ਸਭ ਤੋਂ ਵੱਡਾ ਨੈਤਿਕ ਫਰਜ਼ ਹੈ। ਔਰ ਆਪਣੇ ਆਪ ਤੇ ਲਗਾਤਾਰ ਸਵਾਲ ਕਰਨਾ, ਇਹ ਬਹੁਤ ਵੱਡਾ ਜ਼ਿੰਮਾ ਹੈ। ਔਰ ਯੂਨੀਵਰਸਿਟੀਆਂ ਇਹ ਤਾਂ ਭੁੱਲ ਜਾਣ ਕਿ ਇਹ ਕੋਈ ਤੈਅ ਗਿਆਨ ਦੇਣਗੀਆਂ, ਕੋਈ ਰੌਸ਼ਨੀ ਦੇਣਗੀਆਂ। ਯੂਨੀਵਰਸਿਟੀ ਇੰਨਾ ਹੀ ਕਰ ਲਏ ਵੀ ਹਨੇਰਾ ਪਛਾਣਨ ਦੀ ਤਾਕਤ ਦੇ ਦੇ ਵੀ ਭਾਈ ਇਹ ਹਨੇਰਾ ਹੈ, ਰੌਸ਼ਨੀ ਆਪਾਂ ਕੀ ਦੇਣੀ? ਕਿਉਂਕਿ ਹੁਣ ਤਾਂ ਬੰਦੇ ਹਨੇਰਾ ਨਹੀਂ ਪਛਾਣਦੇ ਔਰ ਹਨੇਰਾ ਵੰਡਣ ਵਾਲੇ ਵੰਡੀ ਜਾਂਦੇ। ਔਰ ਜਿੱਧਰ ਅਸੀਂ ਤੁਰੇ ਹੋਏ ਹਾਂ ਉੱਥੋਂ ਲੱਗਦਾ ਕਿ 20-25 ਸਾਲ ਬਾਅਦ ਇਹ ਸਪੇਸ ਨਹੀਂ ਬਚਣੇ। ਸ਼ਾਇਦ ਯੂਨੀਵਰਸਿਟੀਆਂ ਬਹੁਤ ਸਾਰੀਆਂ ਵਿਕ ਜਾਣੀਆਂ
ਜਾਂ ਇੱਕ ਨਵਾਂ ਮਾਡਲ ਬਣ ਜਾਏਗਾ ਜਿਹੜਾ ਨਾ ਕਾਰਪੋਰੇਟ ਹੋਏਗਾ ਨਾ ਪਬਲਿਕ ਹੋਏਗਾ, ਕੁਝ ਹੋਰ ਹੀ ਹੋਏਗਾ, ਲੇਕਿਨ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਕੋਈ ਥਾਂ ਨਹੀਂ ਬਚੇਗੀ। ਆਲਰੇਡੀ ਤੁਸੀਂ ਦੇਖ ਸਕਦੇ ਹੋ ਕਿ ਪਟਿਆਲੇ ਦੇ ਵਿੱਚ ਇਸ ਯੂਨੀਵਰਸਿਟੀ ਦਾ ਜਿਸ ਤਰ੍ਹਾਂ ਦਾ ਕੈਰੈਕਟਰ ਹੈ, ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਨਹੀਂ ਹੈ, GND ਦਾ ਉਹ ਨਹੀਂ ਹੈ। ਦਿੱਲੀ 'ਚ ਇੰਨੀਆਂ ਯੂਨੀਵਰਸਿਟੀਆਂ, ਹਰ ਇੱਕ ਯੂਨੀਵਰਸਿਟੀ ਦਾ ਆਪਣਾ ਕੈਰੈਕਟਰ ਹੈ। ਲੇਕਿਨ ਜਦੋਂ ਇਸ ਇੰਡੀਵਿਜੂਅਲਿਟੀ ਨੂੰ ਖਤਮ ਕੀਤਾ ਜਾਏਗਾ ਤਾਂ ਉਹ ਇੱਦਾਂ ਹੀ ਖਤਮ ਕੀਤਾ ਜਾਏਗਾ ਕਿ ਕਿਸੇ ਨੂੰ ਵੀ ਇੰਡੀਵਿਜੂਅਲ ਯੂਨੀਵਰਸਿਟੀ ਰਹਿਣ ਦਾ ਸੰਭਾਵਨਾ ਖੋਲੀ ਜਾਏ। ਸੋ ਯੂਨੀਵਰਸਿਟੀਆਂ ਸੰਭਾਵਨਾਵਾਂ ਪੈਦਾ ਕਰਦੀਆਂ, ਰਸਤੇ ਤਾਂ ਨਹੀਂ ਕਰਦੀਆਂ। ਔਰ ਨਾ ਹੀ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਹੁਬਰੀਸ, ਇੱਦਾਂ ਦਾ ਘਮੰਡ ਕਰਨਾ ਚਾਹੀਦਾ ਕਿ ਅਸੀਂ ਤੁਹਾਨੂੰ ਸਮਾਜ ਦੇ ਲੀਡਰ ਬਣਾ ਕੇ ਭੇਜਾਂਗੇ। ਨਹੀਂ, ਅਸੀਂ ਤੁਹਾਨੂੰ ਥਿੰਕਰ ਬਣਾ ਕੇ ਭੇਜ ਸਕਦੇ ਹਾਂ, ਕੰਮ ਕਰਨ ਵਾਲੇ ਬਣਾ ਕੇ ਭੇਜ ਸਕਦੇ ਹਾਂ। ਬੰਦਾ ਬਣਨ ਦੀ ਭਾਲ ਕਿੱਦਾਂ ਕਰਨੀ ਹੈ, ਇਸ ਜੋਗੇ ਕਰ ਸਕਦੇ ਹਾਂ ਕਿ ਆਪਣੇ ਆਪ ਨੂੰ ਸਵਾਲ ਕਰੋ ਅਸੀਂ ਬੰਦੇ ਬਣ ਗਏ ਹਾਂ ਕਿ ਨਹੀਂ, ਕਿਉਂਕਿ ਬੰਦੇ ਬਣਨਾ ਹੀ ਸਭ ਤੋਂ ਔਖਾ ਕੰਮ ਹੈ। ਯੂਨੀਵਰਸਿਟੀਆਂ ਮੇਰਾ ਖਿਆਲ ਲਗਾਤਾਰ ਉਹ ਤੋਂ ਪਿੱਛੇ ਹੋ ਰਹੀਆਂ, ਸਾਨੂੰ ਲਗਾਤਾਰ ਵਰਕਰ ਬਣਾਉਣ ਵੱਲ ਤੁਰੀਆਂ। ਔਰ ਵਰਕਰ ਵੀ ਉਹ ਨਹੀਂ ਜਿਹਨੂੰ ਅਸੀਂ ਅੱਜ ਤੱਕ ਵਰਕਰ ਮੰਨਦੇ ਸੀ। ਵਰਕਰ ਉਹ ਜਿਹੜਾ ਇੱਕ ਖਾਸ ਸਰਟੀਫਿਕੇਟ ਦੇ ਵਿੱਚ ਵਰਕਰ ਮੰਨਿਆ ਜਾਏਗਾ। ਇਹ ਠੀਕ ਹੈ ਕਿ ਜਦੋਂ ਅਸੀਂ ਅਦਾਰਿਆਂ ਨੂੰ ਲੱਗੇ ਖੋਰੇ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ ਆਪਣੀਆਂ ਸਾਰੀਆਂ ਦਲੀਲਾਂ ਜਾਂ ਜਿਹੜੀ ਆਪਣੀ ਕਬੀਲਦਾਰੀ ਆ, ਆਪਣੀਆਂ ਤਰੱਕੀਆਂ ਇਸ ਪਿੱਛੇ ਲੁਕੋਏ ਲੈਂਦੇ ਹਾਂ ਜੀ। ਕੀਤਾ ਰਿਆਸਤ ਨੇ ਕੀਤਾ, ਸੋ ਇਸ ਕਰਕੇ ਹੋਇਆ, ਜਿਹਦੇ ਨਾਲ ਜਿਹੜਾ ਮੁਕਾਮੀ ਥਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਵਾਪਰ ਰਹੀਆਂ ਹੁੰਦੀਆਂ ਨੇ, ਅਧਿਆਪਕਾਂ ਨੇ ਜੋ ਨਕਲਾਂ ਮਾਰ ਕੇ ਡਿਗਰੀਆਂ ਲਈਆਂ ਤੇ ਉਹਨਾਂ ਦਾ ਨਾਂ ਲੈ ਕੇ ਲੋਕਾਂ ਨੇ ਨਾਂ ਲੈਣ ਤੋਂ ਲੋਕਾਂ ਨੇ ਗਰੇਜ਼ ਕੀਤਾ। ਯੂਨੀਵਰਸਿਟੀ ਨੂੰ ਖੋਰਾ ਲੱਗਿਆ। ਯੂਨੀਵਰਸਿਟੀਆਂ ਦੇ ਵਿੱਚ ਲੋਕ ਇਸ ਕਰਕੇ ਨੌਕਰੀਆਂ ਲੈ ਗਏ ਕਿ ਉਹ ਕਿਸੇ ਦੀ ਘਰ ਵਾਲੀ ਸਨ ਜਾਂ ਕਿਸੇ ਦੇ ਘਰ ਵਾਲਾ ਸਨ ਜਾਂ ਕਿਸੇ ਦੇ ਮੁੰਡਾ ਸਨ, ਤੇ ਲੋਕਾਂ ਨੇ ਉਸ 'ਤੇ ਸਵਾਲ ਕਰਨ ਤੋਂ ਗੁਰੇਜ਼ ਕੀਤਾ ਤੇ ਯੂਨੀਵਰਸਿਟੀਆਂ ਨੂੰ ਖੋਰਾ ਲੱਗਿਆ। ਲੋਕਾਂ ਨੇ ਕਿਤਾਬਾਂ ਛਾਪੀਆਂ ਆਲੇ ਦੁਆਲੇ ਚੋਰੀ ਕਰਕੇ, ਉਹ ਫੜੀਆਂ ਗਈਆਂ, ਉਹਨਾਂ 'ਤੇ ਸੰਪਾਦਕੀਆਂ ਲਿਖੀਆਂ ਗਈਆਂ ਤੇ ਲੋਕਾਂ ਨੇ ਉਹਨਾਂ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ ਤਾਂ ਯੂਨੀਵਰਸਿਟੀਆਂ 'ਚ ਤਰੱਕੀਆਂ ਲੱਗਿਆ ਤੇ ਯੂਨੀਵਰਸਿਟੀ ਨੂੰ ਖੋਰਾ ਲੱਗਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਰਾਜੀਵ, ਮੈਂ ਤੁਹਾਡੇ ਤੱਕ ਆਵਾਂਗਾ। ਜਦੋਂ ਤੁਸੀਂ ਸਾਰੀਆਂ ਫਿਲਮਾਂ ਦੇ ਵਿੱਚ ਤੁਸੀਂ ਇਹ ਗੱਲ ਕੀਤੀ ਆ ਬਾਰ-ਬਾਰ ਕਿ ਜਿਹੜਾ ਅਧਿਆਪਕ ਹੈ, ਜਿਹੜਾ ਬੰਦੇ ਨੂੰ ਜਿਗਿਆਸੂ ਬਣਾ ਰਿਹਾ, ਜਿਵੇਂ ਰਾਜੇਸ਼ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਤੁਹਾਨੂੰ ਥਿੰਕਰ ਬਣਾ ਕੇ ਭੇਜ ਸਕਦੇ ਹਾਂ। ਮੈਂ ਥੋੜ੍ਹਾ ਜਿਹਾ ਉਹ ਤੋਂ ਪਿੱਛੇ ਰੁਕ ਜਾਣਾ ਕਿਉਂਕਿ ਉਨੀ ਮੇਰੀ ਹਿੰਮਤ ਨਹੀਂ ਬਣਦੀ ਕਿ ਵੀ ਅਸੀਂ ਥਿੰਕਰ ਬਣਾ ਕੇ ਭੇਜ ਸਕਦੇ ਹਾਂ। ਮੈਂ ਕਹਿੰਦਾ ਕਿ ਤੁਹਾਨੂੰ ਜਿਗਿਆਸੂ ਬਣਾ ਦਿੰਦੇ, ਐਵੇਂ ਪੁੱਛੀ ਜਾਓ ਆਪਣੇ ਬਾਰੇ ਸਵਾਲ ਤੇ ਇਸ ਗੱਲ ਦੇ ਵਿੱਚ ਫਸੇ ਰਹੋ ਲਗਾਤਾਰ। ਤੇ ਇਹ ਅੰਤਹੀਣ ਥਾਂ ਹੈ ਜਿੱਥੇ ਮਨੁੱਖ ਚੰਗੀ ਤਰ੍ਹਾਂ ਵੱਸ ਸਕਦਾ ਹੈ ਕਿ ਉਹ ਲਗਾਤਾਰ ਨਵਾਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਲਗਾਤਾਰ ਤੁਹਾਡੇ ਜਿਹੜੇ ਕਿਰਦਾਰ ਨੇ ਉਹਨਾਂ ਦੇ ਉੱਤੇ ਇੱਕ ਖਤਰਾ ਮੰਡਰਾ ਰਿਹਾ ਕਿ ਮਤਲਬ ਇੱਕ ਪੋਲੀਟੀਸ਼ੀਅਨ ਹੈ ਜਿਹੜਾ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਉਹਨੂੰ ਰੋਕ ਰਿਹਾ ਕਿ ਤੂੰ ਪੜ੍ਹਨਾ ਨਹੀਂ, ਤੂੰ ਪੜ੍ਹਾਉਣਾ ਨਹੀਂ। ਵਿਦਿਅਕ ਅਦਾਰਾ ਹੈ। ਤੁਹਾਡੇ ਨਾਟਕਾਂ ਦੇ ਵਿੱਚ ਤਾਂ ਬਦਲੀਆਂ ਦੀ ਗੱਲ ਸੀ, ਹੁਣ ਤਾਂ ਮਸਲਾ ਇਹ ਹੈ ਕਿ ਵੀ ਹਲਕਾ ਇੰਚਾਰਜ ਨੇ, ਹੋਰ ਨੇ। ਇੱਥੋਂ ਤੱਕ ਕਿ ਜਦੋਂ ਵਾਈਸ ਚਾਂਸਲਰ ਦੀ ਗੱਲ ਹੁੰਦੀ ਹੈ ਤੇ ਉਹ ਵੀ ਇਹ ਲੱਗਦਾ ਕਿ ਵੀ ਜੇ ਇਲੈਕਸ਼ਨ ਹੋਏਗੀ ਤੇ ਕੌਣ ਵਾਈਸ ਚਾਂਸਲਰ ਬਣੇਗਾ, ਜਿਵੇਂ ਉਹ ਕੋਈ ਇਸ ਕਿਸਮ ਦੀ ਪੋਜੀਸ਼ਨ ਹੋਵੇ ਕਿ ਜਿਹੜੀ ਸਰਕਾਰ ਆਪਣੀ ਮਰਜ਼ੀ ਨਾਲ ਕ੍ਰੀਏਟ ਕਰ ਸਕਦੀ ਹੋਵੇ, ਜਿਵੇਂ ਚੇਅਰਪਰਸਨ ਲਾਉਂਦੀ ਹੈ ਡਿਫਰੈਂਟ। ਤੇ ਤੁਸੀਂ ਜੇ ਇਸ ਦੌਰ ਦੇ ਵਿੱਚ ਸ਼ਨਾਖਤ ਕਰਨੀ ਹੋਵੇ ਉਸ ਕਿਸਮ ਦੀਆਂ ਘਟਨਾਵਾਂ ਦੀ, ਤਾਂ ਕਿ ਜਰਾ ਨਾਮ ਲੈ ਕੇ ਜਰਾ ਸ਼ਨਾਖਤ ਕਰਕੇ ਗੱਲ ਹੋ ਸਕੇ। ਦੇਖੋ, ਮੈਨੂੰ ਇਹੀ ਲੱਗਦਾ ਕਿ ਜੋ ਸਾਡੀ ਲਾਈਫ ਹੈ ਉਹ ਸਾਡੀ, ਜੇ ਅਸੀਂ ਇਹ ਸੋਚੀਏ ਕਿ ਅਸੀਂ ਆਪਣੇ ਆਪ ਉਹਨੂੰ ਕੰਟਰੋਲ ਕਰ ਰਹੇ ਹਾਂ, ਮੈਨੂੰ ਤਾਂ ਇਹ ਗੱਲ ਠੀਕ ਨਹੀਂ ਲੱਗਦੀ। ਕਿਉਂਕਿ ਇੱਕ ਪੂਰੇ ਦਾ ਪੂਰਾ ਸਿਸਟਮ ਹੈ। ਅਸੀਂ ਜੋ ਸੋਚਦੇ ਹਾਂ, ਅਸੀਂ ਜੋ ਕਰਦੇ ਹਾਂ, ਉਹ ਸਾਰਾ ਕੁਝ ਸਾਡੇ ਹੱਥ 'ਚ ਨਹੀਂ। ਉਹਨੂੰ ਇੱਕ ਸਿਸਟਮ ਚਲਾ ਰਿਹਾ, ਉਹਨੂੰ ਇੱਕ ਸਿਸਟਮ ਚਲਾ ਰਿਹਾ। ਸਿਸਟਮ ਨੂੰ ਕੌਣ ਚਲਾ ਰਹੇ ਨੇ? ਸਿਸਟਮ ਨੂੰ ਪੋਲੀਟੀਕਲ ਪਾਰਟੀਜ਼ ਚਲਾ ਰਹੀਆਂ ਨੇ। ਤੇ ਪੋਲੀਟੀਕਲ ਪਾਰਟੀਜ਼ ਤੁਸੀਂ ਕਿੱਦਾਂ ਦਾ ਜੀਵਨ ਜਿਓ, ਤੁਸੀਂ ਕਿੱਦਾਂ ਦੇ ਬਣੋ, ਇਹ ਡਿਸਾਈਡ ਕਰ ਰਹੀਆਂ ਇੰਡੀਆ ਦੇ ਕੰਟੈਕਸਟ ਤੋਂ। ਮੈਂ ਜੇ ਗੱਲ ਕਰੂੰਗਾ ਤੇ ਜਿੱਦਾਂ ਮੇਰੇ ਫਿਲਮਾਂ ਦੇ ਵਿੱਚ ਹਰੇਕ ਜਗ੍ਹਾ ਜਿਹੜੇ ਪਾਤਰ ਤਬਦੀਲੀ ਕਰਨਾ ਚਾਹੁੰਦੇ ਨੇ, ਚੰਗੀ ਕਿਸੇ ਸਪੇਸ ਦੇ ਵਿੱਚ ਜਾ ਕੇ, ਜਾਂ ਉਹ 'ਚ ਕੰਟਰੀਬਿਊਟ ਕਰਨਾ ਚਾਹੁੰਦੇ ਨੇ, ਜਾਂ ਆਪਣੀ ਗੱਲ ਰੱਖਣਾ ਚਾਹੁੰਦੇ ਨੇ, ਉਹਨਾਂ ਦਾ ਵਿਰੋਧ ਹੁੰਦਾ। ਤੇ ਉਹਨਾਂ ਦਾ ਵਿਰੋਧ ਉਹੀ ਕਰਦੇ ਨੇ ਜੋ ਚਾਹੁੰਦੇ ਨਹੀਂ ਤਬਦੀਲੀ ਹੋਵੇ। ਜਿੱਦਾਂ ਮੰਨ ਲਓ ਕਿ ਜੇ ਇਸ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ, ਇਸ ਯੂਨੀਵਰਸਿਟੀ 'ਚ ਮੰਨ ਲਓ VC ਸਾਹਿਬ ਆ ਕੇ ਕੁਛ ਨਵੀਆਂ ਚੀਜ਼ਾਂ ਕਰਨਾ ਚਾਹੁੰਦੇ ਨੇ, ਠੀਕ ਹੈ, ਤੇ ਇੱਥੋਂ ਲੋਕਲ ਜਿਹੜਾ ਇੱਥੋਂ ਦੇ MLA ਨੇ ਉਹ ਆ ਕੇ ਉਹਨਾਂ ਨੂੰ ਅਕਿਊਜ਼ ਕਰਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਯੂਨੀਵਰਸਿਟੀ ਜਿੱਦਾਂ ਚੱਲਦੀ ਆ ਰਹੀ ਸੀ ਇਹ ਉੱਦਾਂ ਹੀ ਚੱਲਣੀ ਚਾਹੀਦੀ ਹੈ। ਮੈਂ ਬਾਰ-ਬਾਰ ਕਹਿ ਰਿਹਾ ਕਿ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਆ, ਉਹਨੂੰ ਜਿਹੜਾ ਸਟੇਟਸ ਕੋ ਹੈ, ਜੋ ਹੁਣ ਜ਼ਿੰਦਗੀ ਚੱਲ ਰਹੀ ਹੈ, ਉਹਨਾਂ ਨੂੰ ਸੂਟ ਕਰਦੀ ਹੈ ਤੇ ਉਹ ਕਿਸੇ ਵੀ ਕਿਸਮ ਦੀ ਜਿਹੜੀ ਤਬਦੀਲੀ ਹੈ ਉਹਦਾ ਵਿਰੋਧ ਕਰਦੇ ਨੇ। ਇੱਥੇ ਯੂਨੀਵਰਸਿਟੀ 'ਚ ਵਿਰੋਧ ਹੋ ਰਿਹਾ ਤੇ
ਜਿਹੜਾ ਸਾਡਾ ਦੇਸ਼ ਹੈ ਉੱਥੇ ਵੀ ਕਿਹਾ ਜਾ ਰਿਹਾ ਕਿ ਉਹ ਤਾਂ ਸਾਨੂੰ ਹੋਰ ਪਿੱਛੇ ਲੈ ਕੇ ਜਾ ਰਹੇ ਨੇ, ਕਿ ਉਹ ਪੁਰਾਣਾ ਹੀ ਸਿਸਟਮ ਠੀਕ ਸੀ। ਇਹ ਵੀ ਗਲਤ ਹੈ, ਜਿੱਥੇ ਤੱਕ ਅਸੀਂ ਪਹੁੰਚ ਗਏ ਇਹ ਵੀ ਗਲਤ ਹੈ। ਸੋ ਪਿੱਛੇ ਮੁੜੋ ਤੇ ਉੱਥੇ ਰਹੋ। ਉਹ ਸਿਸਟਮ ਜਿਹੜਾ ਸੀਗਾ ਉਹ ਬਿਲਕੁਲ ਠੀਕ ਸੀ, ਤੁਸੀਂ ਉੱਥੇ ਜਾਓ ਵਾਪਸ। ਤੇ ਜਿਹੜੇ ਵੀ ਲੋਕ ਕਹਿੰਦੇ ਕਿ ਨਹੀਂ ਇਹ ਗਲਤ ਹੈ, ਇਹਨੂੰ ਕੁਐਸਚਨ ਅਲੱਗ-ਅਲੱਗ ਤਰੀਕਿਆਂ ਨਾਲ ਕਰਨਾ ਚਾਹੀਦਾ, ਹੋਰ ਤਰੀਕੇ ਸੋਚਣੇ ਚਾਹੀਦੇ ਆ ਕਿ ਕਿੱਦਾਂ ਬੈਟਰ ਹੋ ਸਕਦਾ। ਤੇ ਉਹ ਸਾਡੇ ਜਿਹੜੇ ਇੰਟੈਲੈਕਚੁਅਲਸ ਨੇ, ਜਿਹੜੇ ਡਿਫਰੈਂਟਲੀ ਸੋਚਦੇ ਨੇ, ਜੋ ਸਾਡੇ ਦੇਸ਼ ਨੂੰ ਚਲਾ ਰਹੇ ਨੇ, ਉਹਨਾਂ ਤੋਂ ਪੋਲੀਟੀਸ਼ੀਅਨਸ ਦੀ ਮੈਂ ਗੱਲ ਕਰ ਰਿਹਾ, ਤੇ ਉਹ ਜੇਲ੍ਹਾਂ ਦੇ ਅੰਦਰ ਨੇ। ਜਿਹੜੇ ਬੰਦੇ ਕੁਐਸਚਨ ਕਰ ਰਹੇ ਨੇ, ਜਿਹੜੇ ਕਹਿ ਰਹੇ ਕਿ ਜਿਹੜਾ ਸਿਸਟਮ ਚੱਲ ਰਿਹਾ, ਭਾਵੇਂ ਯੂਨੀਵਰਸਿਟੀ ਹੈ, ਭਾਵੇਂ ਸਾਡਾ ਦੇਸ਼ ਹੈ, ਇਹ ਵਧੀਆ ਨਹੀਂ ਗਾ, ਇਸ ਤੋਂ ਹੋਰ ਵਧੀਆ ਹੋਣਾ ਚਾਹੀਦਾ। ਤੇ ਇਹਦੇ ਲਈ ਲੋਕ ਕੋਸ਼ਿਸ਼ਾਂ ਕਰਦੇ ਨੇ ਆ ਕੇ। ਤੇ ਜਿਹੜੇ ਬੰਦੇ ਚਾਹੁੰਦੇ ਨੇ ਕਿ ਸਟੇਟਸ ਕੋ ਹੋਵੇ, ਸਾਡੇ ਜਿਹੜੇ ਖਾਸ ਤੌਰ ਤੇ ਪੋਲੀਟੀਸ਼ੀਅਨ ਲੋਕਲ ਲੈਵਲ ਤੇ ਹੋਣ, ਇੱਥੋਂ ਦੇ MLA ਹੋਣ, ਕਿਸੇ ਸਟੇਟ ਦਾ CM ਹੋਵੇ, ਸਾਡੇ ਦੇਸ਼ ਦਾ PM ਹੋਵੇ, ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਕਿਸਮ ਦੀ ਚੇਂਜ ਆਵੇ। ਤੇ ਜਿਹੜਾ ਵੀ ਬੰਦਾ ਚੇਂਜ ਲਿਆਉਣ ਦੀ ਕੋਸ਼ਿਸ਼ ਕਰਦਾ, ਉਹ ਡਰ ਜਾਂਦੇ ਉਹਦੇ ਤੋਂ, ਤੇ ਫਿਰ ਉਹਨੂੰ ਆਪਣੇ ਆਪਣੇ ਤਰੀਕੇ ਨਾਲ ਅਕਿਊਜ਼ ਕਰਦੇ ਆ। ਇੱਥੇ ਆ ਕੇ ਕੋਈ ਲੋਕਲ MLA ਉਹਨਾਂ ਦਾ ਵਿਰੋਧ ਕਰਦਾ, ਤੇ ਸਾਡੇ ਨੈਸ਼ਨਲ ਲੈਵਲ ਤੇ ਜਿੰਨੇ ਵੀ ਸਾਡੇ ਇੰਟੈਲੈਕਚੁਅਲਸ ਨੇ, ਉਹ ਉਹਨਾਂ ਨੂੰ 3-3 ਸਾਲ ਤੱਕ ਬਿਨਾਂ ਉਹਨਾਂ ਤੇ ਕੋਈ ਕੇਸ ਚਲਾਏ, ਕਿਉਂਕਿ ਕੇਸ ਤੇ ਪ੍ਰੂਵ ਨਹੀਂ ਹੋਣਾ, ਉਹਨਾਂ ਨੂੰ ਅੰਦਰ ਰੱਖਿਆ ਜਾਂਦਾ। ਇੱਦਾਂ ਦੇ ਲਾਅ ਬਣਾਏ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਉਹ ਜੇ ਇਸ ਕਿਸਮ ਦੀਆਂ ਗੱਲਾਂ ਕਰ ਰਹੇ ਨੇ ਤਾਂ ਕਿਉਂ ਕਰ ਰਹੇ ਨੇ, ਸਟੇਟਸ ਕੋ ਰੱਖਣ ਦੇ ਪਿੱਛੇ ਉਹਨਾਂ ਦਾ ਫਾਇਦਾ ਕੀ ਹੈ, ਤੇ ਸਾਨੂੰ ਕਿਸ ਕਿਸਮ ਨਾਲ ਉਹਦਾ ਵਿਰੋਧ ਕਰਨਾ ਚਾਹੀਦਾ, ਆਪੋ ਆਪਣੇ ਤਰੀਕੇ ਨਾਲ, ਜਿੱਦਾਂ ਵੀ ਜਿਹਨੂੰ ਠੀਕ ਲੱਗੇ। ਮੈਂ ਜ਼ਰੂਰੀ ਨਹੀਂ ਕਿ ਇੱਕੋ ਆਈਡੀਓਲੋਜੀ ਦੇ ਥੱਲੇ, ਇੱਕ ਝੰਡੇ ਥੱਲੇ ਕਰਨਾ ਚਾਹੀਦਾ। ਜਿਹਨੂੰ ਜਿਸ ਵੀ ਕਿਸਮ ਨਾਲ ਲੱਗੇ ਉਹਦਾ ਵਿਰੋਧ ਕਰਨਾ ਚਾਹੀਦਾ। ਬਟ ਮੈਨੂੰ ਲੱਗਣਾ ਇਹ ਹੈ ਕਿ ਜਿੱਥੇ ਵੀ ਕੋਈ ਚੀਜ਼, ਕੋਈ ਇੰਸਟੀਚਿਊਟ ਨੂੰ ਬੈਟਰ ਬਣਾਉਣ ਦੀ ਕੋਈ ਕੋਸ਼ਿਸ਼ ਕਰ ਰਿਹਾ, ਤੇ ਜੇ ਕੋਈ ਜਾਣਬੁੱਝ ਕੇ ਉਹਦਾ ਵਿਰੋਧ ਕਰ ਰਿਹਾ, ਤੇ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਬੈਟਰ ਹੋਣਾ ਚਾਹੀਦਾ ਉਹ ਇੰਸਟੀਚਿਊਟ ਜਾਂ ਉਹ ਸਟੇਟ ਜਾਂ ਉਹ ਦੇਸ਼, ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਹੀ ਚਾਹੀਦਾ। ਤੇ ਜਿਹੜੇ ਮੇਰੇ ਕਰੈਕਟਰ ਆ ਉਹ ਤੇ ਇਹੀ ਕੋਸ਼ਿਸ਼ ਕਰਦੇ ਨੇ। ਸੈਮੂਅਲ, ਆਖਰੀ ਸਵਾਲ ਉਹ ਇਹ ਹੈ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਤੁਸੀਂ ਪਿੰਡ ਦਾ ਤਜਰਬਾ ਆਪਣੇ ਹੱਡੀ ਹੰਢਾਇਆ, ਤੇ ਮੈਂ ਥੋੜ੍ਹੀ ਜਿਹੀ ਰਾਜੀਵ ਦੇ ਅਤੇ ਸੈਮੂਅਲ ਜੌਨ ਦੀ ਇਹ ਸਫਾਈ ਦੇ ਸਕਦਾ ਕਿ ਜਦੋਂ ਇਹ ਪਿੰਡ ਦੀ ਗੱਲ ਕਰਦੇ ਨੇ ਤੇ ਉਹ ਗੱਲ ਗਰੀਬ ਤਬਕੇ ਦੀ, ਤੇ ਜਿਹੜੇ ਤਬਕੇ ਤੋਂ ਮਿਲਦੀਆਂ ਸਹੂਲਤਾਂ, ਮਿਲਦੀ ਮਾਣ ਸਨਮਾਨ ਨਹੀਂ ਮਿਲਿਆ, ਤੇ ਉਹਦੀ ਗੱਲ ਕਰਦੇ ਨੇ, ਕਿਉਂਕਿ ਸ਼ਹਿਰ ਤੇ ਪਿੰਡ ਦੀ ਬਾਈਨਰੀ ਬਾਰੇ ਬਹੁਤ ਲਗਾਤਾਰ ਗੱਲ ਕਰ ਰਹੇ ਨੇ, ਤੇ ਪਰ ਉਹ ਬੋਲੀ ਦੇ ਵਿੱਚੋਂ ਹਾਲੇ ਤੱਕ ਨਹੀਂ ਜਾ ਰਿਹਾ। ਇਹ ਮੈਂ ਇੱਕ ਦੋਸਤ ਦੇ ਤੌਰ ਦੇ ਉੱਤੇ ਇਹਨਾਂ ਦੀ ਐਕਸਪਲੇਨੇਸ਼ਨ ਦੇ ਰਿਹਾ। ਤੇ ਮੈਂ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਪਿੰਡ ਤੁਸੀਂ ਆਪਣਾ ਜਿਹੜਾ ਤਜਰਬਾ ਹੰਢਾਉਂਦੇ ਹੋ, ਤੇ ਯੂਨੀਵਰਸਿਟੀ 'ਚ ਆ ਕੇ ਪਤਾ ਲੱਗਦਾ ਕਿ ਬਾਬਰੀ ਮਸਜਿਦ ਢਹਿ ਗਈ ਹੈ ਤੇ ਤੁਹਾਨੂੰ ਕੁਛ ਹੋਰ ਕਰਨ ਦੀ ਲੋੜ ਹੈ। ਰਾਜੀਵ ਨੇ ਕਿਹਾ ਕਿ ਵੀ ਮੁਕਾਮੀ ਪੱਧਰ ਦੇ ਉੱਤੇ ਵਾਈਸ ਚਾਂਸਲਰ ਦੇ ਖਿਲਾਫ ਕੋਈ MLA ਗੱਲਾਂ ਕਰ ਰਿਹਾ, ਤੇ ਦੂਜੇ ਪਾਸੇ ਹਕੂਮਤ ਇੱਕ ਪਾਸੇ ਜਿਹੜੇ ਵਿਦਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਪਾ ਰਹੀ ਹੈ। ਤੇ ਅੱਜ ਅਸੀਂ ਮਨੁੱਖੀ ਅਧਿਕਾਰ ਦਿਵਸ ਦੇ ਉੱਤੇ ਇਸ ਮੌਕੇ ਦੇ ਉੱਤੇ ਗੱਲ ਕਰਦੇ ਹਾਂ। ਤੁਹਾਨੂੰ ਲੱਗਦਾ ਕਿ ਵੀ ਇਹ ਵੀ ਕੜੀਆਂ ਨੇ ਜਿਹੜੀਆਂ ਜੁੜਦੀਆਂ ਨੇ, ਜਿਹੜੀਆਂ ਕਲਾ 'ਚ ਵੀ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਯੂਨੀਵਰਸਿਟੀ 'ਚ ਵੀ ਹੋਣੀਆਂ ਚਾਹੀਦੀਆਂ ਨੇ, ਮਤਲਬ ਇਹ ਜੋੜਨ ਦਾ ਜਿਹੜਾ ਕੰਮ ਹੈ, ਇਹ ਕੜੀਆਂ। ਹਾਂ, ਇਹ ਕੜੀਆਂ ਜੇਕਰ ਕੋਈ ਯੂਨੀਵਰਸਿਟੀ ਦੇ ਵਿੱਚ MLA ਆ ਕੇ ਜੁਰਤ ਕਰਦਾ, ਉਹ ਜੁਰਤ ਆਉਂਦੀ ਕਿੱਥੋਂ ਹੈ? ਜਿਹੜੀ ਸੱਤਾ ਇਹ ਰਾਜ ਕਰਨ ਵਾਲੇ ਲੋਕ ਨੇ। ਯੂਨੀਵਰਸਿਟੀਆਂ ਕਿਵੇਂ ਚੰਗੀਆਂ ਬਣਨਗੀਆਂ? ਕੀ ਬਣਨ ਦੇਣਗੇ ਇਹ? ਜਿਹੜੀ ਹੁਣ ਵਾਲੀ ਸਰਕਾਰ ਹੈ, ਸਿੱਧੀ ਤਵੱਜੋ, ਇਹਦਾ ਦੁਬਾਰਾ ਫਿਰ ਮਨੂ ਸਮਿਰਤੀਆਂ ਲਾਗੂ ਕਰਨ ਨੂੰ ਫਿਰਦੀ ਹੈ। ਇਹ ਤਾਂ ਚਾਹੁੰਦੇ ਹੀ ਨਹੀਂ। ਇਹ ਤਾਂ ਕੁਝ ਕੁ ਬੰਦੇ ਇਹਨਾਂ ਦੇ ਪੈਦਾ ਜੇ ਕਰਨਗੇ, ਉਹ ਸ਼ਾਇਦ ਸਾਡੇ ਚੋਂ ਵੀ ਹੁਣ ਇੱਥੇ ਉਹ ਕੁਝ ਕੁ ਕਰਨਗੇ ਬੰਦੇ ਵੀ ਜਿਹੜੇ ਉਹਨਾਂ ਦੇ ਕੰਮ ਦੇ। ਬਾਕੀਆਂ ਨੂੰ ਤਾਂ ਇਹ ਉਵੇਂ ਹੀ ਰੱਖ ਦੇਣਾ ਚਾਹੁੰਦੇ ਆ, ਬੁੱਧੂ, ਵੀ ਇਹ ਬੁੱਧੂ ਬਣੇ ਰਹਿਣ, ਜਾਂ ਸਿਰਫ ਤੇ ਸਿਰਫ ਇਹ ਸਮਾਜ ਨੇ ਇੱਕ ਸਿਸਟਮ ਐਸਾ ਬਣਾਤਾ। ਸੋ ਮੈਨੂੰ ਲੱਗਦਾ ਇਹ ਕੜੀਆਂ ਜੁੜਦੀਆਂ ਨੇ। ਸਰਕਾਰਾਂ ਨੇ, ਸੱਤਾ ਰਾਜ ਕਰਨ ਵਾਲਿਆਂ ਨੇ ਤੁਹਾਡੇ ਦਿਮਾਗਾਂ ਨੂੰ ਰੋਸ਼ਨ ਨਹੀਂ ਹੋਣ ਦੇਣਾ, ਤੇ ਨਾ ਬੰਦੇ ਨੂੰ ਬੰਦੇ ਨਾਲ ਜੁੜਨ ਦੇਣਾ। ਜੇ ਇੱਕ ਮਨੁੱਖ ਦੂਸਰੇ ਮਨੁੱਖ ਦੇ ਦਰਦ ਨੂੰ ਮਹਿਸੂਸ ਕਰਨ ਲੱਗ ਪਿਆ, ਸਮਝ ਲਵੋ ਕਿ ਧਰਤੀ ਖੂਬਸੂਰਤ ਹੋ ਸਕਦੀ ਹੈ, ਪਰ ਇਹ ਨਹੀਂ ਹੋਣ ਦੇਣਾ। ਸੋ ਇਹ ਜਿਹੜੀਆਂ ਪੂਰੀਆਂ, ਜਿਹੜੇ ਲੋਕ ਸੋਚਦੇ ਆ ਕਿ ਬੰਦੇ ਨੂੰ ਬੰਦੇ ਨਾਲ ਜੋੜਿਆ ਜਾਵੇ ਜਾਂ ਉਹਨਾਂ ਦਾ ਦਰਦ ਮਹਿਸੂਸ ਕੀਤਾ ਜਾਵੇ, ਉਹਨਾਂ ਤੇ ਖਾਸ ਕਿਸਮ ਦੇ ਉਹ ਸਾਰਾ ਕੁਝ ਉਹਨਾਂ ਨਾਲ ਵਾਪਰੂਗਾ। ਪਰ ਮੈਂ ਥੋੜ੍ਹਾ ਜਿਹਾ ਅੱਗੇ 1 ਸੈਕਿੰਡ ਲਈ ਤੋੜ ਦਿੰਦਾ
ਕਿ ਯੂਨੀਵਰਸਿਟੀ ਮਤਲਬ ਨਹੀਂ ਵਧੀਆ ਬਣ ਸਕਣੀ ਜਿੰਨੀ ਦੇਰ ਇਹੋ ਜਿਹੇ ਰਾਜ ਕਰਨ ਵਾਲੇ ਹੋਣਗੇ। ਕੁਝ ਬੰਦੇ ਕੋਸ਼ਿਸ਼ਾਂ ਕਰਨਗੇ ਤੇ ਉਹਨਾਂ ਕੋਸ਼ਿਸ਼ਾਂ ਨੂੰ ਸਲਾਮ ਕਰਨਾ ਚਾਹੀਦਾ ਹੈ। ਕੁਝ ਇੱਥੇ ਯੂਨੀਵਰਸਿਟੀਆਂ ਤੋਂ ਪੜ੍ਹੇ ਹੋਏ ਇੱਕ ਸੂਖਮ ਸਮਾਜ ਇਸ ਕਿਸਮ ਦਾ ਯਾਰ ਬੰਦੇ ਦੀ ਅਹਿਮੀਅਤ ਹੀ ਨਹੀਂ ਰਹੇਗੀ ਕਿ ਇਹ ਸਾਰਾ ਕੁਝ ਯੂਨੀਵਰਸਿਟੀਆਂ ਕ੍ਰੀਏਟ ਕਰ ਪਾਉਣਗੀਆਂ। ਪਰ ਮੈਂ ਆਸ ਇਸ ਕਰਕੇ ਰੱਖਦਾ ਕਿ ਜਿਹੜੇ ਸੱਤਾ ਕਾਲੇ ਹੁੰਦੇ ਆ ਇਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਰਹੇ ਨੇ। ਇੱਕ ਫਰਾਂਸ ਦੇ ਕਿਸੇ ਬੰਦੇ ਨੇ ਸ਼ਾਇਦ ਲਿਖਿਆ, ਕਹਿੰਦੇ ਜਦੋਂ ਸੱਤਾ ਜ਼ਾਲਮ ਹੋ ਜੇ ਫਿਰ ਜਿਹੜੀਆਂ ਕਲਾਵਾਂ ਨੇ ਉਹ ਸਿੰਬੋਲਾਈਜ਼ ਹੋ ਜਾਂਦੀਆਂ, ਆਪਦੀ ਗੱਲ ਕਹਿਣੋਂ ਨਹੀਂ ਰੁਕਦੀਆਂ। ਇਸੇ ਤਰੀਕੇ ਜਿਨ੍ਹਾਂ ਯੂਨੀਵਰਸਿਟੀਆਂ 'ਚ ਸਿੱਖਿਆ ਦੇ ਅਦਾਰਿਆਂ ਵਿੱਚ ਲੋਕਾਂ ਦੇ ਦਿਮਾਗ ਰੋਸ਼ਨ ਹੋਏ ਆ ਤੇ ਦਿਲ ਸੂਖਮ ਹੋਏ ਆ, ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਦਾ ਕੰਮ ਕਰਦੇ ਰਹਿਣਗੇ। ਇਹ ਸੱਤਾ ਜਿੰਨਾ ਮਰਜ਼ੀ ਜ਼ੋਰ ਲਾ ਲੇ। ਥੈਂਕ ਯੂ। ਰਾਜੇਸ਼, ਆਖਰੀ ਸਵਾਲ। ਆਪਾਂ ਕੱਲ ਜਿਹੜਾ ਤੁਸੀਂ ਵਿਖਿਆਨ ਕੀਤਾ ਸੀ ਉੱਥੋਂ ਹੀ ਸ਼ੁਰੂ ਕੀਤੀ ਸੀ ਤੇ ਉੱਥੇ ਹੀ ਮੈਂ ਗੱਲ ਨਿਪਟਾਵਾਂਗਾ। ਤੁਸੀਂ ਦੂਜੀ ਗੱਲ ਇਹ ਕੀਤੀ ਸੀਗੀ ਕਿ ਹੀਲਿੰਗ ਬਾਰੇ ਤੁਸੀਂ ਇਹ ਕਿਹਾ ਸੀਗਾ ਕਿ ਹੀਲਿੰਗ ਦੀ ਕਿਹਨੂੰ ਜ਼ਰੂਰਤ ਹੈ, ਕਿਉਂ ਜ਼ਰੂਰਤ ਹੈ, ਕੌਣ ਹੀਲ ਹੋ ਸਕਦਾ ਹੈ, ਕੌਣ ਹੀਲ ਹੋਣਾ ਚਾਹੁੰਦਾ ਹੈ। ਜਦੋਂ ਆਪਾਂ ਅਦਾਰੇ ਦੀ ਤੇ ਅਦਾਰੇ ਦੀ ਨੁਮਾਇੰਦਗੀ ਕਰਨ ਵਾਲੇ ਬੰਦਿਆਂ ਦੇ ਵਜੋਂ ਸੋਚਦੇ ਹਾਂ ਤੇ ਇਸ ਅਦਾਰੇ ਦੇ ਵਿੱਚ, ਵਿਦਿਅਕ ਅਦਾਰੇ ਜਾਂ ਯੂਨੀਵਰਸਿਟੀ ਦੇ ਵਿੱਚ ਕੀ ਹੈ ਜਿਹੜਾ ਹੀਲ ਹੋ ਸਕਦਾ ਹੈ, ਕੀ ਹੈ ਜਿਹੜਾ ਹੀਲਿੰਗ ਦੇ ਘੇਰੇ ਤੋਂ ਬਾਹਰ ਰਹਿ ਗਿਆ, ਕੀ ਹੈ ਜਿਹੜਾ ਇਸ ਗੱਲ ਤੋਂ ਮੁਨਕਰ ਹੈ ਕਿ ਮੈਂ ਹੀਲ ਨਹੀਂ ਹੋਣਾ। ਉਹ ਵੈਸੇ ਪ੍ਰਸੰਗ ਥੋੜਾ ਜਿਹਾ ਅਲੱਗ ਸੀ ਕਿ ਕਥਾਰਸਿਸ ਦਾ ਜਿਹੜਾ ਕਨਸੈਪਟ ਹੈ ਕਿ ਉਹ ਹਰ ਇੱਕ ਤੇ ਲਾਗੂ ਨਹੀਂ ਹੁੰਦਾ, ਕਿਉਂਕਿ ਜਿਹੜੀ ਉਹ ਪੋਲਿਟਿਕਸ ਹੈ ਉਹਦੀ ਐਰਿਸਟੋਟਲ ਦੀ, ਉਹਦੇ ਮੁਤਾਬਕ ਉਹ ਮਿਊਜ਼ਿਕ ਤੋਂ ਸ਼ੁਰੂ ਕਰਦਾ ਹੈ ਤੇ ਬਾਅਦ ਵਿੱਚ ਉਹ ਠੀਕ ਹੈ ਪੋਇਟਰੀ 'ਚ ਆ ਜਾਂਦਾ ਹੈ। ਲੇਕਿਨ ਮੈਂ ਸਮਝਦਾ ਕਿ ਹੀਲਿੰਗ ਲਈ ਜ਼ਰੂਰੀ ਹੈ ਸਭ ਤੋਂ ਪਹਿਲੇ ਜ਼ਖਮ ਨੂੰ ਪਛਾਣਨਾ ਤੇ ਮੰਨਣਾ ਕਿ ਜ਼ਖਮ ਹੈਗਾ। ਕਿ ਮੌਜੂਦਾ ਹਾਲਾਤ ਤੁਹਾਨੂੰ ਆਪਣਾ ਜ਼ਖਮ ਪਛਾਣਨ ਔਰ ਕਬੂਲ ਕਰਨ ਕਿ ਮੈਂ ਜ਼ਖਮੀ ਹਾਂ, ਇੰਨੀ ਰੋਸ਼ਨੀ ਔਰ ਇੰਨੇ ਅਲਫਾਜ਼ ਬਖਸ਼ਦੇ। ਦੂਸਰੇ, ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਜ਼ਖਮੀ ਨਹੀਂ ਹੁੰਦੇ ਪਰ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਮੈਂ ਜ਼ਖਮੀ ਹਾਂ। ਇਹ ਸੈਲਫ ਪਿਟੀ ਹੈ। ਹੀਲਿੰਗ ਦੀ ਨਾ ਵੀ ਲੋੜ ਹੋਵੇ ਤਾਂ ਅਸੀਂ ਸੋਚਦੇ ਹਾਂ ਸਾਨੂੰ ਸ਼ਾਇਦ ਹੀਲਿੰਗ ਦੀ ਲੋੜ ਹੈ ਜਦਕਿ ਹੁੰਦੀ ਨਹੀਂ। ਫਿਰ ਕੀ ਅਸੀਂ ਵਿਦਆਊਟ ਹੀਲਿੰਗ, ਹੁਣ ਗੱਲ ਹੈ ਕਿ ਹੀਲਿੰਗ ਦੇ ਮਤਲਬ ਕੀ ਹੈ। ਇੱਕ ਹੈ ਕਿ ਇੱਕ ਓਵਰਆਲ ਹੋਲਿਸਟਿਕ ਹੈਲਥ ਦੇ ਪੈਟਰਨ ਦੇ ਵਿੱਚ ਫਿੱਟ ਹੋਣਾ ਜਿਹੜੀ ਨੋਰਮੇਟਿਵ ਹੈਲਥ ਹੈ। ਦੂਸਰਾ ਹੈ ਕਿ ਅਸੀਂ ਕੀ ਜ਼ਖਮ ਲੈ ਕੇ ਉਹਨੂੰ ਨਹੀਂ ਕਹਿ ਸਕਦੇ ਕਿ ਇਹ ਵੀ ਖਾਸ ਤਰ੍ਹਾਂ ਦਾ ਗਿਫਟ ਹੈ। ਸੋਚੋ ਕਿ ਜ਼ਿੰਦਗੀ ਦੀ ਖੂਬਸੂਰਤ ਕਲਾ, ਜ਼ਿੰਦਗੀ ਦੀ ਖੂਬਸੂਰਤ ਸ਼ਾਇਰੀ ਜ਼ਖਮਾਂ ਤੋਂ ਵੀ ਤਾਂ ਆਈ ਹੈ ਨਾ। ਉਹ ਜਿਹੜੀ ਉਹ ਕ੍ਰਿਸਟੀਵਾ ਦੀ ਕਿਤਾਬ ਹੈ, ਉਹ ਕਹਿੰਦੀ ਕਿ ਬਚਪਨ 'ਚ ਜਦੋਂ ਮੈਂ ਯਹੂਦੀ ਕੁੜੀ ਦੇ ਤੌਰ ਤੇ ਬੱਚਿਆਂ ਨਾਲ ਖੇਡਦੀ ਸੀ ਤਾਂ ਮੈਨੂੰ ਇੱਕ ਵਾਰੀ ਗੁਆਂਢੀ ਮਾਵਾਂ ਨੇ ਅਲੱਗ ਕਰ ਦਿੱਤਾ ਵੀ ਯਹੂਦੀਆਂ ਦੀ ਕੁੜੀ ਨੂੰ ਨਾ ਖੜਾਇਓ। ਪਰ ਵਧੀਆ ਕਲਾ ਪੈਦਾ ਕਰਨ ਲਈ ਜ਼ਖਮਾਂ ਦੀ ਚੋਣ ਨਹੀਂ ਕੀਤੀ ਗਈ। ਨਹੀਂ, ਜ਼ਖਮ ਲੱਗੇ ਤੇ ਵਧੀਆ ਕਲਾ ਪੈਦਾ ਹੋਈ ਨਾ, ਇਹ ਜਨਰਲਾਈਜ਼ ਨਹੀਂ ਕੀਤਾ ਜਾ ਰਿਹਾ। ਮੈਂ ਕਹਿ ਰਿਹਾ ਇਹ ਪੋਸੀਬਿਲਿਟੀ ਹੁੰਦੀ ਹੈ ਕਿ ਪਰ ਜੇ ਤੁਸੀਂ ਜ਼ਖਮ ਨੂੰ ਕਬੂਲ ਕਰਦੇ ਹੋ ਕਿ ਹੈਗਾ, ਬਹੁਤ ਸਾਰੇ ਲੋਕ ਇਹ ਕਬੂਲ ਹੀ ਨਹੀਂ ਕਰਦੇ। ਲੇਕਿਨ ਹਾਂ, ਸਮਾਜ ਦੀ ਇੱਕ ਜ਼ਿੰਮੇਵਾਰੀ ਹੈ ਕਿ ਹਰ ਇੱਕ ਨੂੰ ਹੀਲਿੰਗ ਦੇ ਮੌਕੇ ਦੇ। ਲੇਕਿਨ ਉਸ ਤੋਂ ਪਹਿਲੇ ਹੋ ਜਾਂਦਾ ਕਿ ਅਸੀਂ ਜ਼ਖਮ ਨੂੰ ਦੇਖ ਹੀ ਨਹੀਂ ਪਾਉਂਦੇ। ਸਾਈਕੋਲੋਜੀਕਲ ਜ਼ਖਮਾਂ ਦੇ ਤੌਰ ਤੇ ਖਾਸ ਤੌਰ ਤੇ ਤੁਸੀਂ ਦੇਖੋ ਬਹੁਤ ਸਾਰੇ ਲੋਕ ਜ਼ਖਮੀ ਹੈ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਹੋ ਜ਼ਖਮੀ। ਇਸ ਕਰਕੇ ਰਿਸ਼ਤੇ ਵੀ ਟੁੱਟਦੇ ਹੈ, ਪਰੇਸ਼ਾਨੀਆਂ ਵੀ ਹੁੰਦੀਆਂ, ਜਿਹਨੂੰ ਲੋਕ ਕਹਿੰਦੇ ਡਿਪਰੈਸ਼ਨ ਚਲੇ ਗਏ, ਉਹ ਕੁਝ ਵੀ ਹੁੰਦਾ ਹੈ। ਸੋ ਇਹੀ ਕਹਿ ਰਹੇ, ਉਹਨੇ ਕ੍ਰਿਸਟੀਵਾ ਨੇ ਲਿਖਿਆ ਹੈ ਇਸ ਗੱਲ ਤੇ। ਉਹ ਕਹਿੰਦੀ ਕਿ ਮੇਰਾ ਸਾਰਾ ਕੁਝ ਹੀ ਉਸ ਜ਼ਖਮ ਦਾ ਰਿਸਦਾ ਹੋਇਆ ਬਹਾਵ ਹੈ ਬਸ। ਲੇਕਿਨ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਔਰਤਾਂ ਨੇ ਜ਼ਖਮ ਦੇ ਦਿੱਤਾ, ਨਹੀਂ ਤਾਂ ਮੈਂ ਕੁਝ ਲਿਖਣਾ ਹੀ ਨਹੀਂ ਸੀ। ਉਹਦੇ ਲਿਖਣ ਨੇ ਦੁਨੀਆ ਬਦਲ ਦਿੱਤੀ। ਇਹ ਵੀ ਤਾਂ ਹੁੰਦਾ। ਲਿਖਣ ਵਾਲੇ ਲਿਖਣ ਤੇ ਦੁਨੀਆ ਬਦਲੇ। ਮੈਨੂੰ ਲੱਗਦਾ ਕਿ ਇਹ ਤੋਂ ਵਧੀਆ ਨਹੀਂ ਕੋਈ ਇਸ ਗੱਲ ਦਾ ਨਿਚੋੜ ਹੋ ਸਕਦਾ। ਜਿਹੜੀ ਆਪਣੀ ਗੱਲਬਾਤ ਹੈ ਇਹ ਤੇ ਨਹੀਂ ਮੁੱਕ ਸਕਦੀ ਤੇ ਜ਼ਿੰਦਗੀ ਦੇ ਬਾਰੇ ਹੋ ਰਹੀ ਗੱਲਬਾਤ ਮੁੱਕੇ ਵੀ ਕਿਉਂ। ਸਾਤੋਂ ਵਧੀਆ ਗੱਲ ਕਰਨ ਵਾਲੇ ਆਉਣਗੇ, ਇਹਨਾਂ ਥਾਵਾਂ ਨੂੰ ਨਿੱਘਾ ਰੱਖਣਗੇ ਤੇ ਤੁਸੀਂ ਸਾਰੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ।